ਦਿੱਲੀ ਦੰਗੇ ਦੀਆਂ ਜਿਹੜੀਆਂ ਵਿਧਵਾਵਾਂ ਨੇ ਸਾਡੇ ਕੌਮ ਤੇ ਸ਼ਰਮ ਦੀ ਗੱਲ ਹੈ ਕਿ ਦਿੱਲੀ ਵਿੱਚ ਅੱਜ ਵੀ ਇੱਕ ਵਿਧਵਾ ਕਾਲੋਨੀ ਹੈ ਜੀ। ਇੰਨੀ ਅਮੀਰ ਕੌਮ ਸਿਆਸੀ ਪਾਰਟੀ ਦੇ ਚੋਣ ਪ੍ਰੋਮਿਸ ਛੱਡਿਆ ਕਿ ਉਹ ਆ ਕੇ ਇਹਨਾਂ ਦੇ ਬਿਜਲੀ ਦਾ ਬਿੱਲ ਮਾਫ ਕਰ ਦੇਣ। ਅਚਾਨਕ ਕੌਣ ਹੈ ਅੰਮ੍ਰਿਤਪਾਲ ਜਿਹੜਾ ਅਚਾਨਕ ਪੰਜਾਬ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਆ ਜਾਂਦਾ ਹੈ ਔਰ ਸਾਰੀ ਦੀ ਸਾਰੀ ਜਵਾਨੀ ਨੂੰ ਆਪੇ ਲੀਡਰ ਬਣ ਕੇ ਅਚਾਨਕ ਅਨਾਉਂਸ ਕਰ ਦਿੰਦਾ ਹੈ ਕਿ ਜਿਹੜੇ ਸਿੱਖ ਨੇ ਉਹ ਦੇਸ਼ ਦੇ ਗੁਲਾਮ ਨੇ, ਲੜਨ ਲਈ ਤਿਆਰ ਹੋ ਜਾਓ, ਸਿਰ ਦੇਣ ਲਈ ਤਿਆਰ ਹੋ ਜਾਓ। ਤੇਜ਼ ਰਫ਼ਤਾਰ ਗੱਡੀ ਚਲਾ ਰਿਹਾ ਸੀ ਤੇ ਉਸਨੇ ਖੜੇ ਟਰਾਲੇ ਵਿੱਚ ਮਾਰ ਦਿੱਤਾ। ਉਸਨੂੰ ਸਾਜ਼ਿਸ਼ ਬਣਾ ਕੇ ਨੌਜਵਾਨਾਂ ਨੂੰ ਇਹ ਅਹਿਸਾਸ ਕਰਾਇਆ ਕਿ ਤੁਹਾਡਾ ਲੀਡਰ ਮਾਰ ਦਿੱਤਾ ਹੈ ਤੇ ਅਸੀਂ ਖਤਰੇ ਵਿੱਚ ਆ। ਜਿਹੜਾ ਇਨਸਾਨ ਦਰਬਾਰ ਸਾਹਿਬ ਦੇ ਅਕਾਲ ਤਖਤ ਦੇ ਸਾਹਮਣੇ ਖੜਾ ਹੋ ਕੇ ਝੂਠ ਬੋਲ ਰਿਹਾ ਹੈ ਕਿ ਦੀਪ ਨੂੰ ਸਰਕਾਰੀ ਸਾਜ਼ਿਸ਼ ਤਹਿਤ ਮਾਰਿਆ ਗਿਆ। ਅੰਮ੍ਰਿਤਪਾਲ ਜਾਣਦੇ ਨੇ ਕਿ ਦੀਪ ਸ਼ਹੀਦ ਨਹੀਂ ਹੈ। ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਨਾ ਕੁਛ ਕਹੋ, ਅਸੀਂ ਸਾਰਾ ਸੱਚ ਦੱਸ ਦੂੰਗੇ, ਅਸੀਂ ਵਾਰਿਸ ਪੰਜਾਬ ਤੇਰੇ ਨਾਲ ਖੜੇ ਆ, ਕਦੋਂ ਤੂੰ ਆਉਂਗੀ ਪੰਜਾਬ ਉਹ ਹੈਵ ਅ ਪ੍ਰੈਸ ਕਾਨਫਰੰਸ, ਅਸੀਂ ਸੱਚ ਦੱਸ ਦੂੰਗੇ ਕਿ ਹਾਂ ਦੀਪ ਦਾ ਐਕਸੀਡੈਂਟ ਸੀ, ਹੋਰ ਕੁਛ ਨਹੀਂ ਸੀ। ਸਾਰੇ ਪਾਸੇ ਤਾਕਤ ਦੀ ਗੇਮ ਹੈ, ਪਹਿਲਾਂ ਸੈਸਿਸਟ ਮੂਵਮੈਂਟ ਬਣਾਓ ਫਿਰ ਤਾਕਤ ਚਾਹੋ। ਪੰਜਾਬ ਦੇ ਅਸਲੀ ਵਾਰਿਸ ਕੌਣ ਸੀ ਤੇ ਪੰਜਾਬ ਦੇ ਮੌਜੂਦਾ ਵਾਰਿਸ ਕੌਣ? ਖਾਲਿਸਤਾਨ ਦਾ ਪੰਜਾਬ ਨੂੰ ਤੇ ਇਹ ਵਾਰਾ ਹੀ ਨਹੀਂ ਖਾਂਦਾ। ਮੈਂ ਇੱਥੋਂ ਨਿਕਲ ਕੇ ਘਰੇ ਪਹੁੰਚਿਆ ਨਹੀਂ ਕਿ ਖਾਲਿਸਤਾਨ ਬਣਿਆ ਨਹੀਂ। ਉਹ ਦੇਸ਼ ਦੇ ਖਿਲਾਫ ਬਿਆਨ ਦਿੰਦਾ ਹੈ, ਉਹ ਇੱਕ ਥਾਣੇ ਤੇ ਹਮਲਾ ਕਰਦਾ ਹੈ ਔਰ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਦੇਸ਼ ਦੇ ਵਿੱਚ। ਸਾਡੀ ਜਵਾਨੀ ਨੂੰ ਇੱਕ ਵਾਰੀ ਫੇਰ ਕਿਹਾ ਜਾ ਰਿਹਾ ਹਥਿਆਰ ਚੱਕ ਲਓ, ਹਕੂਮਤ ਦੇ ਗੁਲਾਮ ਆ। ਕਿਹੜੀ ਹਕੂਮਤ ਤੇ ਅਸੀਂ ਗੁਲਾਮ ਆ? ਇਹ ਕਹਿੰਦੇ ਸਾਡਾ ਇਤਿਹਾਸ ਸੀਗਾ। ਭਗਤ ਸਿੰਘ ਦੀਆਂ 4 ਕਿਤਾਬਾਂ ਪੜ੍ਹ ਕੇ ਕਹਿਣਗੇ ਜੀ ਅਸੀਂ ਤਾਂ ਮਰਨਾ ਹੈ, ਅਸੀਂ ਤਾਂ ਕੁਰਬਾਨੀ ਦੇਣੀ ਹੈ। ਪੰਜਾਬ ਦੇ ਵਿਗਾੜੇ ਜਾ ਰਹੇ ਫਿਕਰ ਦਾ ਕਾਰਨ ਕੀ ਹੈ? ਕੌਣ ਉਹਦਾ ਸੂਤਰਧਾਰ ਹੈ? ਅਸਲੀ ਫਿਕਰ ਉਹ ਹੁੰਦੇ ਆ ਜਾਂ ਉਹ ਹੈ ਜਿਹੜੇ ਹਰ ਇੱਕ ਪੋਲੀਟੀਕਲ ਪਾਰਟੀ ਇਲੈਕਸ਼ਨਾਂ ਤੋਂ ਪਹਿਲਾਂ ਚੁੱਕਦੀ ਹੈ। ਪੰਜਾਬ ਦੀ ਇੱਕ ਅਕਾਲੀ ਪੰਥਕ ਸਰਕਾਰ ਪੰਜਾਬੀਆਂ ਤੇ ਗੋਲੀਆਂ ਚਲਾਉਂਦੀ ਹੈ ਤੇ ਉਹ ਜਨਰਲ ਡਾਇਰ ਸਾਡੇ ਵਿੱਚ ਹੀ ਛੁਪਿਆ ਬੈਠਾ ਹੈ। ਇੱਕ ਤੇ ਸਿੱਖ ਸਿਧਾਂਤ ਤੇ ਸਿੱਖ ਭਾਈਚਾਰਾ ਨੂੰ ਇੱਕ ਮੰਨਣਾ ਬੰਦ ਕਰੀਏ। ਪੰਜਾਬ ਦਾ 55,000 ਕਰੋੜ ਰੁਪਇਆ ਇਹ ਰਿਜ਼ਰਵ ਬੈਂਕ ਦੀ ਫਿਕਰ ਹੈ। ਸਤਿ ਸ਼੍ਰੀ ਅਕਾਲ। ਰੋਜ਼ਾਨਾ ਸਪੋਕਸਮੈਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਮੁੱਦਾ ਬਹੁਤ ਇੰਪੋਰਟੈਂਟ ਹੈ। ਜਦੋਂ ਗੱਲ ਪੰਜਾਬ ਦੀ ਹੋਵੇ ਤੇ ਬਹੁਤ ਸੋਚ ਸਮਝ ਕੇ ਗੱਲ ਕਰਨੀ ਬਣਦੀ ਹੈ। ਇਸ ਕਰਕੇ ਨਹੀਂ ਕਿ ਅਸੀਂ ਪੰਜਾਬੀ ਹਾਂ, ਇਸ ਕਰਕੇ ਨਹੀਂ ਅਸੀਂ ਪੰਜਾਬ ਦੇ ਮੂਲ ਬਸ਼ਿੰਦੇ ਹਾਂ ਜਾਂ ਕੁਝ ਵੀ। ਗੱਲ ਇਹ ਹੈ ਕਿ ਪੰਜਾਬ ਜਿਸ ਦੌਰ 'ਚੋਂ ਲੰਘਿਆ, ਪੰਜਾਬ ਨੇ ਕੂਕਾ ਸੁਧਾਰ ਲਹਿਰ ਤੋਂ ਲੈ ਕੇ ਨਕਸਲਾਈਟ ਮੂਵਮੈਂਟ ਤੱਕ, ਉਸ ਤੋਂ ਬਾਅਦ ਮਿਲੀਟੈਂਸੀ ਦਾ ਦੌਰ, ਫਿਰ ਜਿਹੜੀ ਕਿਰਸਾਨੀ ਦੀ ਲਹਿਰ 2020 ਦੇ ਵਿੱਚ ਖੇਤੀ ਕਾਨੂੰਨਾਂ ਖਿਲਾਫ ਉੱਠੀ, ਇਸ ਦੇ ਵਿੱਚ ਬਹੁਤ ਕੁਝ ਹੰਢਾਇਆ। ਜੇ ਅਸੀਂ ਪਾਉਣ ਦੀ ਗੱਲ ਕਰੀਏ, ਪਾਇਆ ਘੱਟ ਤੇ ਗਵਾਇਆ ਜ਼ਿਆਦਾ ਹੈ। ਬਹੁਤ ਸਾਰਾ ਲਹੂ ਡੁੱਲਿਆ। ਹਰੀ ਕ੍ਰਾਂਤੀ ਦੀ ਗੱਲ ਹੋਈ। ਹਰੀ ਕ੍ਰਾਂਤੀ ਨੇ ਅੱਜ ਪੰਜਾਬ ਨੂੰ ਕਿਹੜਾ ਰੰਗ ਦਿੱਤਾ ਹੈ, ਇਹਦੀ ਗੱਲ ਹੋਣੀ ਬਹੁਤ ਜ਼ਰੂਰੀ ਹੈ। ਪੰਜਾਬ ਦੇ ਵਿੱਚੋਂ ਸਮੇਂ-ਸਮੇਂ ਤੇ ਖਾਲਿਸਤਾਨ ਦੀ ਮੰਗ ਉੱਠਦੀ ਹੈ। ਕੀ ਖਾਲਿਸਤਾਨ ਦੀ ਜਿਹੜੀ ਮੰਗ ਉੱਠਦੀ ਹੈ ਸਿਰਫ ਤੇ ਸਿਰਫ ਕਿਤੇ ਸਿਆਸੀ ਇੱਛਾ ਸ਼ਕਤੀ ਦੇ ਨਾਲ ਗੱਦੀ ਦੇ ਉੱਤੇ ਬਿਰਾਜਮਾਨ ਹੋਣ ਤੱਕ ਦਾ ਇੱਕ ਜ਼ਰੀਆ ਤਾਂ ਨਹੀਂ ਹੈ, ਜਾਂ ਵਾਕਈ ਹੀ ਪੰਜਾਬੀਆਂ ਦੀ ਇਹ ਸਾਰੇ ਸਮੁੱਚੇ ਪੰਜਾਬੀਆਂ ਦੀ ਇੱਕ ਸਮੂਹਿਕ ਆਵਾਜ਼ ਹੈ? ਪਰ ਪੰਜਾਬ ਦੇ ਇਹਨਾਂ ਸਾਰੇ ਸਮੇਂ ਦੇ ਵਿੱਚ ਅਸਲ ਮੁੱਦੇ ਕਿਹੜੇ ਹੈ? ਪੰਜਾਬ ਅੱਜ ਆਰਥਿਕਤਾ ਦੇ ਸਮੇਂ ਦੇ ਵਿੱਚ ਕਿੱਥੇ ਖੜਾ ਹੈ? ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨੀ 'ਚ ਜਿਹੜਾ ਕਦੇ ਮਿਲੀਟੈਂਸੀ ਦੇ ਦੌਰ 'ਚ ਵੀ ਮੂਹਰਲੀ ਕਤਾਰ ਦੇ ਵਿੱਚ ਸੀਗਾ, ਅੱਜ ਉੱਥੋਂ ਵੀ ਜਿਹੜਾ ਹੈ ਅੱਜ ਇਸ ਦੌਰ ਦੇ ਵਿੱਚ ਪਿਛੜਦਾ ਜਾ ਰਿਹਾ ਹੈ। ਬਹੁਤ ਸਾਰੇ ਸੰਕਟ ਨੇ ਪੰਜਾਬ ਦੇ ਉੱਤੇ, ਭਾਵੇਂ ਜੋ ਮਰਜ਼ੀ ਕਹੀ ਜਾਈਏ। ਗੀਤ ਸਾਨੂੰ ਕੁਝ ਵੀ ਦੱਸਦੇ ਹੋਣ, ਸੰਗੀਤ ਸਾਨੂੰ ਕੁਝ ਵੀ ਦੱਸਦਾ ਹੋਵੇ, ਬਾਜ਼ਾਰ ਸਾਨੂੰ ਕੁਝ ਵੀ ਕਹਿੰਦਾ ਹੋਵੇ, ਪਰ ਇਹ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਸੋ ਅੱਜ ਇਸ ਖੂਬਸੂਰਤ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਇੱਕ ਪੈਨਲ ਜਿਹੜਾ ਬੁਲਾਇਆ, ਉਹਨਾਂ ਨਾਲ ਰਸਮੀ ਤਾਰਫ ਕਰਵਾਉਂਦਾ ਹੋਇਆ ਇਸ ਚਰਚਾ ਦੇ ਵਿੱਚ ਤੁਹਾਡਾ ਸਭ ਦਾ ਇਸਤਕਬਾਲ ਕਰੂੰਗਾ। ਸਾਡੇ ਨਾਲ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਔਰ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਨਿਮਰਤ ਕੌਰ ਇਸ ਚਰਚਾ 'ਚ ਹੋਣਗੇ। ਤੁਹਾਡਾ ਸਵਾਗਤ ਹੈ। ਤੇ ਤਿੰਨੋਂ ਜਿਹੜੇ ਬਾਕੀ ਦੇ ਸਾਡੇ ਗੈਸਟ ਨੇ ਅਧਿਆਪਨ ਦੇ ਨਾਲ ਜੁੜੇ ਹੋਏ ਹੈ। ਨਾਟਕਕਾਰ ਨੇ ਪਾਲੀ ਭੁਪਿੰਦਰ ਸਾਹਿਬ, ਜਨਾਬ ਜੀਓ ਆਇਆਂ ਨੂੰ। ਡਾਕਟਰ ਪਿਆਰੇ ਲਾਲ ਗਰਗ ਨੇ ਸਮਾਜਿਕ ਕਾਰਕੁਨ ਦੇ ਤੌਰ ਤੇ ਵਿਚਰਦੇ ਆਪਣੀ ਆਵਾਜ਼ ਬੁਲੰਦ ਕਰਦੇ ਹੈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਔਰ ਡਾਕਟਰ ਸੁਮੇਲ ਸਿੰਘ ਸਿੱਧੂ, ਤੁਸੀਂ ਜਾਣਦੇ ਹੋ, ਇਤਿਹਾਸਕਾਰ ਨੇ, ਹਿਸਟੋਰੀਅਨ ਨੇ, ਬਹੁਤ ਸੋਹਣਾ ਕੰਮ ਕੀਤਾ, ਹੁਣ ਵੀ ਕਰ ਰਹੇ ਆ ਲਗਾਤਾਰ। ਸਿੱਧੂ ਸਾਹਿਬ, ਇਸ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ, ਇਸਤਕਬਾਲ ਕਰਦੇ ਹਾਂ। ਸਭ ਤੋਂ ਪਹਿਲਾਂ ਸ਼ੁਰੂਆਤ ਪਾਲੀ ਭਾਜੀ ਹੋਰਾਂ ਤੋਂ ਕਰਾਂਗਾ, ਕਿਉਂਕਿ
ਬਹੁਤ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਉਹ ਸਾਡੇ ਤੀਕਰ ਪਹੁੰਚੇ ਹੈ ਤੇ ਇਸ ਕਰਕੇ ਕਿਉਂਕਿ ਬਹੁਤ ਸਾਰੇ ਰੁਝੇਵੇਂ ਹੈ, ਅਜਿਹੇ ਜ਼ਿੰਮੇਵਾਰ ਲੋਕ ਸਮਾਜ ਦੀ ਵੱਡੀ ਜ਼ਿੰਮੇਵਾਰੀ ਚੱਕਦੇ ਆ, ਕਈ ਜਗ੍ਹਾ ਤੇ ਮਸਰੂਫੀਅਤ ਹੁੰਦੀ ਹੈ। ਪਾਲੀ ਭਾਜੀ, ਅੱਜ ਦੇ ਪੰਜਾਬ ਨੂੰ ਜਿਸ ਚੌਕਟੇ ਦੇ ਵਿੱਚ ਫਿੱਟ ਕਰਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਉਵੇਂ ਦਾ ਹੀ ਪੰਜਾਬ ਹੈ ਔਰ ਪੰਜਾਬ ਦੀਆਂ ਜਿਹੜੀਆਂ ਮੂਲ ਸਮੱਸਿਆਵਾਂ ਦਿਖਾਈਆਂ ਜਾ ਰਹੀਆਂ ਨੇ ਉਸ ਚੌਕਟੇ ਦੇ ਵਿੱਚ, ਕੀ ਉਹੀ ਸਮੱਸਿਆਵਾਂ ਨੇ ਜਾਂ ਫਿਰ ਪੰਜਾਬ ਦੀਆਂ ਹੋਰ ਸਮੱਸਿਆਵਾਂ ਨੇ? ਇਹ ਸਵਾਲ ਮੈਂ ਇਹਦਾ ਇਸ਼ਾਰਾ ਸਮਝਦਾ ਨਵਜੋਤ ਜੀ, ਇਹ ਬਿਲਕੁਲ ਤੁਹਾਡਾ ਗੁੱਝਾ ਸਵਾਲ ਹੈ ਔਰ ਬਹੁਤ ਇਸ ਵੇਲੇ ਦਾ ਸਭ ਤੋਂ ਕੀਮਤੀ ਸਵਾਲ ਹੈ ਕਿ ਪੰਜਾਬ ਹੈ ਕੀ ਔਰ ਸਾਨੂੰ ਦਿਖਾਇਆ ਕੀ ਜਾ ਰਿਹਾ ਜੀ। ਸਾਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਕਿਸੇ ਖਾਸ ਮੰਤਵ ਦੇ ਤਹਿਤ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਇੱਕ ਅਜੀਬ ਕਿਸਮ ਦੀ ਸਿਆਸੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ, ਜਿਹੜੀ ਕਿ ਅਸੀਂ 61 ਤੋਂ ਸ਼ਾਇਦ ਉਸ ਤੋਂ ਵੀ ਪਹਿਲਾਂ ਤੋਂ ਸਿੱਧੂ ਸਾਹਿਬ ਬੈਠੇ ਨੇ, ਇਤਿਹਾਸਕਾਰ ਨੇ, ਇਹ ਵਧੀਆ ਤਰੀਕੇ ਨਾਲ ਦੱਸ ਪਾਣਗੇ ਕਿ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਇੱਕ ਖਾਸ ਤਰੀਕੇ ਦਾ ਨੈਰੇਟਿਵ ਹਮੇਸ਼ਾ ਪੰਜਾਬ ਦੇ ਖਿਲਾਫ ਬਿਲਡ ਕੀਤਾ ਗਿਆ ਕਿ ਇਹ ਧਾਰਮਿਕ ਤੌਰ ਤੇ, ਧਾਰਮਿਕ ਸਿਆਸੀ ਤੌਰ ਤੇ ਇੱਕ ਡਿਸਟਰਬਡ ਸਟੇਟ ਹੈ ਔਰ ਇਹ ਚੀਜ਼ ਦਾ ਖਾਮਿਆਜਾ ਪੰਜਾਬ ਨੇ ਵਾਰ-ਵਾਰ ਭੁਗਤਿਆ। ਹਰ 5-7-10 ਸਾਲਾਂ ਬਾਅਦ ਜਦੋਂ ਪੰਜਾਬ ਪੈਰਾਂ ਸਿਰ ਹੋਣ ਲੱਗਦਾ ਹੈ, ਜਦੋਂ ਚੀਜ਼ਾਂ ਸਹੀ ਹੋਣ ਲੱਗਦੀਆਂ ਨੇ, ਅਚਾਨਕ ਪਤਾ ਨਹੀਂ ਕੋਈ ਅਜਿਹੀ ਚੀਜ਼ ਚੱਲ ਪੈਂਦੀ ਹੈ ਕਿ ਪੰਜਾਬ ਦਾ ਮਾਹੌਲ ਜ਼ਬਰਦਸਤੀ ਵਿਗਾੜਿਆ ਜਾਂਦਾ ਹੈ। ਮੈਂ ਜਦੋਂ ਮਾਰਕੀਟ ਦੇ ਵਿੱਚੋਂ ਲੰਘਦਾ, ਮੈਂ ਲੋਕਾਂ ਨੂੰ ਫੋਨ ਕਰਦਾ, ਆਪਣੇ ਵਿਦਿਆਰਥੀਆਂ ਨਾਲ ਗੱਲਾਂ ਕਰਦਾ, ਮੈਨੂੰ ਸਾਰੇ ਪੰਜਾਬ ਦੇ ਵਿੱਚ ਇੱਕ ਵੀ ਚਿੰਤਾ ਵਾਲੀ ਗੱਲ ਨਹੀਂ ਦਿਖਦੀ। ਔਰ ਤੁਸੀਂ ਨੈਸ਼ਨਲ ਮੀਡੀਆ ਨੂੰ ਸੁਣ ਲਓ, ਉਹ ਐਡਾ ਉੱਤੇ ਹਊਆ ਕ੍ਰੀਏਟ ਕੀਤਾ ਹੋਇਆ, ਐਂ ਲੱਗਣ ਲੱਗ ਪਿਆ ਕਿ ਬਸ ਮੈਂ ਇੱਥੋਂ ਨਿਕਲ ਕੇ ਘਰੇ ਪਹੁੰਚਿਆ ਨਹੀਂ ਕਿ ਖਾਲਿਸਤਾਨ ਬਣਿਆ ਨਹੀਂ। ਮਤਲਬ ਕਿ ਇੱਕ ਇਸ ਤਰੀਕੇ ਦਾ ਮਾਹੌਲ ਸਾਡੇ ਆਲੇ ਦੁਆਲੇ ਬੁਣਿਆ ਜਾ ਰਿਹਾ ਜਿਹਦਾ ਸਾਨੂੰ ਆਪ ਨੂੰ ਸਮਝ ਨਹੀਂ ਆਉਂਦਾ। ਸਾਨੂੰ ਬੰਬੇ ਬੈਠੇ ਬੰਦੇ, ਉੱਥੇ ਸਾਊਥ ਵਿੱਚ ਬੈਠੇ ਬੰਦੇ ਫੋਨ ਕਰਦੇ ਨੇ ਕਿ ਯਾਰ ਪੰਜਾਬ ਮੇਂ ਕੀ ਹੋ ਰਿਹਾ ਹੈ, ਔਰ ਅਸੀਂ ਆਪ ਹੈਰਾਨ ਹੋ ਜਾਂਦੇ ਹਾਂ ਕਿ ਸਾਡੇ ਪੰਜਾਬ 'ਚ ਪਤਾ ਨਹੀਂ ਕੀ ਹੋ ਰਿਹਾ ਔਰ ਸਾਨੂੰ ਪਤਾ ਵੀ ਨਹੀਂ। ਤਾਂ ਤੁਸੀਂ ਬਿਲਕੁਲ ਇਸ਼ਾਰਾ ਸਮਝਦੇ ਹੋ, ਬਿਲਕੁਲ ਇਹ ਚਿੰਤਾ ਵਾਲੀ ਗੱਲ ਹੈ ਕਿ ਸਿਆਸੀ ਤੌਰ ਤੇ ਫਿਰ ਪੰਜਾਬ ਨੂੰ ਇੱਕ ਡਿਸਟਰਬ ਸਟੇਟ ਮਤਲਬ ਕਿ ਐਲਾਨਣ ਦੀਆਂ ਤਿਆਰੀਆਂ ਨੇ। ਔਰ ਦੇਖ ਸਕਦੇ ਹੋ ਨਵੀਂ ਫੋਰਸ ਭੇਜੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਪਾਕਿਸਤਾਨ ਤੋਂ ਡਰੋਨ ਆਣੇ ਸ਼ੁਰੂ ਹੋ ਗਏ, ਪਤਾ ਨਹੀਂ ਕੀ ਕੁਝ ਕਿਹਾ ਜਾ ਰਿਹਾ ਔਰ ਹੈਰਾਨ ਹੋਈਦਾ ਕਿ ਇਹ ਕਿਆ ਕੀ ਜਾ ਰਿਹਾ ਔਰ ਅਸੀਂ ਵੇਖ ਕੀ ਰਹੇ ਹਾਂ। ਜੀ, ਮੈਂ ਨਿਮਰਤ ਮੈਮ ਨੂੰ ਇਹਦੇ ਵਿੱਚ ਜ਼ਰੂਰ ਜੋੜਨਾ ਚਾਹੂੰਗਾ। ਨਿਮਰਤ ਜੀ, ਜਿਹੜੀਆਂ ਸੂਬਾਈ ਸ਼ਕਤੀਆਂ ਨੇ, ਜਿਹੜੀ ਸਾਡੀ ਖੂਬਸੂਰਤੀ ਹੈ ਸੰਵਿਧਾਨ ਦੀ, ਉਹਦਾ ਜਿਹੜਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਔਰ ਖੇਤਰੀ ਜਮਾਤਾਂ ਦਾ ਹਾਸ਼ੀਏ ਤੇ ਜਾਣਾ ਔਰ ਉਹਨਾਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਪ੍ਰਭਾਸ਼ਿਤ ਕਰਨਾ, ਇਸ ਵੇਲੇ ਜਿਹੜੀਆਂ ਸੁਸਾਇਟੀਜ਼ ਲੀਡਰਲੈਸ ਹੋ ਰਹੀਆਂ ਨੇ, ਅਸਲ ਕਰਕੇ ਸੋਸ਼ਲ ਜਿਹੜੀ ਲੀਡਰਸ਼ਿਪ ਹੈ ਉਹਦਾ ਮਾਈਨਸ ਹੋਣਾ ਤੇ ਸਾਡੇ ਜਿਹੜੇ ਦਿਖਾਏ ਜਾ ਰਹੇ ਲੀਡਰ ਹੈ ਉਹਨਾਂ ਦੇ ਪਿੱਛੇ ਨੌਜਵਾਨੀ ਮੰਡੀਰ ਕਹਿ ਲਈਏ, ਉਹ ਇੰਨੀ ਜਲਦੀ ਭੜਕਾਹਟ ਦੇ ਵਿੱਚ ਆ ਜਾਂਦੀ ਹੈ। ਅਸਲ ਦੇ ਵਿੱਚ ਕੀ ਇਸ ਦੀ ਸਾਰੀ ਵਜ੍ਹਾ ਦੇਖਦੇ? ਨਵਜੋਤ, ਜਿਹੜੀ ਸਾਨੂੰ ਜਿਹਨੂੰ ਤੁਸੀਂ ਮੰਡੀਰ ਕਹਿੰਦੇ ਆ, ਉਹ ਹੈ ਸਾਡੇ ਬੱਚੇ ਨੇ ਔਰ ਗਲਤੀ ਕਿੱਥੇ ਸਾਡੀ ਆਪਣੀ ਹੈ ਕਿ ਅਸੀਂ ਜੋ ਪੰਜਾਬ ਨਾਲ ਹੁੰਦਾ ਉਸ ਨਾਲ ਗੱਲ ਕਰਨ ਤੋਂ ਡਰਦੇ ਹਾਂ। ਅਸੀਂ ਪੰਜਾਬ ਦੇ ਕਾਲੇ ਦੌਰ ਨੂੰ ਕਾਲਾ ਦੌਰ ਕਹਿ ਦਿੰਦੇ ਆ। ਸਾਨੂੰ ਇੰਨੇ ਸਾਲ ਲੱਗੇ ਇਹ ਅਖਵਾਨ ਵਿੱਚ ਕਿ ਉਹ ਦਿੱਲੀ ਵਿੱਚ ਦੰਗੇ ਨਹੀਂ ਹੋਏ ਸਨ, ਨਸਲਕੁਸ਼ੀ ਹੋਈ ਸੀ। ਅਸੀਂ ਖਾਲਿਸਤਾਨ ਦੇ ਲਫ਼ਜ਼ ਤੋਂ ਘਬਰਾਉਂਦੇ ਆ, ਉਹਦੀ ਡੈਫੀਨੇਸ਼ਨ ਤੋਂ ਘਬਰਾਉਂਦੇ ਆ। ਸੋ ਜੋ ਇਹ ਜਨਰੇਸ਼ਨ ਆਈ ਹੈ ਉਹਨੂੰ ਸਿਰਫ ਇੰਨਾ ਪਤਾ ਹੈ ਪੰਜਾਬ ਨਾਲ ਧੱਕਾ ਹੋਇਆ, ਪੰਜਾਬ ਨਾਲ ਧੱਕਾ ਹੋਇਆ। ਪੰਜਾਬ ਨਾਲ ਧੱਕਾ ਕੀ ਹੋਇਆ, ਇਤਿਹਾਸ ਵਿੱਚ ਕੀ ਗਲਤੀ ਹੈ? ਸੋ ਕਿੱਥੇ ਆਈ ਥਿੰਕ ਸਾਡੀਆਂ ਕਮੀਆਂ ਨੇ ਸਾਡੀ ਜਨਰੇਸ਼ਨ ਦੀਆਂ। ਸਾਨੂੰ ਸਾਡੇ ਪੇਰੈਂਟਸ ਨੇ ਸਿਖਾਇਆ, ਸ਼ਾਇਦ ਅਸੀਂ ਅੱਗੇ ਸਿਖਾਉਣ ਵਿੱਚ ਪਿੱਛੇ ਰਹਿ ਗਏ ਕਿ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਨਾਲ ਧੱਕਾ ਕੀ ਹੋਇਆ। ਜੇ ਇਹਨਾਂ ਨੂੰ ਪੁੱਛ ਲਈਏ ਮਾਸਤਾਰਾ ਸਿੰਘ ਕੌਣ ਹੈ, ਉਹ ਤਾਂ ਜੀ ਪਾਪਾ ਸੀਗਾ, ਉਹ ਖਿਲਾਫ ਸੀਗਾ। ਇਹਨਾਂ ਨੂੰ ਇਹ ਨਹੀਂ ਪਤਾ ਹੋਏਗਾ ਉਹ ਕਿਸ ਗੱਲ ਤੇ ਸੀਗਾ। ਹੁਣ ਜਿਹੜੀ ਨਵੀਂ ਜਨਰੇਸ਼ਨ ਅਸੀਂ ਜਿਹੜੀ ਇੰਡੀਆ ਵਿੱਚ ਵੀ ਪੂਰੇ ਭਾਰਤ ਦੀ ਦੇਖੀਏ, ਉਹ ਕਹਿਣਗੇ ਜੀ ਮਹਾਤਮਾ ਗਾਂਧੀ ਗੱਲ ਸੀਗਾ, ਨਹਿਰੂ ਅੰਗਰੇਜ਼ਾਂ ਥੱਲੇ ਲੱਗਿਆ ਹੋਇਆ ਸੀਗਾ। ਸੋ ਉਹ ਚੀਜ਼ ਜਿਹੜੀ ਇੱਕ ਐਨਾਲਿਟਿਕ ਥਿੰਕਿੰਗ ਹੁੰਦੀ ਹੈ, ਸੋਚਣਾ, ਔਰ ਸਾਨੂੰ ਤਾਂ ਸਿੱਖੀ ਵਿੱਚ ਪੰਜਾਬ ਵਿੱਚ ਸਿਖਾਇਆ ਗਿਆ ਹੈ ਕਿ ਸਵਾਲ ਕਰੋ, ਹਰ ਚੀਜ਼ ਨੂੰ ਕੁਰੇਦੋ, ਉਹਦੇ ਤੱਤ ਸਮਝੋ। ਸੋ ਉਹ ਇਹਨਾਂ ਨਾਲ ਸਮਝਾਣੇ, ਇਹਨਾਂ ਨਾਲ ਗੱਲ ਕਰਨਾ ਬੜਾ ਔਖਾ ਹੈ, ਬਟ ਕਨਵਰਸੇਸ਼ਨ ਸ਼ੁਰੂ ਕਰਨੀ ਪੈਣੀ ਹੈਗੀ ਹੈ, ਬਿਕੋਜ਼ ਨਹੀਂ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਚੱਲਣਾ ਕਿ ਸਾਡਾ ਇਤਿਹਾਸ ਕੀ ਸੀ। ਇਹ ਕਹਿੰਦੇ ਸਾਡਾ ਇਤਿਹਾਸ ਸੀਗਾ ਭਗਤ ਸਿੰਘ ਦੀਆਂ 4 ਕਿਤਾਬਾਂ ਪੜ੍ਹ ਕੇ ਕਹਿਣਗੇ ਜੀ ਅਸੀਂ ਤਾਂ ਮਰਨਾ ਹੈ, ਅਸੀਂ ਤਾਂ ਕੁਰਬਾਨੀ ਦੇਣੀ ਹੈ।
ਪਹਿਲੇ ਇਹ ਤਾਂ ਸਮਝੋ ਭਗਤ ਸਿੰਘ ਨੇ ਜਿਹੜੇ ਅੰਗਰੇਜ਼ ਸਨ, ਭਗਤ ਸਿੰਘ ਵਾਸਤੇ ਜੋ ਹਾਕਮ ਸੀ, ਸਾਡੇ ਵਾਸਤੇ ਅੱਜ ਹਾਕਮ ਕੌਣ ਹੈ? ਸਾਡੇ ਵਾਸਤੇ ਹਾਕਮ ਕਿ ਦਿੱਲੀ ਵਿੱਚ ਹੈ ਐਕਚੁਅਲੀ, ਕਿ ਅੱਜ ਜਨਰਲ ਡਾਇਰ ਵਾਂਗ ਜਦ ਪੰਜਾਬ ਦੀ ਇੱਕ ਅਕਾਲੀ ਪੰਥਕ ਸਰਕਾਰ ਪੰਜਾਬੀਆਂ ਤੇ ਗੋਲੀਆਂ ਚਲਾਉਂਦੀ ਹੈ ਤੇ ਜਨਰਲ ਡਾਇਰ ਸਾਡੇ ਵਿੱਚ ਹੀ ਛੁਪਿਆ ਬੈਠਾ ਹੈ। ਅਸੀਂ ਪਹਿਲਾਂ ਦਿੱਲੀ ਨਾਲ ਲੜਨਾ ਹੈ ਕਿ ਅਸੀਂ ਆਪਣੇ ਆਗੂਆਂ ਨਾਲ ਲੜਨਾ ਹੈ। ਸੋ ਉਹ ਸੋਚਣ ਦੀ, ਉਸ ਨੂੰ ਟਟੋਲਣ ਦੀ ਇਹਨਾਂ ਦੇ ਵਿੱਚ ਤਾਕਤ ਨਹੀਂ ਹੈ, ਔਰ ਸੱਚ ਕਬੂਲਣ ਦੀ ਸਾਡੇ ਵਿੱਚ ਤਾਕਤ ਹੀ ਨਹੀਂ ਹੈ। ਅਸੀਂ ਫਟਾਫਟ ਮਤਲਬ ਡਰ ਜਾਂਦੇ ਆ। ਨਹੀਂ, ਪਰ ਕਿਤੇ ਨਾ ਕਿਤੇ ਇਹਦਾ ਮਤਲਬ ਇਹ ਵੀ ਹੈ ਅਸੀਂ ਆਪਣੇ ਅਸਲ ਲੀਡਰ ਪਛਾਣਨ ਤੋਂ ਦੂਰ ਹੁੰਦੇ ਜਾ ਰਹੇ ਹਾਂ। ਬਹੁਤ ਜਲਦੀ ਸ਼ਹੀਦੀ ਦਾ ਖਿਤਾਬ ਦੇ ਦਿੰਦੇ ਆ। ਹਾਲ ਹੀ ਦੇ ਵਿੱਚ ਤੁਸੀਂ ਇੰਟਰਵਿਊ ਕੀਤੀ ਹੈ ਰੀਨਾ ਰਾਏ ਦੇ ਨਾਲ, ਔਰ ਦੀਪ ਸਿੱਧੂ ਦੇ ਬਾਰੇ ਕੀ ਕੁਝ ਜੋ ਸਮਾਜ ਦੇ ਵਿੱਚ ਕਿਹਾ ਗਿਆ ਤੇ ਉਹਨੂੰ ਜਿਸ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਗਿਆ, ਉਸ ਤੋਂ ਬਾਅਦ ਅੰਮ੍ਰਿਤਪਾਲ ਦੀ ਐਂਟਰੀ, ਕੀ ਕਹੋਗੇ? देखो, दीप और अमृतपाल हो जाए, सिद्धू मूसेवाला हो जाए, ਅਸੀਂ ਜੇ ਇਹ ਸੋਚੀਏ ਕਿ ਇਹ ਜਿਹੜੇ ਨੌਜਵਾਨ ਨੇ ਇਹ ਸਾਨੂੰ ਅੱਜ ਗਾਈਡ ਕਰ ਦੇਣਗੇ ਕਿ ਪੰਜਾਬ ਦਾ ਭਵਿੱਖ ਸਾਨੂੰ ਦੱਸ ਦੇਣਗੇ, ਤਾਂ ਸਾਡੀ ਬੇਵਕੂਫੀ ਹੈ, ਸਾਡੀ ਆਪਣੀ ਬੇਵਕੂਫੀ ਜੇ ਅਸੀਂ ਇਹਨਾਂ ਨੂੰ ਬੋਲੀਏ ਕਿ ਹਾਂ ਇਹ ਕੌਮ ਦੇ ਆਗੂ ਨੇ। ਜਿਹੜੇ ਸਿਆਣੀ ਗੱਲ ਕਰਦੇ ਉਹਨਾਂ ਦੇ ਪਿੱਛੇ ਯੂਥ ਚੱਲਣਾ ਨਹੀਂ ਪਾਉਂਦਾ। ਕਿਉਂ ਨਹੀਂ ਚੱਲਣਾ ਪਾਉਂਦਾ? ਬੜੀ ਮਤਲਬ ਪੈਰਲਲ ਗਰਜੀ ਨੂੰ ਬਹੁਤ ਜ਼ਿਆਦਾ ਡੂੰਘਾਈ ਵਿੱਚ ਸਮਝਾ ਪਾਉਣਗੇ ਕਿ ਸਮਾਜ ਵਿੱਚ ਅਸੀਂ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਸਿਖਾਇਆ ਹੀ ਨਹੀਂ ਕਿ ਕੀ ਕਰਨਾ, ਔਰ ਦੀਪ ਨੂੰ ਸ਼ਹੀਦ ਕਰਾਰ ਕਰਨਾ। ਉਸ ਤੋਂ ਬਾਅਦ ਤੁਸੀਂ ਮੈਨੂੰ ਅੱਜ ਫਿਰ ਗਾਲਾਂ ਪੈਣ ਵਾਲੀਆਂ ਪਰ ਮੈਂ ਬੋਲਣ ਲੱਗੀ ਹਾਂ। ਉਸ ਤੋਂ ਬਾਅਦ ਤੁਸੀਂ ਜਿੱਥੇ ਗੱਲ ਕਰਦੇ ਹੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ, ਉੱਥੇ ਜਾ ਕੇ ਤੁਸੀਂ ਨਾਲ ਹੀ ਦੀਪ ਸਿੱਧੂ ਨੂੰ ਸ਼ਹੀਦ ਕਰਾਰ ਕਰਤਾ। ਦੋਨੋਂ ਫੋਟੋਆਂ ਅੱਜ ਅਸੀਂ ਦੇਖਦੇ ਹਾਂ ਮੋਰਚੇ ਵਿੱਚ ਇਕੱਠੀਆਂ ਲੱਗੀਆਂ। ਕਿਸੇ ਨੇ ਹਿੰਮਤ ਨਹੀਂ ਕੀਤੀ ਇਹ ਸਵਾਲ ਕਰਨ ਦੀ ਕਿ ਉਹ ਐਕਚੁਅਲੀ ਸ਼ਹੀਦ ਹੈ, ਕਿਸ ਗੱਲ ਦੀ, ਕਿਸ ਦਰਜੇ ਦੀ ਅਸੀਂ ਗੱਲ ਕਰ ਰਹੇ ਹਾਂ। ਦੀਪ ਵਿੱਚ ਬਹੁਤ ਖੂਬੀਆਂ ਵੀ ਸਨ, ਬਹੁਤ ਕਾਲੀ ਵਿੱਚ ਸੀ, ਬਹੁਤ ਜਲਦੀ ਸੀਗੀ। ਔਰ ਦੇਖੋ ਇਹ ਕੁਦਰਤ ਦੀ ਖੇਡ ਹੈ ਕਿ ਉਹਦੀ ਜਿਹੜੀ ਕਾਲੀ ਸੀ ਉਹ ਸਭ ਤੋਂ ਵੱਡਾ ਹਰਜਾਨਾ ਉਹਨੇ ਭਗਤਿਆ, ਬਿਕੋਜ਼ ਉਹ ਜਿਵੇਂ ਕੱਲ ਰੀਨਾ ਦੱਸਿਆ ਕਿ ਵੀ ਉਹ ਗੱਡੀ ਨਹੀਂ ਤੇਜ਼ ਚਲਾਉਂਦਾ ਸੀਗਾ, ਉਹ ਅੰਤ ਉਹਨੂੰ ਹੀ ਸਭ ਤੋਂ ਜ਼ਿਆਦਾ ਮਹਿੰਗਾ ਪਿਆ। ਸੋ ਉਹ ਚੀਜ਼ਾਂ ਅਸੀਂ ਇਹੋ ਕਹਿੰਦੇ ਸੀ ਨਾ, ਸਬਰ ਨਾਲ ਚੱਲੋ, ਸਬਰ ਨਾਲ ਚੱਲੋ। ਕਿਸਾਨੀ ਦਾ ਅੱਜ ਕੁਝ, ਕਿਸਾਨੀ ਦਾ ਮੋਰਚੇ ਦਾ ਹੀ ਕੁਝ ਐਂਡ ਕੁਝ ਹੋਰ ਹੋਣਾ ਸੀਗਾ ਜੇ ਇੰਨੀ ਕਾਲੀ ਉਹਨਾਂ ਨੇ ਨਾ ਦਿਖਾਈ ਹੁੰਦੀ 26 ਤਰੀਕ ਨੂੰ। ਪਰ ਅਸੀਂ ਕਿਸੇ ਨੇ ਸਵਾਲ ਵੀ ਨਹੀਂ ਚੁੱਕਿਆ ਕਿ ਵੀ ਤੁਸੀਂ ਇੱਕ ਸਾਈਡ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਲਾ ਰਹੇ ਹੋ, ਦੂਜੇ ਪਾਸੇ ਤੁਸੀਂ ਦੀਪ ਨੂੰ ਇਕੁਅਲ ਦਰਜਾ ਦੇ ਰਹੇ ਹੋ। ਤੇ ਉਹ ਗੱਲ ਕਰਨੀ ਜ਼ਰੂਰੀ ਸੀ ਕਿ ਅਸੀਂ, ਬਟ ਅਸੀਂ ਕਰਨ ਤੋਂ ਘਬਰਾਉਂਦੇ ਆ। ਨਹੀਂ, ਤੁਸੀਂ ਜਿਵੇਂ ਇਸ਼ਾਰਾ ਕੀਤਾ, ਮੈਂ ਗਰਗ ਸਾਹਿਬ ਕੋਲ ਜ਼ਰੂਰ ਜਾਊਂਗਾ। ਉਸ ਤੋਂ ਪਹਿਲਾਂ ਮੈਂ ਇੱਕ ਸਵਾਲ ਪਾਲੀ ਭਾਜੀ ਤੋਂ ਪੁੱਛਣਾ ਚਾਹੁੰਦਾ, ਕਿਉਂਕਿ ਇਹ ਨਾਟਕਕਾਰ ਹੈ, ਥੀਏਟਰ ਨਾਲ ਜੁੜੇ ਹੋਏ ਆ। ਜਦੋਂ ਤੱਕ ਪਰਦਾ ਨਹੀਂ ਖੁੱਲਦਾ ਉਸ ਤੋਂ ਪਹਿਲਾਂ ਜਿਹੜਾ ਕਰੈਕਟਰ ਲੋਕਾਂ ਦੇ ਰੂਬਰੂ ਹੋਣਾ ਹੁੰਦਾ, ਉਹ ਕਰੈਕਟਰ ਦੇ ਵਿੱਚ ਹਲੇ ਨਹੀਂ ਆਇਆ ਹੋਇਆ ਹੁੰਦਾ ਜਾਂ ਆਉਣ ਦੀ ਹਲੇ ਕੋਸ਼ਿਸ਼ ਕਰ ਰਿਹਾ ਹੁੰਦਾ। ਪਰਦੇ ਦੇ ਪਿੱਛੇ ਕੁਝ ਹੋਰ ਹੈ ਤੇ ਪਰਦੇ ਦੇ ਅੱਗੇ ਕੁਝ ਹੋਰ ਹੈ। ਪਾਲੀ ਭਾਜੀ, ਸਵਾਲ ਇਹ ਹੈ ਕਿ ਪੰਜਾਬ ਦਾ ਅਸਲ ਫਿਕਰ ਕੀ ਹੈ, ਕੀ ਹੋਣਾ ਚਾਹੀਦਾ? ਪੰਜਾਬ ਦਾ ਅਸਲ ਫਿਕਰ ਪਿਆ ਕਿੱਥੇ ਹੈ ਤੇ ਪੰਜਾਬ ਦੇ ਵਿਗਾੜੇ ਜਾ ਰਹੇ ਫਿਕਰ ਦਾ ਕਾਰਨ ਕੀ ਹੈ? ਕੌਣ ਉਹਦਾ ਸੂਤਰਧਾਰ ਹੈ? ਦੇਖੋ, ਬਿਲਕੁਲ ਅਸਲੀ ਮੁੱਦੇ ਦੇ ਉੱਪਰ ਤੁਸੀਂ ਹੁਣ ਪਹੁੰਚੇ ਹੋ ਕਿ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਅਸਲੀ ਫਿਕਰ ਉਹ ਹੁੰਦੇ ਆ ਜਾਂ ਉਹ ਹੈ ਜਿਹੜੇ ਹਰ ਇੱਕ ਪੋਲੀਟੀਕਲ ਪਾਰਟੀ ਇਲੈਕਸ਼ਨਾਂ ਤੋਂ ਪਹਿਲਾਂ ਚੁੱਕਦੀ ਹੈ। ਮੈਂ ਸਿਰਫ 1 ਸਾਲ ਤੁਹਾਨੂੰ ਪਿੱਛੇ ਲੈ ਕੇ ਚੱਲਦਾ। ਜਦੋਂ ਅਕਾਲੀ ਸਰਕਾਰ ਦੇ ਖਿਲਾਫ ਜਾਂ ਕਾਂਗਰਸ ਦੇ ਖਿਲਾਫ ਸਾਡੀ ਸਭ ਤੋਂ ਵੱਡੀ ਰਿਜ਼ੈਂਟਮੈਂਟ ਸੀ, ਅਸੀਂ ਸੋਸ਼ਲ ਮੀਡੀਆ ਦੇ ਉੱਪਰ ਉੱਬਲ ਰਹੇ ਸੀ ਉਹਨਾਂ ਦੇ ਖਿਲਾਫ, ਤਾਂ ਤੁਸੀਂ ਦੇਖੋ 5-6 ਮੁੱਦੇ ਸਨ। ਉਸਲੇ ਸਭ ਤੋਂ ਵੱਡਾ ਮੁੱਦਾ ਸਾਡੇ ਕੋਲੇ ਫਿਰ ਨਸ਼ਿਆਂ ਦਾ ਸੀ ਕਿ ਨਸ਼ਿਆਂ ਦੇ ਉੱਪਰ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਜੋ ਅਕਾਲੀ ਰਾਜ ਦੇ ਵਿੱਚ ਸ਼ੁਰੂ ਹੋਏ। ਅਸੀਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ, ਰੇਤ ਮਾਫੀਏ ਦੀ ਗੱਲ ਕੀਤੀ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਦੀ ਗੱਲ ਕੀਤੀ। ਤਾਂ ਇਹ 5-6 ਮੁੱਦੇ ਸੀ। ਔਰ ਸਭ ਤੋਂ ਵੱਡੀ ਗੱਲ ਅਸੀਂ ਇਹ ਗੱਲਾਂ ਕਰਦੇ ਰਹੇ ਕਿ ਪੰਜਾਬ ਨੂੰ ਜਿਹੜਾ ਹੈਗਾ ਕਰਜ਼ੇ ਦੇ ਵਿੱਚੋਂ ਕੱਢਣਾ। ਪੰਜਾਬ ਦੇ ਵਿੱਚ ਅਸੀਂ 4 ਲੱਖ ਕਰੋੜ ਦਾ ਕਰਜ਼ਾ ਗਿਣਾਉਂਦੇ ਰਹੇ, ਸਾਰੇ ਅਸੀਂ ਇਹੀ ਰੌਲੇ ਪਾਉਂਦੇ ਰਹੇ, ਪਰ ਅਸੀਂ ਇਹੀ ਕਹਿੰਦੇ ਰਹੇ ਕਿ ਸਾਡੀ ਜਿਹੜੀ ਸਰਕਾਰ ਹੈ ਦਿੱਲੀ ਤੋਂ ਚੱਲਦੀ ਹੈ। ਅੱਜ 1 ਸਾਲ ਬਾਅਦ ਤੁਸੀਂ ਫਿਰ ਇਸ ਚੀਜ਼ ਦਾ ਐਨਾਲਿਸਿਸ ਕਰੋ ਕਿ ਸਾਡੀ ਅਚੀਵਮੈਂਟ ਕੀ ਹੈ। ਉਹ ਅਚੀਵਮੈਂਟ ਚਲੋ ਮੰਨ ਲੈਂਦੇ ਆ, ਸਰਕਾਰ ਆਈ ਨੂੰ ਸਾਲ ਹੋਇਆ, ਅਸੀਂ 5 ਸਾਲ ਤੱਕ ਕਾਲੇ ਨਹੀਂ ਪੈ ਸਕਦੇ, ਲੇਕਿਨ ਸਵਾਲ ਤਾਂ ਫਿਰ ਉੱਥੇ ਜਾ ਕੇ ਸਾਡਾ ਖੜਾ ਹੋ ਜਾਂਦਾ ਕਿ ਸਾਨੂੰ ਆ ਕੀ ਦਿਖਾਇਆ ਜਾ ਰਿਹਾ। ਅਚਾਨਕ ਕੌਣ ਹੈ ਅੰਮ੍ਰਿਤਪਾਲ ਜਿਹੜਾ ਅਚਾਨਕ ਪੰਜਾਬ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਆ ਜਾਂਦਾ ਔਰ ਸਾਰੀ ਦੀ ਸਾਰੀ ਜਵਾਨੀ ਨੂੰ ਆਪੇ ਲੀਡਰ ਬਣ ਕੇ ਅਚਾਨਕ ਅਨਾਉਂਸ ਕਰ ਦਿੰਦਾ ਕਿ ਜਿਹੜੇ ਸਿੱਖ ਨੇ ਉਹ ਦੇਸ਼ ਦੇ ਗੁਲਾਮ ਨੇ, ਲੜਨ ਲਈ ਤਿਆਰ ਹੋ ਜਾਓ, ਸਿਰ ਦੇਣ ਲਈ ਤਿਆਰ ਹੋ ਜਾਓ। ਔਰ ਤੁਸੀਂ ਦੇਖੋ ਧਾਲੀਵਾਲ ਸਾਹਿਬ, ਉਹਦੀ ਕਿੱਡੀ ਵੱਡੀ ਹਾਈਪ ਕ੍ਰੀਏਟ ਕੀਤੀ ਜਾਂਦੀ ਹੈ, ਨੈਸ਼ਨਲ ਮੀਡੀਆ ਉਸ ਨੂੰ ਬੁਲਾ ਕੇ ਇੰਟਰਵਿਊਜ਼ ਕਰਦਾ ਹੈ।
ਉਹ ਦੇਸ਼ ਦੇ ਖਿਲਾਫ ਬਿਆਨ ਦਿੰਦਾ ਹੈ, ਉਹ ਇੱਕ ਥਾਣੇ ਤੇ ਹਮਲਾ ਕਰਦਾ ਹੈ ਔਰ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਦੇਸ਼ ਦੇ ਵਿੱਚ। ਤਾਂ ਤੁਸੀਂ ਇੱਕ ਚੀਜ਼ ਮੰਨ ਕੇ ਚੱਲੋ ਕਿ ਸਾਨੂੰ ਇਹ ਚੀਜ਼ਾਂ ਦਿਖਾਈਆਂ ਜਾ ਰਹੀਆਂ ਨੇ, ਇਹ ਹੈ ਨਹੀਂ ਹੈ। ਇਹਦਾ ਮਤਲਬ ਇਹੀ ਹੈ ਕਿ ਸਾਨੂੰ ਕਿਸੇ ਖਾਸ ਚੀਜ਼ ਤੋਂ ਭਟਕਾਇਆ ਜਾ ਰਿਹਾ, ਸਾਨੂੰ ਰੋਕਿਆ ਜਾ ਰਿਹਾ, ਕੋਈ ਚੀਜ਼ ਹੈ ਜਿਹੜੀ ਕਿ ਅੰਮ੍ਰਿਤਪਾਲ ਦੇ ਪਿੱਛੇ ਛੁਪਾਈ ਜਾ ਰਹੀ ਹੈ। ਹੁਣ ਸਭ ਤੋਂ ਵੱਡਾ ਮੈਨੂੰ ਜਿਹੜੀ ਚੀਜ਼ ਦਾ ਖਦਸ਼ਾ ਹੈ ਜੀ, ਉਹ ਇਹ ਹੈ ਕਿ ਪੰਜਾਬ ਦੇ ਵਿੱਚੋਂ ਇੱਕ ਵਾਰੀ ਫੇਰ ਡਾਇਲੌਗ ਦੀ ਪਰੰਪਰਾ ਜਿਹੜੀ ਹੈ ਉਹ ਇੱਕਦਮ ਖਤਮ ਕੀਤੀ ਜਾ ਰਹੀ ਹੈ। ਐਗਜ਼ੈਕਟਲੀ ਸਾਡੀ ਪਿਛਲੇ 20-15 ਸਾਲਾਂ ਤੋਂ ਘੱਟੋ ਘੱਟ ਇੱਕ ਸਿਆਸੀ ਭਾਗੀਦਾਰੀ ਤਾਂ ਹੈ, ਅਸੀਂ ਕਹਿ ਸਕਦੇ ਹਾਂ ਕਿ ਉਹ ਅਕਾਲੀਆਂ ਦੇ ਰੂਪ ਵਿੱਚ ਸਹੀ ਨਹੀਂ ਰਹੀ, ਕਾਂਗਰਸ ਦੇ ਰਾਜ ਵਿੱਚ ਸਹੀ ਨਹੀਂ ਰਹੀ, ਲੇਕਿਨ ਫਿਰ ਅਸੀਂ ਉਸ ਡਾਇਲੌਗ ਦਾ ਹਿੱਸਾ ਜਿਹੜਾ ਕਿ ਨੈਸ਼ਨਲ ਲੈਵਲ ਤੇ ਚੱਲਦਾ ਡਿਬੇਟ, ਉਸੇ ਹਿੱਸੇ ਦੇ ਕਰਕੇ ਅਸੀਂ ਕਿਸਾਨ ਅੰਦੋਲਨ ਦੇ ਰੂਪ 'ਚ ਕਿੰਨੀ ਵੱਡੀ ਜਿੱਤ ਹਾਸਲ ਕਰਕੇ ਆਏ। ਲੇਕਿਨ ਪ੍ਰੋਬਲਮ ਤਾਂ ਇਹ ਹੈ ਧਾਲੀਵਾਲ ਸਾਹਿਬ ਕਿ ਹੁਣ ਸਾਨੂੰ ਫਿਰ ਇੱਕ ਵਾਰੀ ਹਥਿਆਰਾਂ ਦਾ ਰਾਹ ਦਿਖਾਇਆ ਜਾ ਰਿਹਾ। ਸਾਡੀ ਜਵਾਨੀ ਦਾ ਸਾਨੂੰ ਫਿਕਰ ਹੈ, ਸਾਡੇ ਕੋਲ ਬੱਚੇ ਹੈ ਕਿਤੇ, ਪ੍ਰਵਾਸ ਸਾਡਾ ਸਭ ਤੋਂ ਵੱਡਾ ਇੱਕ ਉਲਝਣ ਬਣੀ ਹੋਈ ਹੈ। ਸਾਡੇ ਕਿੰਨੇ ਬੱਚੇ, ਲੱਖਾਂ ਦੀ ਤਾਦਾਦ ਵਿੱਚ ਸਾਡੇ ਬੱਚੇ ਬਾਹਰਲੇ ਦੇਸ਼ਾਂ 'ਚ ਰੁਲ ਰਹੇ ਨੇ। ਅਸੀਂ ਕਹਿ ਦਿੰਦੇ ਹਾਂ ਬੇਸ਼ਰਮ ਹੋ ਕੇ ਕਿ ਠੀਕ ਹੈ ਜੋ ਵੈਲ ਸੈਟਲਡ ਨੇ, ਸਿਸਟਮ ਬਹੁਤ ਵਧੀਆ ਹੈ, ਮੇਰੇ 2 ਬੱਚੇ ਬਾਹਰ ਨੇ, ਮੈਂ ਜਾਣਦਾ ਕਿ ਉਹਨਾਂ ਤੋਂ ਬਿਨਾਂ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ। ਤਾਂ ਹੁਣ ਸਾਡੀ ਜਵਾਨੀ ਨੂੰ ਇੱਕ ਵਾਰੀ ਫੇਰ ਕਿਹਾ ਜਾ ਰਿਹਾ ਹਥਿਆਰ ਚੱਕ ਲਓ, ਹਕੂਮਤ ਦੇ ਗੁਲਾਮ ਆ। ਕਿਹੜੀ ਹਕੂਮਤ ਦੇ ਅਸੀਂ ਗੁਲਾਮ ਆ? ਔਰ ਤੁਸੀਂ ਲੜ ਕਿੱਥੇ ਰਹੇ ਹੋ ਉਸ ਹਕੂਮਤ ਦੇ ਖਿਲਾਫ? ਉਸੇ ਹਕੂਮਤ ਦੀ ਤਾਕਤ ਦੇ ਨਾਲ ਤੁਹਾਨੂੰ ਲਾਇਸੈਂਸ ਮਿਲੇ ਹੋਏ ਆ, ਤੁਹਾਡੇ ਕੋਲ ਏਡੀ ਸ਼ਾਨਦਾਰ ਗੱਡੀ ਹੈ, ਤੁਸੀਂ ਜੋ ਮਰਜ਼ੀ ਬੋਲ ਸਕਦੇ ਹੋ। ਇਹ ਤਾਂ ਬਹੁਤ ਅਜੀਬ ਕਿਸਮ ਦੀ ਗੱਲ ਹੈ। ਸਾਨੂੰ ਕਿਹਾ ਜਾ ਰਿਹਾ ਲੜ ਲਓ, ਤੁਸੀਂ ਆਪ ਉਸੇ ਹਕੂਮਤ ਦਾ ਹਿੱਸਾ ਹੋ ਕੇ ਸਾਨੂੰ ਲੜਨ ਲਈ ਕਹਿ ਰਹੇ ਹੋ। ਕਾਹਦੇ ਲਈ? ਸਾਡੀ ਕੋਲੇ ਜਵਾਨੀ ਬਚੀ ਕਿੱਥੇ ਕਿ ਅਸੀਂ ਲੜ ਲਈਏ? ਸੋ ਮੈਨੂੰ ਇਹ ਲੱਗਦਾ ਕਿ ਇਹ ਇੱਕ ਪੂਰੀ ਸਾਜ਼ਿਸ਼ ਦੁਆਰਾ ਕ੍ਰੀਏਟ ਕੀਤੀ ਜਾ ਰਹੀ ਹੈ ਪੰਜਾਬ ਦੇ ਖਿਲਾਫ। ਕਿਹੜੀ ਸਰਕਾਰ ਸ਼ਾਮਿਲ ਹੈ ਮੈਂ ਹਾਲ ਦੀ ਘੜੀਏ ਨਹੀਂ ਕਹਿ ਸਕਦਾ, ਮੇਬੀ ਪਿਆਰੇ ਲਾਲ ਜੀ ਵਧੀਆ ਤਰੀਕੇ ਨਾਲ ਗੱਲ ਕਰਨ, ਪਰ ਇੱਕ ਗੱਲ ਬਿਲਕੁਲ ਮੰਨ ਲਓ ਕਿ ਪੰਜਾਬ ਦੇ ਖਿਲਾਫ ਇੱਕ ਸਾਜ਼ਿਸ਼ ਹੋ ਰਹੀ ਹੈ ਔਰ ਇਸ ਨੂੰ ਬਹੁਤ ਭੱਦੇ ਤਰੀਕੇ ਨਾਲ ਦੱਬਿਆ ਜਾ ਰਿਹਾ। ਮੈਡਮ ਨਿਮਰਤ ਹੋਰਾਂ ਨੇ ਜਿਵੇਂ ਕਿਹਾ ਕਿ ਗਾਲਾਂ ਪੈਣਗੀਆਂ, ਸੱਚੀ ਗੱਲ ਹੈ ਕਿ ਸਾਡੇ ਵਰਗੇ ਸੋਸ਼ਲ ਮੀਡੀਆ ਉੱਪਰ ਬੋਲਣ ਵਾਲੇ ਲੋਕਾਂ ਨਾਲ ਦਿਨ ਰਾਤ ਉਹ ਇਹੀ ਕਰਦੇ ਨੇ, ਲੇਕਿਨ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਹੁਣ ਉਹ ਆਖਰੀ ਵਾਰ ਸਾਨੂੰ ਗਾਲਾਂ ਕੱਢ ਰਹੇ ਨੇ। ਉਹ ਹਾਰ ਚੁੱਕੇ ਨੇ, ਉਹ ਹੰਬ ਚੁੱਕੇ ਨੇ, ਉਹ ਮੰਨ ਚੁੱਕੇ ਨੇ ਕਿ ਸਾਡਾ ਕੁਝ ਨਹੀਂ ਬਣਦਾ। ਤੁਸੀਂ ਦੇਖ ਸਕਦੇ ਹੋ ਜਦੋਂ ਉਹ ਪਰਸੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲੈ ਕੇ ਥਾਣੇ ਤੇ ਹਮਲਾ ਹੋਇਆ, ਪੂਰਾ ਪੰਜਾਬ ਉਬਲਿਆ। ਮੈਂ ਕੱਲਾ ਨਹੀਂ ਬੋਲਿਆ, ਮੈਡਮ ਨਿਮਰਤ ਕੱਲੇ ਨਹੀਂ ਬੋਲੇ, ਕੋਈ ਮਾਲੀ ਸਾਹਿਬ ਕੱਲੇ ਨਹੀਂ ਬੋਲੇ, ਪੂਰਾ ਪੰਜਾਬ ਉਬਲ ਕੇ ਪਿਆ। ਉਹਨਾਂ ਨੂੰ ਵੀ ਅਹਿਸਾਸ ਹੋ ਚੁੱਕਿਆ ਕਿ ਹੁਣ ਇਹ ਖੇਡ ਜਿਹੜੀ ਹੈ ਬਹੁਤੀ ਦੇਰ ਨਹੀਂ ਚੱਲਣੀ। ਸਾਨੂੰ ਪੰਜਾਬ ਦੀ ਫਿਕਰਮੰਦੀ ਹੋਣੀ ਚਾਹੀਦੀ ਹੈ। ਲਾਸਟ ਵਿੱਚ ਛੋਟੀ ਗੱਲ ਕਰਨੀ ਚਾਹੂੰਗਾ ਜੀ। ਇਹ ਗੱਲ ਤਾਂ ਸਪਸ਼ਟ ਹੀ ਨਹੀਂ ਕੀਤੀ ਜਾਂਦੀ ਕਿ ਇਹ ਵਾਰਿਸ ਪੰਜਾਬ ਦੇ ਲੋਕ ਨੇ। ਇਹ ਵਾਰਿਸ ਪੰਜਾਬ ਦੇ ਕਿਵੇਂ ਹੋ ਗਏ? ਇਹ ਤਾਂ ਵਾਰਿਸ ਸਿੱਖਾਂ ਦੇ ਕਹਿਣੇ ਚਾਹੀਦੇ ਆ। ਇਹ ਤਾਂ ਪੰਜਾਬ ਦੀ ਗੱਲ ਹੀ ਨਹੀਂ ਕਰਦੇ, ਪੰਜਾਬ ਦੇ ਮੁੱਦਿਆਂ ਦੀ ਤਾਂ ਕਦੇ ਗੱਲ ਹੀ ਨਹੀਂ ਕਰਦੇ। ਉਹ ਜਦੋਂ ਗੱਲ ਕਰਦੇ ਨੇ ਸਿੱਖ ਹਕੂਮਤ ਦੇ ਗੁਲਾਮ ਹੈ, ਵਾਰਿਸ ਉਹ ਪੰਜਾਬ ਦੇ ਆ। ਲੜਾਈ ਕਰਦੇ ਕਾਹਦੇ? ਸਿੱਖ ਹਕੂਮਤ ਦੇ ਗੁਲਾਮ ਹੈ। ਸਾਡੇ ਪੰਜਾਬ ਦੀਆਂ ਸਮੱਸਿਆਵਾਂ ਹੋਰ ਨੇ, ਸਿੱਖਾਂ ਦੀਆਂ ਸਮੱਸਿਆਵਾਂ ਹੋਰ ਨੇ। ਆਫ ਕੋਰਸ ਸਿੱਖਾਂ ਦੀਆਂ ਸਮੱਸਿਆਵਾਂ ਵੱਡੀਆਂ ਨੇ, ਸਾਨੂੰ ਐਡਰੈਸ ਕਰਨਾ ਚਾਹੀਦਾ ਉਹਨਾਂ ਨੂੰ, ਪਰ ਉਹਨਾਂ ਦੇ ਲੱਛਣ ਨਹੀਂ ਹੈਗੇ। ਉਹ ਤਾਂ ਇੱਕ ਵਾਰੀ ਫਿਰ ਸਿੱਖਾਂ ਨੂੰ ਲੜਾਈ ਦੇ ਮੂੰਹ ਵਿੱਚ ਧੱਕ ਰਹੇ ਆ। ਇਹ ਇੱਕ ਸਾਜ਼ਿਸ਼, ਇਹ ਖਤਰਨਾਕ ਸਾਜ਼ਿਸ਼ ਹੈ। ਕੌਣ ਹੈ ਇਹਦੇ ਪਿੱਛੇ ਮੈਂ ਨਹੀਂ ਹਾਲੇ ਕਹਿ ਸਕਦਾ। ਬਿਲਕੁਲ। ਔਰ ਮੈਂ ਇੱਥੇ ਇਸ ਗੱਲ ਤੋਂ ਕਹਿਣ ਤੋਂ ਗੁਰੇਜ਼ ਵੀ ਨਹੀਂ ਕਰੂੰਗਾ, ਜਿਵੇਂ ਤੁਸੀਂ ਕਿਹਾ ਕਿ ਬੰਦਾ ਬੱਚਿਆਂ ਤੋਂ ਬਿਨਾਂ ਕਿਵੇਂ ਮਹਿਸੂਸ ਕਰਦਾ ਹੈ। ਮੈਂ ਆਪਣੇ ਦਰਸ਼ਕਾਂ ਨੂੰ ਦੱਸੂਗਾ ਕਿ ਪਾਲੀ ਭੁਪਿੰਦਰ ਜੀ ਸਾਡੇ ਨਾਲ ਚਰਚਾ ਦੇ ਵਿੱਚ, ਜੇ ਉਹ ਚਾਹੁੰਦੇ ਆ ਉਹ ਤਾਂ ਰਹਿ ਸਕਦੇ ਆ, ਪਰ ਉਹਨਾਂ ਦੇ ਰੁਝੇਵੇਂ ਬਹੁਤ ਹੈ ਕਿਉਂਕਿ 6 ਸਾਲਾਂ ਬਾਅਦ ਬੱਚਿਆਂ ਨੂੰ ਮਿਲੇ ਨੇ। ਇੱਕ ਕਿਸੇ ਸਰਕਾਰ ਦੀ ਧੱਕੇਸ਼ਾਹੀ ਦੇ ਕਰਕੇ ਬੱਚਿਆਂ ਤੋਂ 6 ਸਾਲ ਵੱਖਰਾ ਰਹਿਣਾ ਪਿਆ, ਹੁਣ ਵਾਪਸ ਆਏ ਆ ਔਰ ਬੇਸਮੈਂਟ ਦੇ ਵਿੱਚ ਗੱਡੀ ਦੇ ਵਿੱਚ ਬਹਿ ਕੇ ਉਹ ਸਾਡੇ ਨਾਲ ਇਸ ਚਰਚਾ ਦੇ ਵਿੱਚ ਜੁੜੇ ਆ। ਜੇ ਤਾਂ ਤੁਸੀਂ ਰਹਿ ਸਕਦੇ ਹੋ ਪਾਲੀ ਭਾਜੀ ਤਾਂ ਫਿਰ ਤਾਂ ਸਾਡੇ ਲਈ ਤਾਂ ਬਹੁਤ ਮੁੱਲਵਾਨ ਹੈ, ਕੀਮਤੀ ਹੈ। ਅਸੀਂ ਤੁਹਾਡੇ ਮਸ਼ਕੂਰ ਹੋਵਾਂਗੇ, ऋणी ਹੋਵਾਂਗੇ, ਪਰ ਮੈਂ ਸਮਝਦਾ ਕਿ ਸਮਾਂ ਕੀਮਤੀ ਹੈ ਤਾਂ ਤੁਸੀਂ ਆਪਣਾ ਉਹ ਸਮਾਂ ਵੀ ਦੇ ਸਕਦੇ ਹੋ, ਬੱਚਿਆਂ ਨੂੰ ਬੜਾ ਜ਼ਰੂਰੀ ਹੈ। ਮੈਂ ਮਾਫੀ ਚਾਹੂੰਗਾ ਕਿ ਮੈਂ ਜ਼ਰੂਰ ਤੁਹਾਡੇ ਨਾਲ ਵਕਤ ਗੁਜ਼ਾਰਦਾ। ਮੈਂ ਪਿਆਰੇ ਲਾਲ ਗਰਗ ਜੀ ਦਾ ਬਹੁਤ ਵੱਡਾ ਫੈਨ ਆ ਔਰ ਸੁਮੇਲ ਸਿੰਘ ਸਿੱਧੂ ਜੀ ਨੇ ਪਹਿਲੀ ਵਾਰੀ ਰੂਬਰੂ ਸੁਣਨ ਦਾ ਮੌਕਾ ਮਿਲਣਾ ਸੀਗਾ, ਪਰ ਮੈਂ ਨਾ ਆਪਣੀ ਬੇਟੀ ਨੂੰ ਬਸ ਡਿਚ ਨਹੀਂ ਕਰ ਸਕਦਾ। ਉਹ ਮੇਰੀ ਵੇਟ ਕਰ ਰਹੀ ਹੈ, ਉਹਦੇ ਵਿੱਚ ਦੀ 3 ਮੈਸੇਜ ਆ ਚੁੱਕੇ ਆ। ਅੱਜ ਲਈ ਮੇਰੀ ਮੁਆਫੀ। ਮੈਂ ਫਿਰ ਕਦੇ ਜਦੋਂ ਵੀ ਸੱਦੋਗੇ ਮੈਂ ਹਾਜ਼ਰ ਹੋਊਂਗਾ ਔਰ ਮੈਂ ਬਕਾਇਦਾ ਮੈਡਮ ਨਿਮਰਤ ਤੁਹਾਡੇ ਨਾਲ ਅੱਧੀਆਂ ਗਾਲਾਂ ਵੰਡਾਊਂਗਾ, ਕੋਈ ਟੈਨਸ਼ਨ ਨਹੀਂ ਲਓ। ਥੈਂਕ ਯੂ ਵੈਰੀ ਮਚ। ਠੀਕ ਹੈ, ਸ਼ੁਕਰੀਆ ਜੀ, ਧੰਨਵਾਦ। ਓਕੇ ਪਿਆਰੇ ਲਾਲ ਜੀ, ਸਿੱਧੂ ਸਾਹਿਬ ਸਤਿ ਸ੍ਰੀ ਅਕਾਲ। ਇੱਕ ਵਾਰੀ ਬਿਲਕੁਲ। ਇਸ ਤੋਂ ਪਹਿਲਾਂ ਕਿ ਮੈਂ ਸਿੱਧੂ ਸਾਹਿਬ ਕੋਲ ਜਾਵਾਂ, ਕਿਉਂਕਿ ਜਿੱਥੋਂ ਪਾਲੀ ਭਾਜੀ ਗੱਲ ਛੱਡ ਕੇ ਗਏ ਆ, ਇਤਿਹਾਸ ਦੇ ਹਵਾਲੇ ਤੋਂ ਗੱਲ ਕਰਨੀ ਜ਼ਰੂਰੀ ਹੈ, ਪਰ ਉਸ ਤੋਂ ਪਹਿਲਾਂ ਮੈਂ ਗਰਗ ਸਾਹਿਬ ਤੋਂ ਇਹ ਗੱਲ ਜ਼ਰੂਰ ਜਾਣਨਾ ਚਾਹਾਂ। ਗਰਗ ਸਾਹਿਬ, ਪੰਜਾਬ ਦੀ ਜਿਹੜੀਆਂ ਅਸਲ ਸਮੱਸਿਆਵਾਂ ਨੇ ਉਹ ਕਿਹੜੀਆਂ ਨੇ ਤੇ ਜ਼ਿਆਦਾ ਵੱਡੀ ਕਿਹੜੀ ਹੈ? ਸਮਾਜਿਕ, ਆਰਥਿਕ, ਧਾਰਮਿਕ ਜਾਂ ਫਿਰ ਰਾਜਨੀਤਿਕ? ਸਾਰੀਆਂ ਹੀ ਸਮੱਸਿਆਵਾਂ ਨੇ, ਸਮਾਜਿਕ ਵੀ ਨੇ, ਆਰਥਿਕ ਵੀ ਨੇ, ਸਿਆਸੀ ਵੀ ਨੇ, ਤੇ ਸੱਭਿਆਚਾਰਕ ਵੀ ਨੇ ਜਾਂ ਧਾਰਮਿਕ।
ਜੀ ਪਰ ਸਵਾਲ ਸਾਡਾ ਇਹ ਹੈ ਕਿ ਨਾ ਜਿੱਥੋਂ ਗੱਲ ਸ਼ੁਰੂ ਹੋਈ ਸੀ ਮੈਂ ਇੱਕ ਲਾਈਨ ਕਹਾਂਗੀ ਵੀ ਹਾਂਜੀ। ਸਾਨੂੰ ਲੱਗਦਾ ਹੈ ਕਿ ਵੀ ਕੀ ਹੋ ਗਿਆ। ਇੱਕ ਵਰਤਾਂਤ ਜਿਹੜਾ ਆਲੀ ਭੁਪਿੰਦਰ ਜੀ ਬੜਾ ਸੋਹਣਾ ਹਿੰਟ ਦੇ ਗਏ ਨੇ, ਮੈਡਮ ਨੇ ਵੀ ਬੜਾ ਸੋਹਣਾ ਹਿੰਟ ਦਿੱਤਾ ਹੈ, ਪਰ ਮੈਂ ਥੋੜਾ ਜਿਹਾ ਹੋਰ ਇਹਨੂੰ ਅੱਗੇ ਵਧਾਉਣ ਦਾ ਫਰਕ ਹੈ ਨਾ। ਬਈ ਅਜਨਾਲੇ ਦੀ ਘਟਨਾ ਤੋਂ ਪਹਿਲਾਂ ਪੰਜਾਬ ਦੇ ਅਜਨਾਲੇ ਦੀ ਘਟਨਾ ਨੇ ਜ਼ਿਆਦਾ ਖਲਾਰ ਮਤਲਬ ਆਇਆ, ਉਦੋਂ ਪਹਿਲਾਂ ਵੀ ਪਿਆ ਹੋਇਆ ਸੀ ਪਰ ਉਹਨੂੰ ਹੋਰ ਵਧਾਤਾ। ਅਜਨਾਲੇ ਦੀ ਘਟਨਾ ਤੋਂ ਪਹਿਲਾਂ ਪੂਰੇ ਰਾਸ਼ਟਰੀ ਚ ਛਾਇਆ ਹੋਇਆ ਸੀ ਅਡਾਨੀ ਦੇ ਸ਼ੇਅਰ ਕਿੰਨੇ ਥੱਲੇ ਚਲੇ ਗਏ, ਕਿੰਨਾ ਉਹਦਾ ਨੁਕਸਾਨ ਹੋ ਗਿਆ, ਕਿੰਨੇ ਕਿੱਥੋਂ ਹੋਰ ਠੱਗੀ ਫੜੀ ਗਈ। ਦੂਜਾ BBC ਦੀਆਂ ਡਾਕੂਮੈਂਟਰੀ ਦੇ ਉੱਤੇ ਉਹਨਾਂ ਦੀ ਪਾਰਲੀਮੈਂਟ ਕੀ ਹੋ ਰਿਹਾ ਹੈ, ਇੱਥੇ ਇਨਕਮ ਟੈਕਸ ਦੇ ਛਾਪੇ ਕੀ, ਸਾਰਾ ਮੀਡੀਆ ਇਸ 'ਚ ਭਰਿਆ ਹੁੰਦਾ ਸੀ। ਇੱਕ ਛੋਟੀ ਜਿਹੀ ਘਟਨਾ ਇਹਨੂੰ ਵੱਡੀ ਬਣਾ ਕੇ ਪੇਸ਼ ਕਰਿਆ ਜਾ ਰਿਹਾ ਹੈ, ਉਸ ਘਟਨਾ ਨੇ ਪੂਰਾ ਵਰਤਾਂਤ ਬਦਲਤਾ। ਪਰ ਇਹ ਵਰਤਾਂਤ ਬਦਲਣਾ ਕਿਹਦੇ ਹਿੱਤ ਸੀ ਇਹ ਅਸੀਂ ਆਪੇ ਅੰਦਾਜ਼ਾ ਲਾ ਸਕਦੇ ਹਾਂ। ਇੱਕ ਤਾਂ ਪਹਿਲਾਂ ਇਹਨੂੰ ਜੀ। ਹੁਣ ਦੂਜਾ ਜਦ ਅਸੀਂ ਕਹਿਣਾ ਜੇ ਅਸੀਂ ਦੇਖਾਂਗੇ ਵੀ ਇੱਥੇ ਦੀ ਧਾਰਮਿਕ ਸਮੱਸਿਆ ਇਹ ਧਾਰਮਿਕ ਘੱਟ ਗਿਣਤੀ ਹੈਗੇ ਆ ਸਾਡੀ, ਤਾਂ ਬਲਕਿ ਦੂਜਾ ਨੂੰ ਵੀ ਇੱਕ ਹੋਰ ਫਰਕ ਹੈ ਕਿ ਅਸੀਂ ਭਾਸ਼ਾਈ ਘੱਟ ਗਿਣਤੀ ਵੀ ਹੈਗੇ ਆ। ਸਾਡੀ ਆਰਥਿਕ ਸਮੱਸਿਆ ਹੈਗੀ, ਸਾਡਾ ਕਿਸਾਨ ਲੋਕ ਸੁਈਸਾਈਡ ਕਰਦਾ ਹੈ, ਬੇਰੁਜ਼ਗਾਰੀ ਦਾ ਹਾਲ, ਹਾਲਾਂਕਿ ਹਰਿਆਣੇ ਦੇ ਮੁਕਾਬਲੇ ਸਾਡੇ ਤਾਂ ਸਾਰੀ 7.5% ਹੈ, ਇਹ ਹਰਿਆਣੇ ਚ 39% ਹੈ। ਔਰ ਮੈਂ ਯੂਥ ਦਾ ਕੈਲਕੂਲੇਟ ਵੀ ਕਰਕੇ ਦੇਖਿਆ ਹੈ ਇਸ ਤੋਂ ਪਹਿਲਾਂ ਇਹ ਫਿਗਰ ਨੇ, ਮਤਲਬ ਜਿਹੜੀ ਮੈਂ ਕੈਲਕੂਲੇਸ਼ਨ ਕਰਦਾ ਸੀ ਉਹਨੂੰ ਜਸਟੀਫਾਈ ਕਰਿਆ ਵੀ 20 ਲੱਖ ਨੌਜਵਾਨ 16 ਤੋਂ ਲੈ ਕੇ 17 ਤੋਂ 35 ਸਾਲ ਤੱਕ ਦੀ ਉਮਰ ਤੱਕ ਬੇਰੁਜ਼ਗਾਰ ਹੈ ਪੰਜਾਬ ਚ। ਬਿਲਕੁਲ। तो 20 ਲੱਖ ਦਾ ਹਿਸਾਬ ਹੈ 7.3% ਉਹਦੀ 7% ਹੀ ਬਣਦਾ ਹੈ। ਹਾਂਜੀ ਬਿਲਕੁਲ। ਇਹ ਫਿਗਰ ਹੈ ਕੰਕਰੀਟ ਫਿਗਰ ਚੋਂ ਕਿ ਕਿੰਨੀ ਆਬਾਦੀ ਹੈ, ਕਿੰਨੀ ਇਸ ਏਜ ਗਰੁੱਪ ਦੀ ਹੈ, ਕਿੰਨਾ ਉਹਦੇ ਚੋਂ ਪੜ੍ਹਦਾ ਹੈ, ਕਿੰਨਾ ਉਹਦੇ ਚੋਂ ਸੈਲਫ ਇੰਪਲਾਇਡ ਹੈ, ਕਿੰਨਾ ਖੇਤੀ ਚ ਗਿਆ ਹੋਇਆ ਹੈ, ਕਿੰਨਾ ਸਰਕਾਰੀ ਨੌਕਰੀ ਚ ਹੈ, ਕਿੰਨਾ ਬਾਕੀ ਹੈ। ਇਹ ਜਿਹੜੇ ਅੰਕੜੇ ਨੇ ਦੱਸਦੇ ਉਸ ਅਸੀਂ ਵੇਚ ਕਰਦੇ ਵੀ ਸਾਹਮਣਾ ਕਰ। ਜੇ ਅਸੀਂ ਕਰਜ਼ੇ ਦੇ ਤੌਰ ਤੇ ਆਰਥਿਕ ਤੌਰ ਤੇ ਦੇਖੀਏ ਤੇ ਆਰਥਿਕ ਤੌਰ ਦੇ ਉੱਤੇ ਅਸੀਂ ਕਰਜ਼ੇ ਦਾ ਸਰਕਾਰ ਦੇ ਤੌਰ ਤੇ ਵੀ ਸਾਹਮਣਾ ਕਰ ਰਹੇ ਹਾਂ ਕਿ ਅਸੀਂ ਜੇ ਦੇਖੀਏ ਤਾਂ ਕਿਸਾਨ ਜੋ ਵੀ ਹੈ ਮਜ਼ਦੂਰ ਪੂਰੀ ਕਰਜ਼ੇ ਦਾ ਸਾਹਮਣਾ ਉਹਦੇ ਸੁਸਾਈਡ ਹੋ ਰਿਹਾ। ਜੇ ਅਸੀਂ ਇਸ ਨੂੰ ਸਿਆਸੀ ਤੌਰ ਤੇ ਦੇਖੀਏ ਤਾਂ ਸਿਆਸੀ ਸਾਡੇ ਇੰਨਾ ਖੜਾ ਪੈਦਾ ਹੋ ਗਿਆ, ਹਾਲਾਂਕਿ ਬਾਕੀਆਂ ਚ ਵੀ ਹੈ ਪਰ ਬਾਕੀਆਂ ਚ ਮੈਨੂੰ ਲੱਗਦਾ ਵੀ ਉਹਨਾਂ ਜ਼ਿਆਦਾ ਨਹੀਂ ਹਾਲਤ ਮਾੜੀ ਜਿੰਨੀ ਸਾਡੇ ਹੈ। ਮੈਂ ਬੋਲਦੇ ਸੁਣਦਾ, ਉਹਨਾਂ ਦੇ ਐਮਪੀਆਂ ਨੂੰ ਬੋਲਦੇ ਸੁਣਦਾ, ਬਿਹਾਰ ਵਰਗੀ ਸਟੇਟ ਦੇ ਐਮਪੀ, ਬੰਗਾਲ ਨੂੰ ਤਾਂ ਆਪਾਂ ਕਹਿ ਦਾਂਗੇ ਬਹੁਤ ਤਿੱਖੇ ਨੇ ਜੀ, ਕਮਲ ਵਾਲਿਆਂ ਨੂੰ ਕਹਿ ਦਾਂਗੇ, ਬਿਹਾਰ ਵਰਗੀ ਸਟੇਟ ਦੇ ਐਮਪੀ ਜਦ ਬੋਲਦੇ ਨੇ ਉਹਨੂੰ ਪਤਾ ਲੱਗਦਾ ਵੀ ਹਾਂ ਕਿਹੜੇ ਭਾਵ ਦਿਖਦੇ। ਤਾਂ ਇਹ ਜਿਹੜਾ ਸਾਡਾ ਇੱਕ ਬੌਧਿਕ ਸੰਗਾਲੀ ਹੋ ਗਈ ਸਿਆਸੀ ਪਾਰਟੀਆਂ ਦੀ, ਉਹ ਹੈ ਅੱਜ ਇੱਕ ਛੋਟੀ ਜਿਹੀ ਉਦਾਹਰਨ ਦੇਊਂਗਾ ਜਿੱਥੋਂ ਮੈਂ ਚੱਲਦਾ ਜੀ। ਅਕਾਲੀ ਦਲ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਵੀ ਉਹਦੀ ਜਿਹੜੀ ਹੈਗੀ ਆ, ਕਿਉਂਕਿ ਇੱਕ ਪਾਸੇ ਉਹਨਾਂ ਨੇ ਅਨੰਦਪੁਰ ਦਾ ਮਤਾ ਲੈ ਕੇ ਔਰ ਜੋ ਠੀਕ ਸੀ ਉਹ ਇੰਨਾ ਕਹਾਣ ਕਰਾਤਾ ਕਿ ਆਪ ਬਾਹਰ ਬੈਠ ਕੇ ਦੋਨੇ ਚਾਚੇ ਤਾਏ ਮੁੰਡੇ ਬਾਹਰ ਪੜ੍ਹਦੇ ਰਹੇ ਤੇ ਲੋਕਾਂ ਨੂੰ ਇਹ ਮਰਜ਼ੀ ਦੇ ਬਣਾਉਂਦੇ ਰਹੇ ਤੇ ਅੱਜ ਮੁੜ ਕੇ ਉਹਨੂੰ ਛੱਡਦਾ। ਸਿਆਸੀ ਖਲਾ ਇੱਥੇ ਰੀਜਨਲ ਪਾਰਟੀ ਤੋਂ ਬਿਨਾਂ ਕਿਵੇਂ ਪੂਰਾ ਹੋਊਗਾ? ਆਪਣੀ ਜੇ ਆਪਾਂ ਤਿੰਨ ਜਿਹੜੇ ਛੋਟੇ ਛੋਟੇ ਰਾਜ ਨੇ ਉਹਨਾਂ ਦੀਆਂ ਚੋਣਾਂ 'ਚ ਦੇਖੀਏ, ਉੱਥੇ ਬੀਜੇਪੀ ਨਹੀਂ ਜਿੱਤੀ, ਉੱਥੇ ਰੀਜਨਲ ਦਲ ਜਿੱਤੇ ਨੇ ਔਰ ਬੀਜੇਪੀ ਨੂੰ ਉਹਨਾਂ ਨੇ ਅੱਖਾਂ ਦਿਖਾ ਕੇ ਜਿੱਤੇ। ਉਹ ਤਾਂ ਸਾਡੇ ਨਾਲ ਪਹਿਲਾਂ ਕਹਿੰਦੇ ਸੀ ਵੀ ਤੁਹਾਡਾ ਹਿੱਸਾ ਹੀ ਨਹੀਂ ਹੈਗੀ। ਜੇ ਇਹ ਗੱਲ ਕਹਿਣੀ ਹੋਵੇ ਜਬਰ ਕਿਤੇ ਨਾ ਕਿਤੇ ਔਰ ਉਹਨਾਂ ਚੋਂ ਗਾਹਾਂ ਕਈ ਵਿੱਚੋਂ ਪਾਰਟੀਆਂ ਚੋਂ ਟੁੱਟ ਕੇ ਤਾਕਤ ਦਾ ਸਵਾਲ ਹੈ। ਸਾਰੇ ਪਾਸੇ ਤਾਕਤ ਦੀ ਗੇਮ ਹੈ। ਪਹਿਲਾਂ ਸੈਸ਼ਨਿਸਟ ਮੂਵਮੈਂਟ ਬਣਾਓ ਫਿਰ ਤਾਕਤ ਚਾਹੋ, ਇੱਥੇ ਨਹੀਂ ਹੋਇਆ ਬਿਲਕੁਲ ਕੁਝ ਵੀ ਸਾਡੇ ਨਾਲ ਉੱਥੇ ਕੀ ਹੋ ਰਿਹਾ। ਸੋ ਇਸ ਕਰਕੇ ਅੱਜ ਇਹ ਸਾਰਾ ਖੜਾ ਪੈਦਾ ਹੋ ਗਿਆ। ਉਹ ਖੜਾ 'ਚ ਇੱਕ ਵੱਡਾ ਕਾਰਨ ਜਿਹੜਾ ਹੈਗਾ ਮੈਂ ਕਹਾਂਗਾ ਜਿਹੜੀਆਂ ਰਾਜ ਕਰਦੀਆਂ ਰਹੀਆਂ ਪਾਰਟੀਆਂ ਪਿਛਲੇ 30 ਸਾਲ 15 ਸਾਲ ਇੱਕ ਤੇ 15 ਸਾਲ ਉਹਨਾਂ ਇਹ ਅਸੀਂ ਕਹਿੰਦੇ ਆ ਕਿ ਉਹ ਭੀੜ ਤੰਤਰ ਬਣ ਕੇ ਆ ਗਈ, ਕੋਈ ਕਹੇ ਉਹ ਗੁੰਮਰਾਹ ਹੋ ਕੇ ਆ ਗਈ, ਕੁਝ ਵੀ ਹੈ। ਉਹ ਯੂਥ ਜਿਹੜੀ ਆ ਉਹਨੂੰ ਅਸੀਂ ਇਤਿਹਾਸ ਤਾਂ ਪੜ੍ਹਾਈ ਨਹੀਂ, ਪਰ ਸਾਹਿਬ ਬੈਠੇ ਨੇ ਇਹ ਤਾਂ ਇਤਿਹਾਸ ਦੇ ਮਾਹਰ ਨੇ, ਪਰ ਜਿਹੜਾ ਇਤਿਹਾਸ ਪੜ੍ਹਾਇਆ ਜਾ ਸੀ ਮੈਂ ਤਾਂ ਉਹ ਦੇਖਿਆ ਮੈਂ ਮਾਹਰ ਤਾਂ ਹੈ ਨਹੀਂ ਇਹ ਦੱਸਣਗੇ, ਪਰ ਜਿਹੜਾ ਪੜ੍ਹਾਇਆ ਹੈ ਉਹਦੇ ਵਿੱਚ 27 ਸਾਲ ਲਗਾਤਾਰ ਜੀ। ਜੇ ਤੁਸੀਂ 27 ਸਾਲ ਬੱਚਿਆਂ ਨੂੰ ਇਹ ਪੜਾਉਣੇ ਹੋ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਤੋਂ ਛੁੱਟਣ ਤੋਂ ਬਾਅਦ ਜਹਾਂਗੀਰ ਦੀ ਨੌਕਰੀ ਕਰੀ ਤੇ ਉਹਨਾਂ ਚ ਇੱਕ ਸਿਪਾਹੀਆਂ ਦੀ ਛੋਟੀ ਜਿਹੀ ਟੁਕੜੀ
ਮੈਨੂੰ ਨਹੀਂ ਪਤਾ ਕਿੰਨਾ ਸੱਚ ਹੈ ਕਿੰਨਾ ਝੂਠ ਹੈ, ਪਰ ਮੈਨੂੰ ਜੱਚਦਾ ਨਹੀਂ ਜੋ ਕੁਝ ਮੈਂ ਦੇਖਿਆ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸਾਡੇ ਪਿੰਡ ਵੀ ਆ ਕੇ ਗਏ ਗੁਰਦੁਆਰਾ ਵਿੱਚ। ਮੈਨੂੰ ਇਹ ਗੱਲ ਨਹੀਂ ਜੱਚਦੀ, ਹਜਮ ਨਹੀਂ ਹੁੰਦੀ ਵੀ ਉਹਨਾਂ ਨੇ ਨੌਕਰੀ ਆ, ਉਹਨਾਂ ਨਾਲ ਸੰਧੀ ਹੋਈ ਹੋ, ਸਮਝੌਤਾ ਹੋਇਆ ਹੋ, ਆਪਸ ਵਿੱਚ ਮੇਲ ਮਿਲਾਪ ਹੋ ਗਿਆ, ਇਹ ਸਾਰੀਆਂ ਗੱਲਾਂ। ਇਸੇ ਤਰ੍ਹਾਂ ਹੀ ਸਾਰੀ ਗੁਰਬਾਣੀ ਦੀਆਂ ਤੁਕਾਂ ਬਦਲਤੀ, ਗੁਰਬਾਣੀ ਦੇ ਰਾਗਾਂ ਦੇ ਨਾਮ ਬਦਲਤੇ, ਨਾਮ ਗਲਤ ਲਿਖਤੇ, ਸ਼ਬਦ ਜੋੜਤੇ, ਤੇ ਤੁਸੀਂ ਕਿੱਥੋਂ ਗੁਰਬਾਣੀ ਨੂੰ ਹਿੰਦੂ ਸਿੱਖ ਬਦਲਦਾ। ਮੈਂ ਅੱਜ ਤੱਕ ਨਹੀਂ, ਅਸੀਂ ਕਹਿੰਦੇ ਭਗਤਾਂ ਬਾਣੀ, ਉਹਨਾਂ ਕਹਿੰਦਾ ਇੰਨੇ ਹਿੰਦੂ ਭਗਤਾਂ ਦੀ, ਇੰਨੇ ਮੁਸਲਮਾਨ ਭਗਤਾਂ ਦੀ। ਬਿਲਕੁਲ ਸਹੀ। ਮੈਂ ਨਹੀਂ ਸੁਣਿਆ ਸੀ, ਮੈਂ ਸੁਣਦਾ ਸੀ ਭਾਈ ਗੁਰਦਾਸ ਦੀਆਂ ਵਾਰਾਂ, ਉਹਨੇ ਕਹਿੰਦਾ ਭਾਈ ਗੁਰਦਾਸ ਭੱਲਾ ਦੀਆਂ ਵਾਰਾਂ, ਉਹਨੂੰ ਭੱਲਾ ਬਣਾਤਾ। ਗੁਰੂ ਅੰਗਦ ਦੇਵ ਜੀ ਨੂੰ ਤ੍ਰਿਹੀਣ ਬਣਾਤਾ। ਕਹਿੰਦੇ ਜੀ ਇਹਦੇ ਵਿੱਚ ਕੀ ਫਰਕ ਪੈਂਦਾ? ਤੋ ਇਹ ਜਿਹੜਾ ਬਾਤ ਪੈਦਾ ਕਰ ਜਾਓ ਉਸ ਇਤਿਹਾਸ ਦੇ ਰਾਹੀਂ, ਉਹਦੇ ਵਿੱਚ ਵੀਰ ਹਕੀਕਤ ਰਾਏ ਗਏ ਕਿ ਉਹ ਭਾਈ ਤਾਰੂ ਸਿੰਘ ਦੇ ਬਰਾਬਰ, ਸੁੱਖਾ ਸਿੰਘ ਮਹਿਤਾਬ ਸਿੰਘ ਦੇ ਬਰਾਬਰ ਸਿੱਖ ਜੀ ਦਾ ਕਰਾਰ ਦੇ ਕੇ ਇਤਿਹਾਸ ਚ ਪੜਾਇਆ ਜਾ ਰਿਹਾ ਹੈ, ਤੇ ਫਿਰ ਕਿਹੜਾ ਸਿੱਖਾਂਗੇ ਨਾ। ਉਹ ਵੀਰ ਹਕੀਕਤ ਨੇ ਕੀ ਕਰਿਆ ਸੀ ਆਪਾਂ ਨੂੰ ਪਤਾ ਹੀ ਹੈ। ਉਹਨੇ ਫਾਤਿਮਾ ਨੂੰ ਕੁਝ ਕਹਿਤਾ, ਉਹਨਾਂ ਨੇ ਦੇਵੀ ਨੂੰ ਕੁਝ ਕਹਿਤਾ, ਉਹਨੇ ਫਾਤਿਮਾ ਨੂੰ ਕਹਿਤਾ। ਇਹੀ ਜਿਹੀ ਲੜਾਈ ਤਾਂ ਯੂਪੀ ਚ ਰੋਜ਼ ਹੀ ਹੋ ਰਹੀ ਹੈ। ਇਹੋ ਜਿਹੀ ਲੜਾਈ ਹੀ ਅੱਜ ਪੰਜਾਬ ਚ ਸ਼ੁਰੂ ਕਰੀ ਜਾ। ਸੋ ਇਹ ਸਾਰੇ ਪਾਸੇ ਦਾ ਸੰਕਟ ਹੈ, ਬੌਧਿਕ ਸੰਕਟ ਹੈ ਇਹਦੇ ਚ ਵੱਡਾ। ਦੂਜਾ ਇਹਦੇ ਚ ਮੈਨੂੰ ਕਹਿਣ ਚ ਕੋਈ ਝਿਜਕ ਨਹੀਂ ਵੀ ਸਿਆਸੀ ਤੌਰ ਦੇ ਉੱਤੇ ਸਾਡੀਆਂ ਜਿਹੜੀਆਂ ਪਾਰਟੀਆਂ ਨੇ, ਨਾ ਉਹ ਸੰਵਿਧਾਨ ਨੂੰ ਦੇਖਦੀਆਂ ਨੇ, ਨਾ ਕਾਨੂੰਨ ਨੂੰ ਦੇਖਦੀਆਂ ਨੇ, ਨਾ ਲੋਕਾਂ ਦੇ। ਉਹ ਸਿਰਫ ਰਾਜ ਕਰਨਾ, ਪਰਿਵਾਰ ਚ ਤਾਕਤ ਨੂੰ ਰੱਖਣਾ, ਤੇ ਸਾਮ ਦਾਮ ਦੰਡ ਭੇਦ ਰਾਹੀਂ ਤਾਕਤ ਤੇ ਕਬਜ਼ਾ ਕਰਨਾ, ਵਿਰੋਧੀ ਨੂੰ ਦਬਾ ਕੇ ਰੱਖਣਾ, ਜਾਂ ਫਿਰ ਇੱਕ ਦੂਜੇ ਦੀ ਪੱਗ ਲਾਉਣੀ, ਰੌਲਾ ਪਾਉਣਾ। ਇਸ ਤੋਂ ਅੱਗੇ ਟੱਪਦੀਆਂ ਨਹੀਂ। ਅੱਜ ਵੀ ਜੋ ਵਿਧਾਨ ਸਭਾ ਚ ਹੋਇਆ ਜੀ। ਮੈਂ ਸਿੱਧੂ ਸਾਹਿਬ ਨੂੰ ਜੋੜੂੰਗਾ। ਸਿੱਧੂ ਸਾਹਿਬ, ਮੈਂ 2-3 ਇਕੱਠੇ ਸਵਾਲ ਲਵਾਂਗਾ ਕਿਉਂਕਿ ਮੈਂ ਅਕਸਰ ਤੁਹਾਨੂੰ ਤਕਰੀਰ ਕਰਦਿਆਂ ਸੁਣਿਆ ਔਰ ਫਿਰ ਜੀ ਨਹੀਂ ਕਰਦਾ ਕੜੀ ਤੋੜਨ ਨੂੰ, ਔਰ ਚਰਚਾ ਵੀ ਆਪਣੀ ਮੁਸਲਸਲ ਜਾਰੀ ਹੈ। ਇਹਨਾਂ ਸਾਰੀਆਂ ਟਿੱਪਣੀਆਂ ਦੇ ਉੱਤੇ ਤੁਹਾਡੇ ਰੱਦੇ ਅਮਲ ਤਾਂ ਚਾਹੁੰਦਾ ਹੀ ਹਾਂ, ਪਰ ਜਿਹੜੇ 2 ਸਵਾਲ ਹੈ, ਕੀ ਖਾਲਿਸਤਾਨ ਦਾ ਮੁੱਦਾ ਸਿਆਸੀ ਸਾਜ਼ਿਸ਼ ਦੇ ਅਧੀਨ ਸੱਤਾ ਤੱਕ ਪਹੁੰਚਣ ਦਾ ਇੱਕ ਜ਼ਰੀਆ ਜਾਂ ਫਿਰ ਕੁਝ ਹੋਰ ਹੈ? ਇੱਕ ਸਵਾਲ। ਦੂਜਾ ਸਵਾਲ, ਪੰਜਾਬ ਦੇ ਅਸਲੀ ਵਾਰਿਸ ਕੌਣ ਸੀ ਤੇ ਪੰਜਾਬ ਦੇ ਮੌਜੂਦਾ ਵਾਰਿਸ ਕੌਣ ਨੇ? ਖਾਲਿਸਤਾਨ ਦਾ ਪੰਜਾਬ ਨੂੰ ਤੇ ਇਹ ਵਾਰਾ ਹੀ ਨਹੀਂ ਖਾਂਦਾ। ਨਾ ਇਹਨੇ ਪਹਿਲਾਂ ਖਾਦਾ ਹੈ, ਨਾ ਇਹਨਾਂ ਦੇ ਵਿੱਚ ਖਾਦਾ, ਨਾ ਹੀ ਇਹਨੇ ਹੁਣ ਖਾਣਾ। ਔਰ ਇਹਦੇ ਵਿੱਚ ਹਿੱਸਾ ਲੈਣ ਵਾਲੇ, ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਹਿੱਸਾ ਲੈਣ ਦੇ ਇਹਦੇ ਸਿਧਾਂਤਕਾਰ, ਉਸ ਸੰਘਰਸ਼ ਦੇ ਸਿਧਾਂਤਕਾਰ ਆਰਾਮ ਨਾਲ ਬਾਅਦ ਦੇ ਵਿੱਚ ਇਹ ਕਹਿੰਦੇ ਪਾਏ ਗਏ ਕਿ ਇਹ ਏਜੰਸੀਆਂ ਦਾ ਹੀ ਨੂੰ ਵਾਰਾ ਖਾਂਦਾ ਹੈ। ਪੰਜਾਬ ਦੇ ਵਿੱਚ ਖਾਲਿਸਤਾਨ ਦਾ ਦੌਰਾ ਘਟੋ ਬੋਲਚਾਲ ਦੀ ਪੱਧਰ ਦੇ ਉੱਪਰ ਚੱਲਣਾ। ਇਹਦਾ ਇਹ ਮਤਲਬ ਹੋਇਆ ਕਿ ਇੱਕ ਬਿਸਾਤ ਹੈ ਜਿੱਥੇ ਕਿ ਪੰਜਾਬ ਨੂੰ ਸਿੱਖਾਂ ਦੀ ਮੈਜੋਰਿਟੀ ਦਾ ਸੂਬਾ, ਜਿੱਥੇ ਕਿ ਇਹਨਾਂ ਦੇ ਅਜਿਹੇ ਦੇਸ਼ ਵਿਰੋਧੀ ਸੋ ਕਾਲਡ ਕਾਰਨਾਮਿਆਂ ਦੇ ਨਾਲ ਬਾਕੀ ਦੇਸ਼ ਨੂੰ ਇੱਕ ਖਾਸ ਪ੍ਰੋਗਰਾਮ ਦੇ ਪਿੱਛੇ ਲਾਮਬੰਦ ਕੀਤਾ ਜਾ ਸਕਦਾ ਹੈ। ਸੋ ਇਹਦਾ ਮੁੱਦਾ ਹੈ, ਚਾਹੇ ਕਸ਼ਮੀਰ ਹੋ, ਚਾਹੇ ਪੰਜਾਬ ਹੋਵੇ, ਇੱਥੋਂ ਦਾ ਜਿਹੜਾ ਐਕਸ਼ਨ ਹੈ, ਉੱਥੇ ਜਦੋਂ ਕੇਂਦਰ ਸਰਕਾਰ ਆਪਣਾ ਹਮਲਾ ਜਾਂ ਜਦੋਂ ਸਥਿਤੀ ਨੂੰ ਸੁਧਾਰਨ ਦੇ ਲਈ ਸੁਰੱਖਿਆ ਬਲਾਂ ਦੀ ਓਟ ਲੈ ਕੇ ਪੰਜਾਬ ਨੂੰ ਜਾਂ ਕਸ਼ਮੀਰ ਨੂੰ ਗੜਬੜਗ੍ਰਸਤ ਕਰਾਰ ਦੇ ਕੇ ਇੱਥੋਂ ਦੀ ਬੁਰਛਾਗਰਦੀ ਨੂੰ ਠੱਲ ਪਾਉਣ ਦੇ ਲਈ ਕਿ ਜੇ ਅਸੀਂ ਕਿਸਮ ਦੀ ਕਾਰਵਾਈ ਨਾ ਕੀਤੀ ਤਾਂ ਇਹ ਤੇ ਬਿਲਕੁਲ ਹੀ ਬਹੁਤ ਵੱਡੀ ਕੋਈ ਦੇਸ਼ ਤੋੜਨ ਵਾਲਾ ਇੱਥੋਂ ਕੋਈ ਪ੍ਰੋਗਰਾਮ ਤਿਆਰ, ਉਸ ਲਿਹਾਜ਼ ਦੇ ਉੱਪਰ ਬਾਕੀ ਦੇ ਮੁਲਕ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਸਕਦਾ ਹੈ। ਇਸ ਬਿਸਾਤ ਨੇ ਬੜੀ ਸਫਲਤਾ ਦੇ ਨਾਲ ਕੇਂਦਰ ਸਰਕਾਰਾਂ, ਚਾਹੇ ਉਹ ਕਿਸੇ ਵੀ ਪਾਰਟੀ ਦੀਆਂ ਰਹੀਆਂ ਹੋਣ, ਉਹਨਾਂ ਦੀ ਮਦਦ ਕੀਤੀ ਹੈ। ਇਹਨੇ ਪੰਜਾਬ ਦੇ ਹਮੇਸ਼ਾ ਖਿਲਾਫ ਭੁਗਤਿਆ ਇਹ, ਔਰ ਪੰਜਾਬ ਦੀ ਬਲੀ ਦੇ ਕੇ ਬਾਕੀ ਹਿੰਦੁਸਤਾਨ ਦੇ ਲੋਕਾਂ ਨੂੰ ਇੱਕ ਖਾਸ ਕਤਾਰ ਦੇ ਵਿੱਚ ਖੜਾ ਕਰਕੇ ਆਪਣਾ ਉੱਲੂ ਸਿੱਧਾ ਕੀਤਾ ਜਾਂਦਾ ਰਿਹਾ ਹੈ। ਉਹੋ ਹੀ ਬਿਸਾਤ, ਉਹੋ ਹੀ ਨਾਮੁਰਾਦ ਬਦਸ਼ਗਨੀ ਵਾਲੀ ਬਿਸਾਤ ਪੰਜਾਬ ਦੇ ਵਿੱਚ ਦੁਬਾਰਾ ਇੱਥੇ ਅਜ਼ਮਾਈ ਜਾ ਰਹੀ ਹੈ। ਦੂਜੀ ਗੱਲ ਜੀ,
ਤੁਸੀਂ ਦੂਜਾ ਸਵਾਲ ਨਵਜੋਤ ਜੀ ਜੇ ਜ਼ਰਾ ਮੈਨੂੰ ਉਹਦੀ ਇੱਕ ਹਿੰਟ ਦੇ ਦਿਓ ਤਾਂ ਮੈਂ ਉਹਦਾ ਵੀ ਮੈਂ ਜ਼ਿਕਰ ਕਰ ਲਵਾਂ। ਪੰਜਾਬ ਦੇ ਅਸਲ ਵਾਰਸਾਂ ਦੀ ਗੱਲ ਕੀਤੀ ਸੀ। ਹਾਂਜੀ, ਪੰਜਾਬ ਦੇ ਅਸਲ ਵਾਰਿਸ ਦਾ ਜਿਹੜਾ ਕਲੇਮ ਹੈ ਇਸ ਸਮੇਂ ਕੋਈ ਵੀ ਨਹੀਂ ਕਰ ਰਿਹਾ। ਮੈਂ ਇਹ ਵੀ ਨਾਲ ਗੱਲ ਕਹਿਣੀ ਚਾਹੁੰਦਾ। ਅਸੀਂ ਇਹ ਤੇ ਕਹਿ ਰਹੇ ਹਾਂ ਕਿ ਇਹ ਜਿਹੜੇ ਲੋਕ ਵਾਰਿਸ ਪੰਜਾਬ ਦਾ ਚੋਗਾ ਪਾ ਕੇ ਇਹਦਾ ਦਾਅਵਾ ਕਰ ਰਹੇ ਨੇ ਕਿ ਇਹ ਤਾਂ ਨਹੀਂ ਨੇ, ਇਹ ਗੱਲ ਠੀਕ ਵੀ ਹੈ। ਕੌਣ ਹੈ ਫਿਰ? ਕੀ ਉਹ ਕਿਹੜਾ ਐਸੀ ਧਿਰ ਹੈ ਜਿਹੜੀ ਆਪਣੇ ਆਪ ਨੂੰ ਪੰਜਾਬ ਦੀ ਵਿਰਾਸਤ ਦਾ ਦਾਅਵੇਦਾਰ ਕਹਾਉਣਾ ਚਾਹੁੰਦੀ ਹੈ? ਸਾਡੀਆਂ ਜਿਹੜੀਆਂ ਸਿਆਸੀ ਧਿਰਾਂ ਨੇ, ਕਿਉਂਕਿ ਇਹ ਪੰਜਾਬੀ ਸਮਾਜ ਦਾ ਹੀ ਅੰਗ ਨੇ, ਪੰਜਾਬ ਦੇ ਵਿੱਚ ਹੀ ਸਿਆਸਤ ਕਰਦੀਆਂ ਨੇ, ਉਹਨਾਂ ਦੇ ਵਿੱਚ ਕੋਈ ਵੀ ਐਸਾ ਬੰਦਾ ਤੁਹਾਨੂੰ ਦੂਰ ਦੂਰ ਤੱਕ ਦਿਸਦਾ ਜਿਸ ਦੀ ਪੰਜਾਬ ਦੇ ਇਤਿਹਾਸ ਦੇ ਉੱਪਰ, ਪੰਜਾਬ ਦੀ ਵਿਚਾਰਧਾਰਾ ਦੇ ਉੱਪਰ, ਪੰਜਾਬ ਦੇ ਅੰਦਰ ਸਮਾਜੀ ਵਿਵਸਥਾ ਦਾ ਉਸਾਰ ਕਿਵੇਂ ਹੋਇਆ, ਸਾਂਝੀਵਾਲਤਾ ਇੱਥੇ ਕਿਵੇਂ ਪਣਪੀ, ਉਹ ਕਿਵੇਂ ਟੁੱਟੀ, ਉਹਦੇ ਕੀ ਕੀ ਅਸਰਾਤ ਨੇ, ਉਹ ਸਾਡੀ ਜ਼ੁਬਾਨ ਦੇ ਜ਼ਰੀਏ ਕਿੱਥੋਂ ਤੱਕ ਜਾਂਦੀ ਹੈ, ਕੀ ਅਸੀਂ ਇਕੱਠੇ ਪੰਜਾਬੀ ਰਹਿਣਾ ਹੈ ਕਿ ਜਾਂ ਪੰਜਾਬੀ ਜਦੋਂ ਨਹੀਂ ਰਹਾਂਗੇ ਉਦੋਂ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਦੇ ਉੱਤੇ ਤਿਲਕ ਜਾਣਾ ਹੈ। ਇਹ ਕਿਸੇ ਇੱਕ ਨੇਤਾ ਦਾ ਪਿਛਲੇ 25 ਸਾਲਾਂ ਦੇ ਵਿੱਚ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਕੋਈ ਸਿਆਣਾ ਭਾਸ਼ਣ ਸੁਣਾ ਦਿਓ ਤੁਸੀਂ ਪੰਜਾਬ ਦੇ। ਮੈਂ ਦਾਅਵਾ ਕਰਦਾ ਕਿ ਇੱਕ ਵੀ ਬੰਦੇ ਨੂੰ, ਸਾਡੇ ਇੱਕ ਵੀ ਸਿਆਸੀ ਨੇਤਾ ਨੂੰ ਅਜਿਹਾ ਭਾਸ਼ਣ ਨਹੀਂ ਦੇਣਾ। ਜੇ ਦੇਣਾ ਆਉਂਦਾ ਤਾਂ ਉਹਦੇ ਅੰਦਰ ਕੋਈ ਕਨਵਿਕਸ਼ਨ ਨਹੀਂ ਹੈ। ਇਹ ਕਦੋਂ ਤੋਂ ਹੋਣਾ ਸ਼ੁਰੂ ਹੋਇਆ ਕਿ ਪੰਜਾਬ ਦੇ ਅੰਦਰ ਸਿਆਣੀ, ਧੀਮੀ, ਸੁਚੱਜੀ ਗੱਲਬਾਤ ਦੀ ਥਾਂ ਦੇ ਉੱਪਰ ਰਗਾਂ ਫੁਲਾ ਕੇ ਬੋਲਣਾ, ਅੱਖਾਂ ਲਾਲ ਕਰਕੇ ਬੋਲਣਾ, ਹਿੱਕ ਦੇ ਉੱਤੇ ਹੱਥ ਮਾਰ ਕੇ ਬੋਲਣਾ, ਆਪਣੇ ਆਪ ਨੂੰ ਮਰਦ ਸਾਬਿਤ ਕਰ ਕਰਕੇ ਬੋਲਣਾ, ਔਰ ਜਿੰਨਾ ਤੁਸੀਂ ਦੂਜੇ ਦੇ ਉੱਪਰ ਵੱਧ ਉਂਗਲ ਚੁੱਕ ਸਕਦੇ ਹੋ, ਜਿੰਨੀ ਜ਼ਿਆਦਾ ਸਨਸਨੀਖੇਜ਼ ਗੱਲ ਕਰ ਸਕਦੇ ਹੋ, ਤੁਸੀਂ ਸੋਚ ਕੇ ਦੇਖੋ ਕਿ ਸਾਡੀ ਜਿਹੜੀ ਸਿਆਸੀ ਲੀਡਰਸ਼ਿਪ ਹੈ ਉਹ ਸਾਡੇ ਮੁੱਖ ਮੰਤਰੀ ਦੀ ਸ਼ਾਦੀ ਤੇ ਉਹਨਾਂ ਦੀ ਵਿਆਹੁਤਾ ਨੂੰ ਲੈ ਕੇ ਪਬਲਿਕ ਸਮਾਗਮਾਂ ਦੇ ਵਿੱਚ ਕਿਸ ਕਿਸਮ ਦੀ ਭਾਸ਼ਾ ਦਾ ਇਸਤੇਮਾਲ ਕਰਦੇ, ਕਿਸ ਤਰ੍ਹਾਂ ਦੇ ਨਾਲ, ਕਿਹੜੀ ਹੋਛੀ ਭਾਸ਼ਾ ਦੇ ਵਿੱਚ ਇਹ ਜਿਹੜੀਆਂ ਸਿਆਸੀ ਧਿਰਾਂ ਨੇ, ਇਹ ਜਿਨ੍ਹਾਂ ਨੂੰ ਬੇਅਦਬੀ ਦਾ ਬਹੁਤ ਫਿਕਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਹੈ ਜੀ, ਇਹਨੇ ਕਰਵਾਈ ਹੈ ਕਿ ਉਹਨੇ ਕਰਵਾਈ ਹੈ, ਉਹ ਜਿਹੜੀ ਭਾਸ਼ਾ ਪੰਜਾਬੀ ਜਾਂ ਗੁਰਮੁਖੀ ਦੇ ਵਿੱਚ ਹੈ, ਇੱਕ ਜਣੇ ਨੂੰ ਗੁਰਮੁਖੀ ਸਹੀ ਨਹੀਂ ਲਿਖਣੀ ਆਉਂਦੀ, ਇੱਕ ਜਣਾ ਸਾਫ਼ ਪੰਜਾਬੀ ਨਹੀਂ ਬੋਲ ਸਕਦਾ ਇਹਨਾਂ ਚੋਂ, ਔਰ ਪੰਜਾਬੀ ਦੇ ਵਿੱਚ ਇਹ ਜਿੰਨਾ ਹੇਠਲੇ ਪੱਧਰ ਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਆ, ਉਹਦੇ ਅੰਦਰ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਤੁਸੀਂ ਵੀ ਆਪਣੀ ਜ਼ੁਬਾਨ ਦੇ ਨਾਲ ਬੇਅਦਬੀ ਹੀ ਕਰ ਰਹੇ ਹੋ, ਉਸ ਜ਼ੁਬਾਨ ਦੀ ਕਰ ਰਹੇ ਹੋ ਜਿਹਨੂੰ ਉਸ ਦੇ ਅੰਦਰ ਗੁਰੂਆਂ ਨੇ ਵੱਡੀ ਵਿਚਾਰ ਇੱਕ ਸਿਰਜਣਾ ਦੀ ਭਾਸ਼ਾ ਬਣਾਇਆ। ਮੈਂ ਅਗਲੀ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਸਾਡੀ ਦਾਅਵੇਦਾਰੀ ਕਿੱਥੇ ਹੈ? ਕੀ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਐਸਾ ਐਕਟਿਵਿਸਟ ਦਿਸਦਾ ਹੈ? ਸਾਰੇ ਐਕਟਿਵਿਸਟ ਤਾਂ ਟਿੱਪਣੀਕਾਰ ਬਣੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਪਰ। ਸਾਡੇ ਕੋਲ ਇੰਨੇ ਜਣੇ ਹੇਠਾਂ ਸਰਗਰਮੀ ਕਰਨ ਵਾਲੇ ਨਹੀਂ ਹੈ ਜਿੰਨੇ ਕਮੈਂਟਰੀ ਕਰਨ ਵਾਲੇ ਹੈ। ਮੈਂ ਤਾਂ ਕਈ ਵਾਰ ਇਹ ਸੋਚਦਾ ਕਿ ਸਾਡੇ ਜਿੰਨੇ ਟਿੱਪਣੀਕਾਰ ਨੇ, ਇਹਨਾਂ ਨੂੰ ਇਕੱਠੇ ਹੋ ਕੇ ਕੋਈ ਜਲੂਸ ਇਹੀ ਕੱਢ ਲੈਣ ਕਿ ਭਾਈ, ਇਹਦਾ ਮਤਲਬ ਇਹ ਹੈ ਕਿ ਕੱਲੀਆਂ ਟਿੱਪਣੀਆਂ ਕਰਕੇ ਹੁਣ ਪੰਜਾਬ ਦਾ ਮਾਹੌਲ ਸੁਧਾਰਿਆ ਨਹੀਂ ਜਾ ਸਕਦਾ। ਪੰਜਾਬ ਦੀਆਂ ਜਿਹੜੀਆਂ ਵੰਗਾਰਾਂ ਨੇ, ਅਸੀਂ ਇਹ ਤੇ ਕਹਿ ਰਹੇ ਹਾਂ ਕਿ ਗਲਤ ਹੋ ਰਿਹਾ ਹੈ, ਇਹ ਸਾਡੇ ਸਾਹਮਣੇ ਹੋ ਰਿਹਾ ਹੈ। ਮੈਂ ਦੂਸਰੀ ਇੱਕ ਇਹਦੇ ਚ ਹੋਰ ਗੱਲ ਕਹਿਣੀ ਚਾਹੁੰਦਾ ਕਿ ਸੰਨ 94 ਤੋਂ ਜਿਹੜੀ 1980 ਬਿਆਨ ਤੋਂ ਜਿਹੜੀ ਇੱਕ ਹਿੰਸਕ ਅੰਦੋਲਨ ਪੰਜਾਬ ਦੇ ਵਿੱਚ ਜਿਹੜਾ ਚੱਲਦਾ ਰਿਹਾ, ਸੰਨ 94 ਤੱਕ ਆਉਂਦਿਆਂ ਉਹਦੀ ਰੀੜ ਤੋੜੀ ਜਾ ਚੁੱਕੀ ਸੀ। ਪੰਜਾਬ ਉਸ ਕਿਸਮ ਦੀ ਹਿੰਸਾ ਤੋਂ ਬਾਹਰ ਆ ਗਿਆ ਸੀ, ਉਹਦੇ ਕਾਰਨ ਜੋ ਵੀ ਹੋਣ, ਮੈਂ ਉਹਨਾਂ ਦੀ ਹਜੇ ਵਿਸਥਾਰ ਚ ਨਹੀਂ ਜਾਂਦਾ। ਸੰਨ 94 ਤੋਂ ਲੈ ਕੇ ਤੇ 2023 ਤੱਕ ਅਜਨਾਲਾ ਸਾਡੇ ਕੋਲ 29 ਸਾਲ ਸੀ। ਮੈਂ ਇਹ ਸਵਾਲ ਬੜੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਦੇ ਬੁੱਧੀਜੀਵੀਆਂ ਨੂੰ ਪੁੱਛਦਾ ਹਾਂ, ਪੰਜਾਬ ਦੇ ਸਾਹਿਤਕਾਰਾਂ ਨੂੰ ਪੁੱਛਦਾ ਹਾਂ, ਪੰਜਾਬ ਦੇ ਸਿਆਣੇ ਲੋਕਾਂ, ਪੱਤਰਕਾਰਾਂ ਨੂੰ ਪੁੱਛਦਾ ਹਾਂ, ਅਸੀਂ 29 ਸਾਲਾਂ ਦੇ ਵਿੱਚ ਕੀ ਕਾਰਗੁਜ਼ਾਰੀ ਰੱਖੀ ਹੈ? ਅਸੀਂ ਪੰਜਾਬ ਦੇ ਲਈ ਕਿਹੜੀ ਕੋਈ ਐਸੀ ਨਵੀਂ ਇੰਟਰਪ੍ਰੀਟੇਸ਼ਨ ਖੜੀ ਕੀਤੀ? ਅਸੀਂ ਕੀ ਇਹ ਨਹੀਂ ਸੀ ਦੇਖ ਰਹੇ ਕਿ ਜਿਸ ਕਿਸਮ ਦੇ ਡੇਰੇ, ਜਿਸ ਕਿਸਮ ਦੀਆਂ ਸੰਪਰਦਾਵਾਂ, ਜਿਸ ਕਿਸਮ ਦੀਆਂ ਟਕਸਾਲਾਂ, ਜਿਸ ਕਿਸਮ ਦੇ ਬਾਕੀ ਇਹ ਸਾਰੇ ਲੋਕਾਂ ਦਾ ਜਿਸ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਵਧਾਰਾ ਹੋਇਆ, ਉਹਨਾਂ ਨੇ ਪੰਜਾਬ ਦੀ ਸਾਰੀ ਗੱਲਬਾਤ ਨੂੰ ਜਿੰਨੀ ਉਹਦੀ ਹੋਛੀ ਤੇ ਪੇਤਲੀ
ਤੇ ਇੱਕ ਰਸੀ ਕਿਸਮ ਦੀ ਵਿਆਖਿਆ ਦੇ ਉੱਪਰ ਪਲੀ ਹੋਈ ਜ਼ਬਾਨੀ ਹੈ ਇਹ ਜੀ, ਜਿਹਦੇ ਨਾਲ ਅਸੀਂ ਕੋਈ ਗੱਲ ਨਹੀਂ ਕਰ ਸਕੇ। ਅਸੀਂ ਨਾ ਪਿੰਡਾਂ ਦੇ ਵੱਲ ਗਏ, ਨਾ ਅਸੀਂ ਪੰਜਾਬ ਦੇ ਪਿੰਡੂ ਸਕੂਲਾਂ ਦੀ ਸਿੱਖਿਆ ਦੇ ਮਿਆਰ ਦੇ ਉੱਪਰ ਕੋਈ ਬਹਿਸ ਚਲਾ ਕੇ ਦੇਖੀ, ਨਾ ਅਸੀਂ ਪੰਜਾਬ ਦੇ ਸਕੂਲੀ ਸਿੱਖਿਆ ਦੇ ਸਿਲੇਬਸ ਨੂੰ ਕਿਵੇਂ ਦੁਬਾਰਾ ਤੋਂ ਉਸ ਨੂੰ ਸਾਂਭਿਆ ਜਾਵੇ, ਸਾਡੇ ਸਿੱਖਿਆ ਅਦਾਰਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅਸੀਂ ਕੋਈ ਤਬਦੀਲੀਆਂ ਲੈ ਕੇ ਆਈਏ, ਸਿੱਖਿਆ ਦੇ ਸੱਭਿਆਚਾਰ ਨੂੰ ਕਿਵੇਂ ਵਰਤੀਏ, ਕਿਵੇਂ ਬਦਲੀਏ, ਉਹਨੂੰ ਟਰਾਂਸਫਾਰਮ ਕਿਵੇਂ ਕਰੀਏ, ਤਾਂ ਕਿ ਅਸੀਂ ਇਸ ਕਿਸਮ ਦੀਆਂ ਜੀ ਕੁਝ ਕਨੈਕਸ਼ਨ ਦੇ ਵਿੱਚ ਦਿੱਕਤ ਆਈ ਹੈ। ਇਸ ਤੋਂ ਪਹਿਲਾਂ ਕਿ ਮੈਂ ਨਿਮਰਤ ਹੋਰਾਂ ਕੋਲ ਆਪਣਾ ਸਵਾਲ ਲੈ ਕੇ ਜਾਵਾਂ, ਅਸੀਂ ਗੱਲ ਕਰ ਰਹੇ ਹਾਂ ਸਾਡੀ ਸੋ ਕਾਲ ਲੀਡਰਸ਼ਿਪ ਦੀ। ਅਸੀਂ ਜਿਨ੍ਹਾਂ ਨੂੰ ਲੀਡਰ ਮੰਨੀ ਬੈਠੇ ਹਾਂ, ਉਹ ਲੀਡਰ ਦੀਆਂ ਹਰਕਤਾਂ ਕਰਤੂਤਾਂ ਜਾਂ ਕਿਸ ਤਰੀਕੇ ਦੇ ਉਹਨਾਂ ਦੇ ਕੰਮਕਾਜ ਰਹਿੰਦੇ ਆ। ਇੱਕ ਲੰਘੇ ਦਿਨੀ ਅਸੀਂ ਇੱਕ ਇੰਟਰਵਿਊ ਕੀਤੀ, ਉਸ ਇੰਟਰਵਿਊ ਦੇ ਵਿੱਚ ਜੋ ਕੁਝ ਖੁਲਾਸੇ ਹੋਏ ਆ, ਜਿਹੜੀ ਗੱਲ ਨਿਕਲ ਕੇ ਆਈ ਹੈ ਸਾਹਮਣੇ, ਇੱਕ ਵਾਰੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਉਹ ਤੁਹਾਨੂੰ ਸੁਣਾਉਂਦੇ ਹਾਂ। तो जिस टाइम दीप की डेथ होंगी, अमृतपाल ਤੁਹਾਡੇ ਨਾਲ ਟੱਚ ਹੋ ਜਾਂਦੇ ਉਸ ਟਾਈਮ? ही वॉज इन टच विथ मी जब तक जून और जुलाई ऑफ 2022। ਜੁਲਾਈ 22 ਤੱਕ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਰਹੇ। ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਅਜੇ ਕੁਝ ਨਾ ਬੋਲੋ? ਹਾਂਜੀ, ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਨਾ ਕੁਝ ਕਹੋ, ਅਸੀਂ ਸਾਰਾ ਸੱਚ ਦੱਸ ਦੂੰਗੇ, ਅਸੀਂ ਵਾਰਿਸ ਪੰਜਾਬ ਤੇਰੇ ਨਾਲ ਖੜੇ ਆ, ਸੱਚ ਤੇ ਖੜੇ ਆ। ਐਂਡ ਕਦੋਂ ਤੂੰ ਆਉਂਗੀ ਪੰਜਾਬ, ਉਹ ਹੈਵ ਅ ਪ੍ਰੈਸ ਕਾਨਫਰੰਸ, ਅਸੀਂ ਸੱਚ ਦੱਸ ਦੂੰਗੇ ਕਿ ਹਾਂ ਦੀਪ ਦਾ ਐਕਸੀਡੈਂਟ ਸੀ, ਹੋਰ ਕੁਝ ਨਹੀਂ ਸੀ। ਬਿਲਕੁਲ ਮੇਰੇ ਕੋ ਐਕਚੁਅਲੀ ਕਨਵਰਸੇਸ਼ਨ ਵੀ ਹੈਗੀ ਆ, ਉਹ ਵੀ ਮੈਂ ਦਿਖਾ ਦੂੰਗੀ। ਮੇਰੇ ਕੋ ਹਰੇਕ ਜਵਾਬ ਮੇਰੇ ਕੋ ਹੈਗਾ, ਤੁਸੀਂ ਵੀ ਦੇਖ ਸਕਦੇ ਆ। ਨਿਮਰਤ ਜੀ, ਜਿਹੜੀ ਇਹ ਤੁਸੀਂ ਗੱਲਬਾਤ ਕੀਤੀ ਹੈ, ਇਸ ਗੱਲਬਾਤ ਤੋਂ ਪੰਜਾਬ ਦੀ ਨਵੀਂ ਜਿਹੜੀ ਬਣਦੀ ਜਾਂ ਦਿਖਾਈ ਜਾਂ ਪੇਸ਼ ਕੀਤੀ ਜਾ ਰਹੀ ਲੀਡਰਸ਼ਿਪ ਹੈ, ਉਹਨਾਂ ਦੇ ਪਿੱਛੇ ਖੜੇ ਹੋਏ ਜਿਹੜੇ ਆਕਾ ਨੇ, ਉਹ ਕੌਣ ਨੇ, ਉਹਨਾਂ ਦੀ ਕਿਹੋ ਜੀ ਸੋਚ ਹੈ, ਕਿਹੋ ਜੀ ਸਾਜ਼ਿਸ਼ ਹੈ, ਇੱਕ ਤਾਂ ਇਹਨੂੰ ਬੇਪਰਤ ਕਰਿਓ। ਦੂਜੀ ਗੱਲ, 18 ਦਾ ਸਾਲ ਵੀ ਯਾਦ ਆਉਂਦਾ ਜਦੋਂ ਪੰਜਾਬ ਨੂੰ ਨਸ਼ੇ ਦੇ ਵਿੱਚ ਗਲਤਾਨ ਦੱਸਿਆ ਜਾਂਦਾ ਹੈ। ਉਸ ਤੋਂ ਪਹਿਲਾਂ 13 ਦਾ ਸਾਲ ਵੀ ਆਉਂਦਾ ਹੈ ਜਦੋਂ ਕਿਸਾਨੀ ਦੀ ਗੱਲ ਕੀਤੀ ਜਾਂਦੀ ਹੈ, ਸੁਸਾਈਡ ਦੀ ਗੱਲ ਕੀਤੀ ਜਾਂਦੀ ਹੈ। ਕਹਿਣ ਤੋਂ ਭਾਵ ਚੋਣਾਂ ਤੋਂ ਇੱਕ ਪਹਿਲਾਂ ਵਾਲੇ ਸਾਲ ਦੀ, ਤੇ ਹੁਣ ਗੱਲ ਜਿਹੜੀ ਹੈ ਮੁੜ ਤੋਂ ਕਈ ਦਹਾਕਿਆਂ ਬਾਅਦ ਇਹ 24 ਵਾਲੀ ਚੋਣਾਂ ਤੋਂ ਪਹਿਲਾਂ ਜਿਹੜੀ ਹੈ ਉਹ ਖਾਲਿਸਤਾਨ ਦੀ ਛਿੜਦੀ ਜਾ ਰਹੀ ਹੈ। ਪੰਜਾਬ ਦੇ ਵੱਲੋਂ ਮੰਗਿਆ ਬਹੁਤ ਕੁਝ ਗਿਆ, ਪਰ ਪੰਜਾਬ ਨੂੰ ਮਿਲਿਆ ਕੀ ਹੈ? ਕੁਝ ਮਿਲਿਆ ਵੀ ਹੈ ਜਾਂ ਫਿਰ ਬਸ ਗੱਲਾਂ ਨਾਲ ਸਾਰਿਆ ਗਿਆ, ਮੁੱਦਿਆਂ 'ਚ ਭਟਕਾ ਦਿੱਤਾ ਗਿਆ? जो तुसी जो क्लिप दिखाया है, और जिवें सिद्धू जी कह रहे सन कि भी पंजाब वास्ते लीडरशिप कित्थों आएगी, हुण ये जिहड़ी लीडरशिप नूं अज मंडीर फॉलो कर रही है, नौजवान बड़े लोग फॉलो कर रहे हैं, उन्होंने तो एक सवाल पूछना है, जिहड़ा इंसान दरबार साहब दे अकाल तख्त के सामने खड़ा होके झूठ बोल रहा है कि दीप नूं सरकारी साजिश तहत मारिया गया ਤੇ ਉਹ ਸ਼ਹੀਦ ਸੀ। ਔਰ ਜਿਵੇਂ ਇਸ ਕੁੜੀ ਦੀ ਫੋਨ ਤੇ ਮੈਂ ਉਹਦੀ ਆਵਾਜ਼ ਵੀ ਸੁਣੀ ਹੈ, ਕਾਫੀ ਕੁਝ ਹੋਰ ਵੀ ਜੋ ਅਜੇ ਮੈਂ ਨਹੀਂ ਸੋਚਿਆ ਕਿ ਮੈਂ ਇੰਨਾ ਕੋਈ ਨੈਗੇਟਿਵ ਕੈਂਪੇਨ ਅਸੀਂ ਚਲਾਣਾ, ਸਾਡਾ ਕੋਈ ਇੱਦਾਂ ਦਾ ਮਕਸਦ ਨਹੀਂ ਹੈ, ਪਰ ਇਹ ਅਸੀਂ ਬੜੀ ਕਲੀਅਰਲੀ ਸਾਬਿਤ ਕਰਤਾ ਕਿ ਉਸ ਕੁੜੀ ਨੇ ਕਿ ਅੰਮ੍ਰਿਤਪਾਲ ਜਾਣਦੇ ਨੇ ਕਿ ਦੀਪ ਸ਼ਹੀਦ ਨਹੀਂ ਹੈ। ਇੱਕ ਤੇਜ਼ ਰਫ਼ਤਾਰ ਗੱਡੀ ਚਲਾ ਰਿਹਾ ਸੀ, 2 ਦਿਨ ਤੋਂ ਉਹ ਦੋਨੋਂ ਬੜੇ 1 ਮਹੀਨੇ ਬਾਅਦ ਮਿਲੇ ਸੀ ਕਿ ਮੰਗੇਤਰ ਸਨ, ਮਿਲ ਰਹੇ ਸੀ, 2 ਦਿਨ ਸੁੱਤੇ ਨਹੀਂ ਸੀ। ਤੇ ਉਸ ਤੋਂ ਬਾਅਦ ਤੇਜ਼ ਰਫ਼ਤਾਰ ਗੱਡੀ ਚਲਾ ਰਿਹਾ ਸੀ ਤੇ ਉਸਨੇ ਖੜੇ ਟਰਾਲੇ ਵਿੱਚ ਮਾਰ ਦਿੱਤਾ। ਉਸਨੂੰ ਸਾਜ਼ਿਸ਼ ਬਣਾ ਕੇ ਨੌਜਵਾਨਾਂ ਨੂੰ ਇਹ ਅਹਿਸਾਸ ਕਰਾਇਆ ਕਿ ਤੁਹਾਡਾ ਲੀਡਰ ਮਾਰ ਦਿੱਤਾ ਹੈ ਤੇ ਅਸੀਂ ਖਤਰੇ ਵਿੱਚ ਆ, ਸਾਨੂੰ ਮਾਰ ਦਿੱਤਾ ਜਾਵੇਗਾ। ਤੇ ਇਹ ਅੱਗੇ ਆਉਂਦਾ ਹੈ ਔਰ ਇਹ ਅਕਾਲ ਤਖਤ ਦੇ ਸਾਹਮਣੇ ਖੜੇ ਹੋ ਕੇ ਝੂਠ ਬੋਲ ਰਿਹਾ ਸੀ। ਤੁਹਾਨੂੰ ਜਿਹੜੀ ਸਾਹਮਣੇ ਕਾਲ ਰਿਕਾਰਡ ਦਿਖ ਰਿਹਾ ਹੈ, ਉਹਨੇ ਲਿਖਿਆ, ਉਹਦੀ ਵੌਇਸ ਰਿਕਾਰਡਿੰਗਸ ਵੀ ਹੈਗੀਆਂ। ਸੋ ਜਿਸ ਇਨਸਾਨ ਵਿੱਚ ਇੰਨੀ ਜੋ ਅਕਾਲ ਤਖਤ ਸਾਹਮਣੇ ਖੜੇ ਹੋ ਕੇ ਝੂਠ ਬੋਲ ਸਕਦਾ ਹੈ, ਜਾਂ ਰੀਨਾ ਨੂੰ ਝੂਠ ਬੋਲ ਰਿਹਾ ਹੈ ਕਿ ਹਾਂ ਉਹਨੂੰ ਝੂਠ ਬੋਲਣ ਲਈ ਕਰ ਰਿਹਾ ਹੈਗਾ, ਦੋਨਾਂ ਵਿੱਚੋਂ ਕਿਸੇ ਗੱਲ ਤੇ ਉਹ ਝੂਠ ਬੋਲ ਰਿਹਾ ਹੈ, ਅਸੀਂ ਉਸਨੂੰ ਪੰਜਾਬ ਦਾ ਵਾਰਿਸ ਮੰਨ ਰਹੇ ਹਾਂ। ਸੋ ਇਹ ਹੁਣ ਸਵਾਲ ਨੌਜਵਾਨਾਂ ਨੂੰ ਥੋੜਾ ਜਿਹਾ ਜਿਹੜੇ ਚੱਲ ਪੈਂਦੇ ਹੈ
ਉਹ ਲੈ ਕੇ ਕਰਨਾ ਪਏਗਾ। ਦੂਜੀ ਗੱਲ ਜਿਹੜੀ ਸਿੱਧੂ ਸਾਹਿਬ ਕਹਿ ਰਹੇ ਸੀ ਉਹ ਜਿਹੜੀ ਸਾਨੂੰ ਅੱਗੇ ਨੂੰ ਵੀ ਸਹਿਣੀ ਪਏਗੀ ਕਿ ਇਹ ਜਿਹੜਾ 94 ਤੋਂ ਲੈ ਕੇ 23 ਦਾ ਜਿਹੜਾ ਦੌਰ ਹੈ ਕਿਉਂ ਨਹੀਂ ਕੋਈ ਉੱਠਿਆ। ਦੱਸੋ ਤੁਸੀਂ ਕਿਉਂ ਨਹੀਂ ਉੱਠਿਆ? ਸਾਨੂੰ ਅੱਜ ਆਪ ਸਾਰਿਆਂ ਨੂੰ ਸਮਝਣਾ ਪਏਗਾ। ਜਦ ਦਰਬਾਰ ਸਾਹਿਬ ਤੋਂ ਉਸਾਰਨ ਹੁੰਦਾ ਹੈ, ਉਸ ਉਸਾਰਨ ਨੂੰ ਇੱਕ ਚੈਨਲ ਨੇ, ਸਿਆਸੀ ਜਿਹਦੇ ਮਾਲਕ ਨੇ, ਅਕਾਲੀ ਦਲ ਨੇ ਕਬਜ਼ਾ ਕਰ ਲਿਆ। ਇੱਕੋ ਚੈਨਲ ਕੋਲ ਹੈਗਾ, ਹੋਰ ਕਿਸੇ ਚੈਨਲ ਨੂੰ ਚੁੱਕਣ ਦੀ ਉੱਠਣ ਦੀ ਇਜਾਜ਼ਤ ਨਹੀਂ ਸੀਗੀ। ਜੇ ਸਪੋਕਸਮੈਨ ਦੀ ਗੱਲ ਕਰੀਏ, ਅਖਬਾਰ ਨੂੰ ਬੰਦ ਕਰਨ ਵਾਸਤੇ ਹੁਕਮਨਾਮਾ ਐਡੀਟਰ ਤੇ ਜਾਰੀ ਕੀਤਾ ਗਿਆ। ਕਹਿੰਦੇ ਨੇ ਪੱਤਰਕਾਰ ਨਹੀਂ ਉੱਠੇ। ਕਿਸ ਤਰ੍ਹਾਂ ਉਸ ਦੌਰ ਵਿੱਚ ਪੱਤਰਕਾਰ ਉੱਠਦੇ ਉਸ ਦੌਰ ਵਿੱਚ? ਤੇ ਮੈਂ ਪੁੱਛਦੀ ਹਾਂ ਕੌਣ ਆ ਕੇ ਨਾਲ ਖੜਾ ਹੋਇਆ? ਜੇ ਤੁਹਾਨੂੰ ਦਿਖ ਰਿਹਾ ਹੈ ਜਿਹੜੇ ਪੰਜਾਬ ਦੇ ਸਿਆਣੇ ਸੀਗੇ, ਜੋ ਪੜ੍ਹੇ ਲਿਖੇ ਸੀ, ਉਹਨਾਂ ਨੇ ਉਹ ਐਡੀਟੋਰੀਅਲ ਵੀ ਪੜ੍ਹਿਆ। ਉਹਦੇ ਵਿੱਚ ਬੜੀ ਕਲੀਅਰ ਹੈਗਾ ਕੁਛ ਨਾ ਇੱਕ ਹਿੰਸਾ ਦੀ ਕੋਈ ਵਾਰਦਾਤ ਹੋਈ, ਨਾ ਕੁਛ ਹੋਇਆ। 295 ਦਾ ਪਰਚਾ ਨਹੀਂ ਬਣਦਾ ਸੀਗਾ। ਕੋਈ ਨਹੀਂ ਬੋਲਿਆ, ਬਹੁਤ ਘੱਟ ਲੋਕ ਬੋਲੇ। ਚੰਡੀਗੜ੍ਹ ਬੈਠੇ ਕਾਫੀ ਲੋਕ ਬੋਲੇ, ਬਟ ਪੰਜਾਬ ਵਿੱਚ ਬਹੁਤ ਘੱਟ ਲੋਕ ਬੋਲੇ। ਜਦੋਂ ਉਹਨਾਂ ਨੂੰ ਤਨਖਾਹੀਆ ਕਹਿ ਦਿੱਤਾ ਗਿਆ, ਜੋ ਸਾਡੀ ਸਿੱਖ ਪ੍ਰਥਾ ਵਿੱਚ ਹੈ ਕਿ ਨਹੀਂ ਹੈ, ਅਸੀਂ ਇੱਥੇ ਵੀ ਕਰਦੇ ਹਾਂ ਕਿ ਵੀ ਇਹ ਬਣਦਾ ਹੈ ਕਿ ਨਹੀਂ ਬਣਦਾ, ਤਨਖਾਹੀਆ ਕਰਾਰ ਕਰ ਦਿੱਤਾ ਗਿਆ। ਤੇ ਉਹਨਾਂ ਦੀ ਅਖਬਾਰ ਨੂੰ, ਪੱਤਰਕਾਰੀ ਨੂੰ ਬੰਦ ਕਰਨ ਲਈ ਇੰਨੀ ਕੋਸ਼ਿਸ਼ ਕੀਤੀ ਕਿ ਕੌਣ ਬੋਲਿਆ। ਇਸੇ ਤਰ੍ਹਾਂ ਅੱਜ ਅਸੀਂ ਸਿਰਫ ਇੱਕ ਕਬਜ਼ੇ ਦੀ ਗੱਲ ਨਹੀਂ ਕਰ ਰਹੇ। ਸਿਰਫ ਪੱਤਰਕਾਰੀ ਤੇ ਕਬਜ਼ਾ ਨਹੀਂ ਹੋਇਆ, ਉਦਯੋਗ ਤੇ ਕਬਜ਼ਾ ਹੋਇਆ, ਟੀਵੀ ਚੈਨਲਾਂ ਤੇ ਕਬਜ਼ਾ ਹੋਇਆ। ਤੁਹਾਡੇ ਦਰਬਾਰ ਸਾਹਿਬ ਤੋਂ ਉੱਥੋਂ ਜੋ ਗੁਰਬਾਣੀ ਜਿਹੜੀ ਹਰ ਜਗ੍ਹਾ ਜਾਣੀ ਚਾਹੁੰਦੀ ਹੈ, ਕੱਲ ਨੂੰ ਅੱਜ ਤੁਸੀਂ ਕਿਸੇ ਵੀ ਜਗ੍ਹਾ ਜਾਓ, ਤੁਸੀਂ ਕਿਸੇ ਹੋਟਲ ਜਾਓ, ਦੁਨੀਆ ਦੇ ਤੁਸੀਂ ਕਿੱਥੇ ਵੀ ਜਾਓ, ਉੱਥੇ ਬਾਈਬਲ ਰੱਖਦੇ ਹੋ, ਕਹਿੰਦੇ ਤੁਸੀਂ ਸਾਡੇ ਨਾਲ ਜੁੜੋ। ਉਹਦੀ ਟ੍ਰਾਂਸਲੇਸ਼ਨ ਵੱਖਰੀਆਂ ਭਾਸ਼ਾਵਾਂ 'ਚ ਕਰਕੇ ਕਹਿੰਦੇ ਕਿ ਤੁਸੀਂ ਪੜ੍ਹੋ। ਅਸੀਂ ਕਹਿੰਦੇ ਨਹੀਂ, ਤੁਸੀਂ ਦਰਬਾਰ ਦਾ ਆਪਣੀ ਗੁਰਬਾਣੀ ਸੁਣਨੀ ਹੈ ਤਾਂ ਸਿਰਫ ਅਕਾਲੀ ਦਲ ਦੇ ਚੈਨਲ ਤੇ ਆ ਕੇ ਸੁਣੋ। ਅਸੀਂ ਇਸ ਤਰ੍ਹਾਂ ਦਾ ਕਬਜ਼ਾ ਵੀ ਸਹਿ ਲਿਆ। ਹੋਟਲਾਂ ਤੇ ਕਬਜ਼ਾ ਹੋਇਆ, ਬੱਸਾਂ ਤੇ ਕਬਜ਼ਾ ਹੋਇਆ। ਪੰਜਾਬ ਕਿੰਨਾ ਬੋਲਿਆ। ਜਦ ਤੱਕ ਪੰਜਾਬ ਨੂੰ ਹੋਸ਼ ਆਈ, ਉਦੋਂ ਤੱਕ ਸਾਡੀ ਜਵਾਨੀ ਨੂੰ ਕੀ ਕਰਤਾ ਸੀਗਾ? ਜਿੱਥੇ ਉਹਨਾਂ ਨੂੰ ਕੰਮ ਸਿਖਾਉਣਾ ਸੀ, ਤੁਸੀਂ ਗੁੰਡਾ ਬ੍ਰਿਗੇਡ ਸੀ ਸਾਡੇ ਕੋਲ। ਸਾਡੇ ਸਭ ਦੇ ਸਾਹਮਣੇ ਕਿੰਨਾ ਰੌਲਾ ਪਾਇਆ, ਕਿੰਨੇ ਲੋਕਾਂ ਨੇ ਪਾਇਆ। ਇਹ ਕਹਿਣਾ ਚਲੋ ਉਹਨਾਂ ਰਾਹੁਲ ਗਾਂਧੀ ਬਾਰੇ ਜੋ ਬਿਆਨ ਹੈਗਾ ਕਿ ਵੀ ਹਾਂ ਉਹਨਾਂ ਨੇ ਕਿਹਾ ਤਾਂ ਪੰਜਾਬ ਵਿੱਚ ਨਸ਼ਾ ਹੈ, ਬਟ ਪੰਜਾਬ ਵਿੱਚ ਨਸ਼ਾ ਆ ਚੁੱਕਾ ਸੀਗਾ। ਰਾਹੁਲ ਗਾਂਧੀ ਛੱਡੋ, UN ਨੇ ਤੁਹਾਨੂੰ ਵਾਰਨਿੰਗ ਦਿੱਤੀ ਸੀ, ਤੁਸੀਂ ਪੰਜਾਬ ਨੇ ਕਬੂਲਿਆ। ਮੈਨੂੰ ਹਰ ਵਾਰ ਇਹੋ ਲੱਗਦਾ ਹੈ ਕਿ ਅਸੀਂ ਗੱਲਾਂ ਨੂੰ ਫੇਸ ਕਰਨ ਤੋਂ ਕਤਰਾਉਂਦੇ ਹਾਂ। ਜਦ ਮੈਂ ਆਈ ਥਿੰਕ 92 ਜਾਂ 94 ਦੀ ਗੱਲ ਹੈਗੀ ਹੈ, ਜਦ ਮੈਂ ਆਪਣੀ ਸਾਈਕੋਲੋਜੀ ਦੀ ਪੜ੍ਹਾਈ ਖਤਮ ਕੀਤੀ ਤਾਂ ਮੈਂ ਇੱਕ NGO ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿੱਥੇ ਅਸੀਂ ਨਿਸ਼ਕਾਮ, ਜੋਤੀ ਸਰੂਪ, ਕੰਨਿਆ ਆਸਰਾ ਇਹਨਾਂ ਆਸ਼ਰਮਾਂ ਵਿੱਚ ਜਾ ਕੇ ਮਾਨਸਿਕ ਮਦਦ ਕਰਦੇ ਸੀ। ਕਿਸੇ ਮੈਂ ਉੱਥੇ ਕੰਮ ਜਦ ਸ਼ੁਰੂ ਕੀਤਾ ਤਾਂ ਜਦ ਫਾਈਨਲ ਨਿਸ਼ਕਾਮ ਤੁਸੀਂ ਜਾਓ ਤਾਂ ਇੰਨੇ ਸੋਹਣੇ ਲੌਨਸ, ਬਾਹਰ ਜਿਹੜੇ ਟਰਸਟੀ ਸੀ ਵੱਡੀਆਂ ਗੱਡੀਆਂ ਵਿੱਚ ਆਉਂਦੇ ਸੀ, ਆਫਿਸ ਏਰੀਆ ਬੜਾ ਸੋਹਣਾ ਸੀਗਾ। ਇੱਕ ਪਿੰਜਰੇ ਦਾ ਮਤਲਬ ਗੇਟ ਜਿਹਾ ਸੀਗਾ, ਉਹਦੇ ਪਿੱਛੇ ਬੱਚੇ ਰਹਿੰਦੇ ਸੀ। ਅੰਦਰ ਸਾਨੂੰ ਜਾਣਾ ਅਲਾਉਡ ਨਹੀਂ ਸੀ। ਬੱਚੇ ਜਿਹਨੇ ਉਹਨਾਂ ਨੂੰ ਮਾਨਸਿਕ ਪ੍ਰੋਬਲਮ ਸੀ ਉਹਨਾਂ ਨੂੰ ਬਾਹਰ ਭੇਜਦੇ ਸੀਗੇ ਕਾਉਂਸਲਿੰਗ ਲਈ। ਅੰਦਰ ਜਾ ਕੇ ਦੇਖਿਆ ਤੇ ਇਹ ਰਿਅਲਾਈਜ਼ ਕੀਤਾ, ਇੱਕ ਕਮਰੇ ਵਿੱਚ 15 ਤੋਂ 20 ਬੱਚੇ, ਇੱਕ ਟੁੱਥਬ੍ਰਸ਼, ਇੱਕ ਕੰਘੀ, ਇੱਕ ਰਜਾਈ ਤੇ ਇੱਕ ਬੈੱਡ। ਮਤਲਬ ਇਸ ਤਰ੍ਹਾਂ ਦੇ ਹਾਲਾਤ ਵਿੱਚ, ਔਰ ਅੰਨਾ ਪੈਸਾ ਆਇਆ ਹੋਏਗਾ। ਮੈਂ ਤਾਂ ਕਹਿੰਦੀ ਹਾਂ ਪਹਿਲੇ ਬੱਚਿਆਂ ਨੂੰ ਦੇਣਾ ਸੀ, ਪਹਿਲੇ ਘਰ ਜਾ ਕੇ ਮਾਲ ਫੁੱਲ ਲਗਾਉਣ ਦੀ ਜਗ੍ਹਾ ਤੁਸੀਂ ਪਹਿਲੇ ਬੱਚਿਆਂ ਨੂੰ ਫੁੱਲਾਂ ਵਾਂਗ ਪਾਲਣਾ ਸੀਗਾ। ਅਸੀਂ ਬੋਲੇ ਹੀ ਨਹੀਂ। ਅਸੀਂ ਇੰਨਾ ਸਹਿਮ ਇਸ ਕੌਮ ਵਿੱਚ ਪੈ ਗਿਆ ਕਿ ਅਸੀਂ ਉਹ ਗੱਲਾਂ ਹੀ ਨਹੀਂ ਕੀਤੀਆਂ। ਤੇ ਅੱਜ ਜਿਹੜੇ ਲੋਕ ਜਿਨ੍ਹਾਂ ਨੇ ਉਸ ਵੇਲੇ ਜੋ ਉਹਨਾਂ ਨੂੰ ਸਰਕਾਰ ਨੇ ਟੈਰਰਿਸਟ ਕਿਹਾ, ਜੋ ਜੇਲ੍ਹਾਂ ਚੋਂ ਬਾਹਰ ਆਉਂਦੇ ਨੇ, ਉਹ ਕਹਿੰਦੇ ਨੇ ਸਾਡੇ ਪਰਿਵਾਰਾਂ ਨੂੰ ਕੋਈ ਪੁੱਛਣ ਨਹੀਂ ਆਇਆ, ਸਾਡੇ ਹੱਕਾਂ ਦੀ ਗੱਲ ਨਹੀਂ ਕੀਤੀ। ਧਰਮੀ ਫੌਜੀ ਹੋ ਜਾਣ, ਕਿਹਨਾਂ ਨੇ ਗੱਲ ਕੀਤੀ? ਦਿੱਲੀ ਦੰਗੇ ਦੀਆਂ ਜਿਹੜੀਆਂ ਵਿਧਵਾਵਾਂ ਨੇ, ਸਾਡੇ ਕੌਮ ਤੇ ਸ਼ਰਮ ਦੀ ਗੱਲ ਹੈ ਕਿ ਦਿੱਲੀ ਵਿੱਚ ਅੱਜ ਵੀ ਇੱਕ ਵਿਧਵਾ ਕਾਲੋਨੀ ਹੈ ਜੀ। ਇੰਨੀ ਅਮੀਰ ਕੌਮ। ਤੁਸੀਂ ਅੱਜ ਕਾਰ ਸੇਵਾ ਲਾ ਦਿਓ, ਲੰਗਰ ਲਾ ਦਿਓ, ਤੁਸੀਂ ਆਪਣੀ ਵਿਧਵਾਵਾਂ ਨੂੰ ਤੁਸੀਂ ਇੱਕ ਸਿਆਸੀ ਪਾਰਟੀ ਦੇ ਚੋਣ ਪ੍ਰੋਮਿਸ ਛੱਡਿਆ ਕਿ ਉਹ ਆ ਕੇ ਇਹਨਾਂ ਦੇ ਬਿਜਲੀ ਦਾ ਬਿੱਲ ਮਾਫ ਕਰ ਦੇਣਗੇ। ਸਾਡੀ ਇੰਨੀ ਗੈਰਤ ਨਹੀਂ ਹੈਗੀ ਹੈ। ਕਨਵਰਜਨ ਅੱਜ ਰੌਲਾ ਪੈ ਰਿਹਾ ਦਿੱਲੀ ਵਿੱਚ। ਤੁਸੀਂ ਯਾਦ ਕਰੋ, ਅੱਜ ਤੋਂ 7 ਤੋਂ 8 ਸਾਲ ਪਹਿਲਾਂ ਰਿਪੋਰਟ ਆ ਚੁੱਕੀ ਸੀ ਕਿ ਦਿੱਲੀ ਦੰਗੇ ਜਿਹੜੇ ਪੀੜਤ ਸੀ ਉਹ ਇੰਨੇ ਦੁਖੀ ਹੋ ਗਏ ਸੀਗੇ, ਉਹਨਾਂ ਨੇ ਛੱਡ ਦਿੱਤਾ ਸੀਗਾ। ਸੋ ਆਈ ਐਮ ਜਸਟ ਸੇਇੰਗ ਕਿ ਇਹ ਕਹਿਣਾ ਬੜਾ, ਬੋਲਦਾ ਕੌਣ ਹੈ? ਅੱਜ ਵੀ ਅਸੀਂ ਬੋਲਣ ਤੋਂ ਡਰਦੇ। ਕਿੰਨਾ
1 ਸਾਲ ਤੋਂ ਅੰਮ੍ਰਿਤਪਾਲ ਦੀ ਗੱਲ ਚੱਲ ਰਹੀ ਹੈ, ਚੈਨਲਾਂ ਤੇ ਉਹਨਾਂ ਦੀ ਇੰਟਰਵਿਊ ਆ ਰਹੀ ਹੈਗੀ ਹੈ। ਕੌਣ ਬੋਲਿਆ? ਜਦ ਤੱਕ ਅਜਨਾਲਾ ਵਰਗੀ ਘਟਨਾ ਨਾ ਹੋਈ ਉਸ ਤੋਂ ਪਹਿਲੇ ਕੋਈ ਬੋਲਣ ਲਈ ਤਿਆਰ ਸੀਗਾ? ਬਿਲਕੁਲ। ਉਹ ਤੇ ਸਾਰੇ ਉੱਥੇ ਜਾ ਕੇ ਉੱਥੇ ਜਾ ਕੇ ਉਹਨੂੰ ਵਾਰਿਸ ਮੰਨ ਕੇ ਉੱਥੇ ਜਾ ਕੇ ਉਹਨੂੰ ਉਹਦੇ ਅੱਗੇ ਮੱਥਾ ਟੇਕਦੇ ਨੇ। ਕਿਉਂ ਟੇਕ ਰਹੇ ਹੋ? ਪਰ ਕਿਸੇ ਦੀ ਹਿੰਮਤ ਹੀ ਨਹੀਂ ਸੀਗੀ। ਜਦ ਸਾਡੇ ਸਾਹਮਣੇ ਗਲਤ ਹੋ ਰਿਹਾ ਹੁੰਦਾ ਸੀ, ਬੋਲਦੇ ਕਿਉਂ ਨਹੀਂ ਆ? ਸਿੱਧੂ ਸਾਹਿਬ, ਵੱਡਾ ਸਵਾਲ ਹੈ ਵੀ ਉਸ ਵੇਲੇ ਅਸੀਂ ਕਿਉਂ ਨਹੀਂ ਬੋਲਦੇ? ਉਦੋਂ ਅਸੀਂ ਸਰਕਾਰੀ ਜਿਹੜੀ ਹਕੂਮਤ ਹੈ, ਜਿਹੜੀ ਸੱਤਾ ਦੇ ਉੱਤੇ ਵਿਰਾਜਮਾਨ ਧਿਰ ਹੁੰਦੀ ਹੈ, ਉਹਦੇ ਵੱਲੋਂ ਆਪਣੇ ਸਿਆਸਤ ਦੀ ਆਪਣੇ ਨਜਾਇਜ਼ ਤਰੀਕੇ ਨਾਲ ਵਰਤੋਂ ਕਰਨ ਲੈਣ ਦੇ ਤਰੀਕਿਆਂ ਤੋਂ ਡਰਦੇ ਹਾਂ, ਜਾਂ ਅਸੀਂ ਆਪਣੇ ਕਿਸੇ ਨਿੱਜੀ ਮੁਫਾਦਾਂ ਕਰਕੇ ਡਰ ਜਾਂਦੇ ਹਾਂ, ਜਾਂ ਮਤਲਬ ਪਿਛਲੇ ਸਮੇਂ ਤੋਂ ਸਾਡੀ ਪਰਵਰਿਸ਼ ਇਸ ਤਰੀਕੇ ਨਾਲ ਕੀਤੀ ਗਈ ਕਿ ਚੱਲ ਛੱਡ ਆਪਾਂ ਕੀ ਲੈਣਾ? ਦੇਖੋ, ਮੈਂ ਜਿਸ ਗੱਲ ਦੇ ਵੱਲ ਮੈਂ ਇਸ਼ਾਰਾ ਕਰਨਾ ਚਾਹੁੰਦਾ ਸੀ ਉਹ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਕੰਡੈਮ ਕਰ ਦੇਣਾ, ਉਹਨਾਂ ਦੇ ਹਰਕਤਾਂ ਦੀ, ਉਹਨਾਂ ਦੀ ਬੋਲ ਬਾਣੀ ਦੀ ਨਿੰਦਿਆ ਕਰਨੀ ਵੀ ਚਾਹੀਦੀ ਹੈ, ਪਰ ਉਹਨੇ ਦੇ ਨਾਲ ਕੰਮ ਖਤਮ ਹੋ ਜਾਂਦਾ। ਮੈਂ ਇਹ ਜਿਹੜੀ ਗੱਲ ਕਹਿ ਰਿਹਾ ਕਿ ਜਿਹੋ ਜਿਹਾ ਮਾਹੌਲ ਪੰਜਾਬ ਦੇ ਵਿੱਚ ਹੈ, ਜਿੱਥੇ ਕਿ ਅਸੀਂ, ਇਹ ਨਹੀਂ ਹੈ ਕਿ ਕੋਈ ਇੱਕ ਜਣਾ ਬੋਲੇ, ਇੱਕ ਜਣਾ ਬੋਲਣ ਵਾਲੇ ਵੀ ਔਰ ਸਾਰਾ ਰਿਸਕ ਲੈ ਕੇ ਬੋਲਣ ਵਾਲਿਆਂ ਦੀ ਵੀ ਪੰਜਾਬ ਦੇ ਵਿੱਚ ਬੜੀ ਵੱਡੀ ਪਰੰਪਰਾ ਰਹੀ ਹੈ ਔਰ ਉਹਨਾਂ ਨੇ ਕੁਰਬਾਨੀ ਦਿੱਤੀ ਹੈ। ਇਹ ਗੱਲ ਮੈਂ ਇਹਦੇ ਨਾਲ ਸਹਿਮਤ ਨਹੀਂ ਕਿ ਲੋਕ ਨਹੀਂ ਬੋਲੇ। ਮੈਂ ਇਹ ਗੱਲ ਕਹਿ ਰਿਹਾ ਕਿ ਅਸੀਂ ਕਿਸ ਤਰ੍ਹਾਂ ਦੇ ਨਾਲ ਸਿਲੈਕਟਿਵਲੀ ਸੁਣਨ ਦੇ ਆਦੀ ਹੈ। ਮਤਲਬ ਜੋ ਅੰਮ੍ਰਿਤਪਾਲ ਸਿੰਘ ਹੁਣੀ ਪਿਛਲੇ 5-6 ਮਹੀਨਿਆਂ ਤੋਂ ਉਹ ਜਿਸ ਕਿਸਮ ਦੀ ਕਾਰਗਰਦਗੀ ਦੇ ਨਾਲ ਚੱਲ ਰਹੇ ਸੀ, ਤੇ ਉਹਦੇ ਵਿੱਚ ਅਜਨਾਲਾ ਵਰਗਾ ਇੱਕ ਸਟੇਜ ਕੀਤਾ ਹੋਇਆ ਪੂਰੀ ਤਰ੍ਹਾਂ ਦੇ ਨਾਲ ਇੱਕ ਨਾਟਕੀ ਪੇਸ਼ਕਾਰੀ ਸੀ ਉਹ ਹਿੰਸਾ ਦੀ ਤੇ ਇੱਕ ਬਾਣੇ ਦੀ। ਉਹ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਕਾਸਟਿਊਮ ਡਰਾਮਾ ਚੱਲ ਰਿਹਾ ਹੋਵੇ, ਜਿਵੇਂ ਕਿ ਜਿਸ ਨੂੰ ਕਿ ਜਿਹੜਾ ਕਿ ਇੱਕ ਬੁਨਿਆਦੀ ਤੌਰ ਤੇ ਇੱਕ ਵੀਡੀਓ ਕੈਮਰਾ ਦੇ ਫਰੇਮ ਦੇ ਲਈ ਜਿਵੇਂ ਸ਼ੂਟਿੰਗ ਹੋ ਰਹੀ ਹੋਵੇ। ਕੀ ਸਾਨੂੰ ਇਹ ਨਹੀਂ ਸੀ ਦਿਸ ਰਿਹਾ ਕਿ ਇਹ ਹੋਣ ਜਾ ਰਿਹਾ ਹੈ ਉਸ ਵੇਲੇ ਤੋਂ? ਔਰ ਦੂਸਰੀ ਜਿਹੜੀ ਗੱਲ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ। ਅਸੀਂ 26 ਜਨਵਰੀ 2021 ਨੂੰ ਬਿਲਕੁਲ ਇਹੋ ਹੀ ਰੱਦੇ ਅਮਲ ਅਸੀਂ ਉਦੋਂ ਦੇਖਦੇ ਹਾਂ ਜਦੋਂ ਲਾਲ ਕਿਲੇ ਦੇ ਵੱਲ ਇਹ ਜੀ ਉੱਥੇ ਕੇਸਰੀ ਝੰਡਾ ਚੜਾਉਣਾ ਹੈ, ਇਹ ਸਾਡਾ ਹੱਕ ਹੈ ਤੇ ਅਸੀਂ ਉੱਥੇ ਜਾ ਕੇ ਹਮਲਾ ਕਰਨਾ ਹੈ ਵਗੈਰਾ ਵਗੈਰਾ ਦੀ ਜਦੋਂ ਇਹ ਸਾਰੀ ਇੱਕ ਬਿਸਾਤ ਵਿਛਾਈ ਜਾ ਰਹੀ ਸੀ। ਔਰ ਉੱਥੇ ਵੀ ਉਹ ਵੀ ਇੱਕ ਪੂਰੀ ਤਰ੍ਹਾਂ ਦੇ ਨਾਲ ਇੱਕ ਸਟੇਜ ਤੇ ਟੀਵੀ ਕੈਮਰਿਆਂ ਦੇ ਲਈ ਇੱਕ ਕੀਤੀ ਜਾ ਰਹੀ ਕਾਰਗੁਜ਼ਾਰੀ ਸੀ, ਜਿਸ ਦੇ ਨਾਲ ਕਿ ਇਹ ਗੱਲ ਬਣਦੀ ਸੀ ਕਿ ਇਹ ਜਿਹੜੇ ਅੰਦੋਲਨਕਾਰੀ ਆਏ ਨੇ ਬੁਨਿਆਦੀ ਤੌਰ ਤੇ ਖਾਲਿਸਤਾਨੀ ਹੀ ਆਏ ਨੇ, ਆ ਲੱਗ ਗਿਆ ਪਤਾ। ਔਰ ਮੀਡੀਆ ਨੇ ਉਦੋਂ ਵੀ ਸਾਡੇ ਨਾਲ ਆਹ ਕੁਝ ਹੀ ਕੀਤਾ। ਮੈਂ ਜਿਹੜੀ ਗੱਲ ਕਹਿਣੀ ਚਾਹ ਰਿਹਾ ਕਿ ਇਹਦੇ ਅੰਦਰ ਇਸ ਸਕ੍ਰਿਪਟ ਦੇ ਇਹ ਜੋ ਕੁਝ ਚੱਲ ਰਿਹਾ ਹੈ, ਇਹ ਸਭ ਤੋਂ ਵੱਡਾ ਸਵਾਲ ਸਿੱਖ ਕੌਮ ਦੇ ਸਾਹਮਣੇ ਵੀ ਹੈ ਜੀ। ਉਹ ਇਹ ਹੈ ਕਿ ਸਿੱਖ ਲਹਿਰ ਆਪਣੇ ਆਪ ਦਾ ਭਵਿੱਖ ਕੀ ਵੇਖਦੀ ਹੈ। ਸਾਡੇ ਕੋਲ ਵੱਧ ਤੋਂ ਵੱਧ ਕੀ ਹੈ ਸਿੱਖੀ ਦੇ ਬਾਰੇ ਨੂੰ ਕਿ ਇਹਦਾ ਪ੍ਰਚਾਰ ਕੀਤਾ ਜਾਵੇ। ਪ੍ਰਚਾਰ ਕਰਨ ਦਾ ਕੀ ਮਤਲਬ ਹੁੰਦਾ ਹੈ ਕਿ ਇਹਦਾ ਪਸਾਰਾ ਹੋਵੇ ਤੇ ਫਿਰ ਉਹ ਦੂਜਿਆਂ ਨੂੰ ਵੀ ਪ੍ਰਚਾਰ ਕਰਨ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਉਹਨਾਂ ਨੂੰ ਅਸੀਂ ਕਨਵਰਜਨਸ ਕਹਿ ਕੇ ਕਿਉਂ ਕੰਡੈਮ ਕਰ ਰਹੇ ਹਾਂ? ਇਹ ਤੇ ਸਾਰਿਆਂ ਦਾ ਸੰਵਿਧਾਨਕ ਹੱਕ ਹੈ ਤੇ ਫਿਰ ਇਹ ਹਰੇਕ ਨੂੰ ਆਪਣੀ ਮਰਜ਼ੀ ਦੇ ਨਾਲ ਚੁਣ ਦਿੱਤਾ ਜਾਵੇ। ਗੱਲ ਇਹ ਹੈ ਕਿ ਅਸੀਂ ਭਾਈਚਾਰੇ ਦੇ ਅੰਦਰ ਇੱਕ ਤੇ ਸਿੱਖ ਸਿਧਾਂਤ ਤੇ ਸਿੱਖ ਭਾਈਚਾਰਾ ਨੂੰ ਇੱਕ ਮੰਨਣਾ ਬੰਦ ਕਰੀਏ। ਮੇਰੀ ਇਹ ਸੀਰੀਅਸ ਸਬਮਿਸ਼ਨ ਹੈ ਕਿ ਇਹ ਇੱਕ ਚੀਜ਼ ਨਹੀਂ ਹੈਗੇ। ਸਿੱਖ ਸਿਧਾਂਤ ਦੀਆਂ ਹੀ ਦਿੱਤੀਆਂ ਕਸਵੱਟੀਆਂ ਦੇ ਉੱਤੇ ਸਿੱਖ ਭਾਈਚਾਰਾ ਕੀ ਪੂਰਾ ਉਤਰ ਰਿਹਾ ਹੈ? ਮੈਂ ਸਮਝਦਾ ਕਿ ਨਹੀਂ ਉਤਰ ਰਿਹਾ। ਇਹ ਇਸ ਸਮੇਂ ਹੋਰ ਕਿਸੇ ਵੀ ਭਾਈਚਾਰੇ ਵਰਗਾ ਭਾਈਚਾਰਾ ਹੈ ਜਿਹੜਾ ਆਪਣੇ ਹਿੱਤਾਂ ਦੇ ਲਈ ਬਹੁਤ ਸਜਗ ਹੈ ਔਰ ਕਿਸੇ ਦੇ ਵੀ ਖਿਲਾਫ ਬੋਲਣ ਨੂੰ ਇਹਦੀ ਜ਼ੁਬਾਨ ਬਹੁਤ ਲੰਬੀ ਹੋ ਚੁੱਕੀ ਹੈ। ਮੈਂ ਨਹੀਂ ਸਮਝਦਾ ਕਿ ਇਹ ਸਿੱਖ ਸਿਧਾਂਤ ਦੇ ਕਿਸੇ ਵੀ ਅਸੂਲ ਦੇ ਮੁਤਾਬਕ ਅਸੀਂ ਉਹਦੇ ਤੇ ਪੂਰੇ ਉਤਰ ਰਹੇ ਹਾਂ। ਔਰ ਸਿੱਖ ਲਹਿਰ ਦੇ ਜਿਹੜਾ ਇੱਕ ਸਮਾਜੀ ਇਨਕਲਾਬੀ ਸੇਧ ਜਿਹੜੀ ਇਹਦੇ ਅੰਦਰ ਸੀ, ਅੱਜ ਤੱਕ ਅਸੀਂ ਇਹ ਸਵਾਲ ਢੰਗ ਨਾਲ ਨਹੀਂ ਉਠਾਇਆ ਕਿ ਔਰਤਾਂ ਨੂੰ ਅੱਜ ਤੱਕ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਉਹਨਾਂ ਨੂੰ ਕੀਰਤਨ ਕਰਨ ਦੀ ਮਨਜ਼ੂਰੀ ਨਹੀਂ ਹੈ। ਮੈਂ ਜਿੰਨੀ ਇਸ ਕਿਸਮ ਦੀਆਂ ਇਹ ਪੈਂਡਿੰਗ ਗੱਲਾਂ ਨੇ, ਕਿਸੇ ਵੇਲੇ SGPC ਦੇ ਵਿੱਚ ਜਦੋਂ ਇਹ ਬਣਾਈ ਗਈ ਸੀ ਤਾਂ ਗਿਆਨੀ ਹੀਰਾ ਸਿੰਘ ਦਰਦ ਵਰਗੇ ਮਹਾਨ
ਜਿਹੜੇ ਭਵਿੱਖ ਦ੍ਰਿਸ਼ਟਾ ਸਾਡੇ ਕੋਲ ਲੀਡਰ ਸਨ, ਉਹ ਇਹ ਕਹਿ ਰਹੇ ਸਨ ਕਿ ਇਹਦੇ ਜ਼ਰੀਏ ਪੰਜਾਬ ਦੇ ਅੰਦਰ ਨਵੀਆਂ ਸੰਸਥਾਵਾਂ ਖੜੀਆਂ ਕਰਕੇ ਪਛੜਿਆ ਇਲਾਕਿਆਂ, ਗਰੀਬ ਤੱਕ ਇਹਨਾਂ ਸੇਵਾਵਾਂ ਨੂੰ ਪਹੁੰਚਾਈਏ ਤੇ ਉਹਨਾਂ ਦਾ ਇਖਲਾਕੀ ਤੇ ਜਾਣਕਾਰੀ ਦਾ ਪੱਧਰ ਉੱਪਰ ਉਠਾਈਏ ਤੇ ਪੰਜਾਬ ਅੱਗੇ ਜਾਏਗਾ। ਮੈਨੂੰ ਇਹ ਮੈਂ ਪੁੱਛਣਾ ਚਾਹੁੰਦਾ ਹੈ ਕਿ ਐਸਜੀਪੀਸੀ ਨੇ ਜਿੰਨੇ ਸਕੂਲ ਖੋਲੇ ਨੇ ਉਹਨਾਂ ਚੋਂ ਪੰਜਾਬੀ ਮਾਧਿਅਮ ਦੇ ਸਕੂਲ ਕਿੰਨੇ ਨੇ ਤੇ ਅੰਗਰੇਜ਼ੀ ਮਾਧਿਅਮ ਦੇ ਕਿੰਨੇ ਨੇ? ਇੱਕ ਵੀ ਸਕੂਲ ਉਹਨਾਂ ਨੇ ਪੰਜਾਬੀ ਮਾਧਿਅਮ ਦਾ ਨਹੀਂ ਖੋਲਿਆ। ਜਦੋਂ ਖੁਦ ਅਸੀਂ ਇਸ ਤਰ੍ਹਾਂ ਦੀਆਂ ਇੱਕ ਸੰਸਥਾਈ ਅਨਾਚਾਰ ਦਾ ਸ਼ਿਕਾਰ ਹੋ ਚੁੱਕੇ ਹਾਂ ਔਰ ਸਾਨੂੰ ਲੜਨਾ ਨਹੀਂ ਆ ਰਿਹਾ ਉਹਦੇ ਖਿਲਾਫ, ਇਹਦੇ ਬਾਬਤ ਬੋਲਣ ਦੇ ਲਈ ਅਸੀਂ ਗੱਲ ਕਰਨ ਨੂੰ ਇੱਕ ਤਰ੍ਹਾਂ ਦੇ ਨਾਲ ਬਚਦੇ ਆ ਜਾਂ ਰੌਲਾ ਗੌਲਾ ਪੈ ਜਾਂਦਾ ਹੈ। ਹਾਊਪਰਾ ਕਰਕੇ ਹਰੇਕ ਜਣੇ ਨੂੰ ਦੂਜੇ ਦਾ ਏਜੰਟ, ਇਹ ਹਿੰਦੂਵਾਦੀ, ਇਹ ਬ੍ਰਾਹਮਣ, ਇਹ ਫਲਾਨਾਵਾਦੀ ਕਰਕੇ ਆਹ ਹੀ ਬੰਦੇ, ਔਰ ਉਹ ਅੰਮ੍ਰਿਤਪਾਲ ਨਹੀਂ ਕਰਦਾ, ਅੰਮ੍ਰਿਤਪਾਲ ਤੋਂ ਪਹਿਲਾਂ ਵੀ ਕਰਨ ਵਾਲੇ ਇਹੋ ਜਿਹੇ ਬੰਦੇ ਬਹੁਤ ਸੀ ਔਰ ਉਹ ਚੰਡੀਗੜ੍ਹ 'ਚ ਬਹੁਤ ਬੈਠੇ ਨੇ ਜਿਨ੍ਹਾਂ ਦਾ ਕੰਮ ਹੀ ਇਹ ਹੈ ਕਿ ਜੀ ਬਸ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਹੈ। ਔਰ ਸਿੱਖਾਂ ਭਾਈਚਾਰੇ ਦੇ ਅੰਦਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਇਹਦੇ ਕੋਲ ਭਵਿੱਖ ਦਾ ਕੀ ਨਕਸ਼ਾ ਹੈ? ਕੀ ਇਹਦੇ ਕੋਲ ਹੁਣ ਨਕਸ਼ਾ ਇਹੋ ਹੀ ਬਚਿਆ ਹੈ ਕਿ ਇਹਨੇ ਪੰਜਾਬ ਦੇ ਨਾਲੋਂ ਸਿਰਫ ਇੱਕ ਖਿੱਤੇ ਦੇ ਤੌਰ ਤੇ ਇਹ ਪੰਜਾਬ ਨੂੰ ਆਪਣੇ ਵੱਸ 'ਚ ਰੱਖਣਾ ਚਾਹੁੰਦਾ ਹੈ ਤੇ ਭਵਿੱਖ ਦੇ ਲਈ ਇਹ ਕੈਨੇਡਾ ਜਾਂ ਅਮਰੀਕਾ ਦੇ ਵੱਲ ਵੇਖਦਾ, ਬਸ ਇੱਥੇ ਸਾਡਾ ਇੱਕ ਜਾਇਦਾਦ ਬਣੀ ਰਹੇ, ਇਹ ਸਾਡਾ ਆਉਣ ਜਾਣ ਜਿਹਾ ਇੱਥੇ ਰਹੇ। ਇਸ ਤਰ੍ਹਾਂ ਦੇ ਨਾਲ ਕੋਈ ਚੀਜ਼ਾਂ ਨਹੀਂ ਬਚਦੀਆਂ ਹੁੰਦੀਆਂ। ਮੈਂ ਇੱਕ ਗੱਲ ਇੱਥੇ ਇਹ ਦੱਸ ਦਿਆਂ ਕਿ ਸਿੱਖ ਭਾਈਚਾਰੇ ਦੀਆਂ, ਜੇ ਹੁਣ ਭਾਈਚਾਰੇ ਦੀ ਗੱਲ ਵੀ ਕਰਨੀ ਹੈ ਜੀ, ਦੀਆਂ ਜਿੰਨੀਆਂ ਵੀ ਵੱਡੀਆਂ ਜਿੱਤਾਂ ਹੋਈਆਂ ਨੇ 20ਵੀਂ ਸਦੀ 'ਚ ਖਾਸ ਤੌਰ ਤੇ, ਉਹ ਸਾਰੇ ਪੰਜਾਬੀਆਂ ਨੇ ਉਹਦੇ ਵਿੱਚ ਮੋਢਾ ਲਾਇਆ ਹੈ। ਸਭ ਤੋਂ ਵੱਡੀ ਹਜੇ ਤੱਕ ਦੀ ਸਾਡੀ ਪ੍ਰਾਪਤੀ 1920 ਤੋਂ 25 ਤੱਕ ਦਾ ਚੱਲਿਆ ਅਕਾਲੀ ਅੰਦੋਲਨ ਜਾਂ ਲਹਿਰ ਹੈ ਔਰ ਉਹਦੇ ਵਿੱਚ ਮੁਸਲਮਾਨ ਵੀ ਸ਼ਾਮਿਲ ਸਨ, ਹਿੰਦੂ ਵੀ ਸ਼ਾਮਿਲ ਸਨ, ਕਮਿਊਨਿਸਟ ਵੀ ਸ਼ਾਮਿਲ ਸਨ, ਗਦਰੀ ਵੀ ਸ਼ਾਮਿਲ ਸਨ ਔਰ ਇਹ ਸਾਰੀ ਲੀਡਰਸ਼ਿਪ ਉਦੋਂ ਇਸ ਅੰਚੋਂ ਹੀ, ਕਮਿਊਨਿਸਟ ਤੇ ਕਾਂਗਰਸੀ ਤੇ ਅਕਾਲੀ ਲੀਡਰਸ਼ਿਪ ਹੀ ਇਹਦੇ ਵਿੱਚੋਂ ਨਿਕਲ ਕੇ ਅੱਗੇ ਗਈ ਜੀ। ਮੈਂ ਹੁਣੇ ਕਹਿ ਰਿਹਾ ਔਰ ਉਹ ਪੂਰੀ ਤਰ੍ਹਾਂ ਦੇ ਨਾਲ ਸ਼ਾਂਤਮਈ ਅੰਦੋਲਨ ਸੀ। ਮਹਾਤਮਾ ਗਾਂਧੀ ਉਹਦੇ ਨਾਲ ਲੱਗਦਾ ਸਾਰਾ ਮੁਲਕ ਤੁਹਾਡੇ ਗੁਣ ਗਾਉਂਦਾ ਹੈ, ਜਿਵੇਂ ਕਿ ਕਿਸਾਨ ਅੰਦੋਲਨ ਦੇ ਅੰਦਰ ਦਿੱਤੀ ਗਈ ਪੰਜਾਬ ਦੀ ਅਗਵਾਈ ਨੂੰ ਸਾਰੇ ਹਿੰਦੁਸਤਾਨ ਨੇ ਸਲਾਮ ਕੀਤਾ, ਆਪਣੇ ਦਿਲ ਦੇ ਨਾਲ ਲਾਇਆ, ਆਖਿਆ ਕਿ ਪੰਜਾਬ ਦੇ ਵਿੱਚੋਂ ਇਹ ਜਿਹੜੀ ਗੱਲ ਉੱਠੀ ਹੈ ਇਹਨੂੰ ਸਾਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਐਵੇਂ ਹੀ ਮੈਂ ਯਾਦ ਕਰਵਾ ਦਿਆਂ ਕਿ ਸੰਨ 77 ਤੱਕ ਨੇ ਸਭ ਤੋਂ ਰੋਬਸਟ ਰੈਜ਼ਿਸਟੈਂਸ ਦਿੱਲੀ ਜਿਹੜਾ ਮੋਰਚੇ ਦੇ ਲਈ ਜਥਾ ਜਾਂਦਾ ਸੀ ਐਮਰਜੈਂਸੀ ਦੇ ਖਿਲਾਫ, ਉਹ ਅਕਾਲੀ ਦਲ ਨੂੰ ਉਹਦਾ ਸਿਹਰਾ ਵੱਜਦਾ ਉਸ ਅਕਾਲੀ ਦਲ ਨੂੰ। ਮੈਂ ਇਹ ਕਹਿਣਾ ਚਾਹੁੰਦਾ ਹੈ ਕਿ ਸਾਂਝਾ ਪੰਜਾਬ ਜਦੋਂ ਵੀ ਜਿੱਥੇ ਆ ਕੇ ਲੜਦਾ ਹੈ, ਜਿੱਤਾਂ ਹਾਸਲ ਕਰਦਾ ਹੈ, ਦਿੱਲੀ ਦੇ ਦਰਬਾਰ ਨੂੰ ਜਦੋਂ ਉਹ ਕੰਬਣੀ ਛੇੜਦਾ ਹੈ ਤਾਂ ਪੰਜਾਬ ਦੇ ਵਿੱਚ ਇਹੋ ਜਿਹੇ ਬੰਦੇ ਪਲਾਂਟ ਕੀਤੇ ਜਾਂਦੇ ਆ ਜਿਹੜੇ ਕਿ ਇਸ ਸਾਂਝੀ ਪੰਜਾਬੀਆਂ ਦੀ ਲੜਾਈ ਨੂੰ ਖੋਰ ਕੇ ਸਿੱਖਾਂ ਦੀ ਵੱਖਰੀ ਪਛਾਣ, ਸਿੱਖਾਂ ਨਾਲ ਹੋ ਰਿਹਾ ਧੱਕਾ, ਸਿੱਖਾਂ ਦੇ ਆਊਟਸਟੈਂਡਿੰਗ ਇਸ਼ੂਜ਼ ਦਾ ਸਵਾਲ ਉਠਾ ਕੇ ਅੰਦਰਲੇ ਪਾਸੇ ਕਲਾ ਪਵਾਉਂਦਾ ਹੈ। ਭੁੱਲੀਏ ਨਾ ਆਪਾਂ ਕਿ ਭਿੰਡਰਾਂ ਵਾਲੇ ਨੂੰ ਪਲਾਂਟ ਇਸੇ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ, ਉਹਦਾ ਹਮਲਾ ਅਕਾਲੀ ਲੀਡਰਸ਼ਿਪ ਦੇ ਉੱਪਰ ਸੀ ਔਰ ਉਹਨੇ ਅਕਾਲੀਆਂ ਨੂੰ ਪੰਜਾਬ ਦੇ ਵਿੱਚੋਂ ਲਗਾਤਾਰ ਬਦਜ਼ਨ ਕੀਤਾ ਔਰ ਜਿਹੜੀ ਜਵਾਨੀ ਉਹਦੇ ਮਗਰ ਗਈ ਉਹਨਾਂ ਦਾ ਆਪਣਾ ਰੱਦੇ ਅਮਲ ਕੀ ਰਿਹਾ। ਉਵੇਂ ਤੁਸੀਂ ਯਾਦ ਕਰੋ ਕਿ ਕਿਸਾਨ ਅੰਦੋਲਨ ਦੇ ਵਿੱਚ ਸਾਰਾ ਪੰਜਾਬ ਇਕੱਠਿਆਂ ਹੋ ਕੇ, ਪੰਜਾਬ ਤੇ ਹਰਿਆਣਾ ਇਕੱਠਿਆਂ ਹੋ ਰਿਹਾ ਹੈ, ਜਿਹੜਾ ਇੱਕ ਤਫਰਕਾ ਪਿਆ ਹੋਇਆ ਸੀ, ਕਿੰਨੀ ਵਿਸ਼ਾਲ ਏਕਤਾ ਉੱਭਰ ਰਹੀ ਹੈ। ਇਹਨੂੰ ਖੇਰੂ ਕਰਨ ਦੇ ਲਈ ਅੰਮ੍ਰਿਤਪਾਲ ਨੂੰ ਜਿਵੇਂ ਪੰਜਾਬ ਦੇ ਵਿੱਚ ਲਾਇਆ ਗਿਆ ਹੈ ਕਿ ਲੜਾਈ ਅੰਦਰ ਦੀ ਹੈ, ਲੜਾਈ ਪੰਜਾਬ ਦੇ ਵਿੱਚ ਹੀ ਲੜੀ ਜਾਣੀ ਹੈ, ਕਿਸੇ ਕੇਂਦਰ ਸਰਕਾਰ ਦੀ ਗੱਲ ਦੇ ਉੱਪਰ ਕੋਈ ਕਰਨ ਦਾ ਮਤਲਬ ਹੀ ਨਹੀਂ ਹੈ। ਮੈਂ ਇਹ ਕਹਿ ਰਿਹਾ ਕਿ ਇਹ ਵਿਸਾਤ ਪਹਿਲੀ ਵਾਰ ਨਹੀਂ ਆਈ, ਉਹਦੇ ਅੰਦਰ ਅੰਮ੍ਰਿਤਪਾਲ ਨੂੰ ਜੋ ਵੀ ਕਹਿ ਲਈਏ, ਵਾਰਿਸ ਪੰਜਾਬ ਨੂੰ ਸਾਰਾ ਹੀ ਮਾੜਾ ਆਖਿਆ ਜਾ ਸਕਦਾ, ਉਹ ਕੋਈ ਭਲਾ ਕੰਮ ਤੇ ਕਰ ਨਹੀਂ ਰਹੇ। ਪਰ ਮੈਂ ਇੱਕ ਗੱਲ ਇਹ ਜਾਣਨੀ ਚਾਹੁੰਦਾ ਹਾਂ ਕਿ ਸਾਡੀਆਂ ਬਾਕੀ ਧਿਰਾਂ ਦੇ ਕੋਲ ਇਹ ਜ਼ਬਾਨੀ ਜਿਹੜੀ ਉਹਦੇ ਵਿੱਚ ਦਿਸਦੀ ਹੈ ਸਾਨੂੰ, ਉਹ ਸਾਡੇ ਹੀ ਪਿੰਡਾਂ ਦੇ ਨੌਜਵਾਨ ਨੇ, ਉਹ ਸਾਡੇ ਹੀ, ਉਹ ਕਿਹੜਿਆਂ ਘਰਾਂ ਤੋਂ ਆਏ ਹੋਣਗੇ? ਕੀ ਉਹ ਬਹੁਤ ਖਾਂਦੇ ਪੀਂਦੇ ਘਰਾਂ ਦੇ ਬੱਚੇ ਨੇ ਕਿ ਕੀ ਉਹ ਗਰੀਬ ਪੰਜਾਬੀਆਂ ਦੇ, ਮਜ਼ਦੂਰਾਂ ਦੇ, ਛੋਟੇ ਕਿਸਾਨਾਂ ਦੇ ਬੱਚੇ ਨੇ ਜਿਨ੍ਹਾਂ ਦੇ ਕੋਲ ਨਾ ਅਸੀਂ ਚੱਜ ਦੀ ਸਿੱਖਿਆ ਦੇ ਸਕੇ ਆ, ਨਾ ਉਹਨਾਂ ਦੇ ਕੋਲ ਮਾੜਾ ਧੀੜਾ ਸਨਮਾਨਜਨਕ ਰੋਜ਼ਗਾਰ ਹੈ, ਨਾ ਖੇਤੀਬਾੜੀ ਕੋਈ ਲਾਹੇਵੰਦਾ ਧੰਦਾ ਰਹਿ ਗਿਆ,
ਨਾ ਹੀ ਉਹਨਾਂ ਦੇ ਕੋਲ ਭਵਿੱਖ ਦਾ ਹੀ ਕੋਈ ਸੁਪਨਾ ਬਚਿਆ, ਜਿਨ੍ਹਾਂ ਨੂੰ ਅਸੀਂ ਐਨ ਇਸ ਆਧੁਨਿਕਤਾ ਦੇ ਤੇ ਤਰੱਕੀ ਦੇ ਆਉਣ ਦੇ ਪਟੇ ਤੋਂ ਬਿਲਕੁਲ ਲਾਂਭੇ ਕਰ ਦਿੱਤਾ ਹੈ। ਉਹਨਾਂ ਨੇ ਫਿਰ ਆਪਣੇ ਆਪ ਨੂੰ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦਾ ਕੋਈ ਪਰਪਸ ਉਹਨਾਂ ਨੂੰ ਇਹੋ ਹੀ ਲੱਗਦਾ ਕਿ ਗੁਰੂ ਦੇ ਲੇਖੇ ਲੱਗ ਕੇ ਅਸੀਂ ਇਸ ਲੜਾਈ ਦੇ ਵਿੱਚ ਸ਼ਹੀਦ ਹੋ ਜਾਈਏ। ਬਿਲਕੁਲ ਮੈਂ ਇਹ ਕਹਿ ਰਿਹਾ ਕਿ ਜਿਹੜੀ ਸੰਵਾਦਹੀਣਤਾ ਅਸੀਂ ਪੰਜਾਬ ਦੇ ਵਿੱਚ ਨਰਚਰ ਕੀਤੀ ਹੈ, ਇਸ ਤਰ੍ਹਾਂ ਦੇ ਨਾਲ ਮਿੱਥ ਕੇ ਅਸੀਂ ਆਪਣੇ ਉੱਚ ਸਿੱਖਿਆ ਅਦਾਰਿਆਂ ਨੂੰ, ਯੂਨੀਵਰਸਿਟੀਆਂ ਦਾ ਗਲਾ ਘੁੱਟ ਰਹੇ ਹਾਂ, ਜਿਵੇਂ ਅਸੀਂ ਸਕੂਲੀ ਸਿੱਖਿਆ ਨੂੰ ਤਬਾਹ ਹੋਣ ਦਿੱਤਾ, ਜਿਵੇਂ ਅਸੀਂ ਆਪਣੀ ਜ਼ੁਬਾਨ ਤੋਂ ਟੁੱਟੇ, ਅਸੀਂ ਦਰਅਸਲ ਪੰਜਾਬ ਦੇ ਆਮ ਕਿਰਤੀ ਪਰਿਵਾਰ ਤੋਂ ਟੁੱਟੇ। ਅਸੀਂ ਪੰਜਾਬ ਦੀ ਉਸ ਵਿਰਾਸਤ ਤੋਂ ਖੁਦ ਟੁੱਟਿਆ ਖਾਂਦਾ ਪੀਂਦਾ ਤਬਕਾ, ਜਿਹੜਾ ਕਿ ਆਪਣਾ ਭਵਿੱਖ ਬਣਾ ਕੇ ਹੁਣ ਲੋਕਾਂ ਨੂੰ ਮਤਾਂ ਦੇਣ ਦੇ ਲਈ ਇੱਥੇ ਆਜ਼ਾਦ ਹੈ। ਉਹ ਆਪਦੇ ਬੱਚੇ ਉਹਦੇ ਬਾਹਰ ਨੇ ਜਾਂ ਬਾਹਰ ਜਾਣਾ ਚਾਹੁੰਦੇ ਨੇ ਜਾਂ ਤਿਆਰੀ 'ਚ ਨੇ, ਉਹਨਾਂ ਦਾ ਇੱਥੇ ਆਪਣੇ ਬੱਚਿਆਂ ਨੂੰ ਇਸ ਅੱਗ ਤੋਂ ਬਾਹਰ ਕੱਢ ਕੇ ਤੇ ਜਿਹੜੇ ਇੱਥੇ ਬੱਚੇ ਰਹਿ ਗਏ ਆ ਉਹਨਾਂ ਨੂੰ ਅਸੀਂ ਨਿੰਦ ਰਹੇ ਹਾਂ। ਮੈਥੋਂ ਇਹ ਕੰਮ ਕਰਨਾ ਮੈਨੂੰ ਥੋੜਾ ਜਿਹਾ ਠੀਕ ਨਹੀਂ ਲੱਗਦਾ। ਉਹਨਾਂ ਦੇ ਨਾਲ ਸਾਰੇ ਮਤਭੇਦ ਦੇ ਬਾਵਜੂਦ ਮੈਂ ਥੋੜੀ ਗੱਲ ਲੰਬੀ ਕਰ ਗਿਆ, ਬਸ ਇੰਨੀ ਗੱਲ ਹੀ ਹੈ ਕਿ ਅਸੀਂ ਫਰੀਦ ਸਾਹਿਬ ਜਿਹੜੀ ਗੱਲ ਕਹਿੰਦੇ ਆ ਨਾ ਬੁੱਧੀਜੀਵੀਆਂ ਨੂੰ ਕਿ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਨੜਾ ਗਰੀਬਾਨ ਮੈਂ ਸਿਰ ਨੀਵਾ ਕਰ ਦੇਖ। ਇਹ ਸਾਡੇ ਲਈ ਵੀ ਆਪਣੇ ਗਰੀਬਾਨ ਦੇ ਵਿੱਚ ਵੇਖਣ ਦੀ ਘੜੀ ਹੈ। ਅੰਮ੍ਰਿਤਪਾਲ ਨੇ ਸਾਨੂੰ ਜੇ ਇਸ ਕੰਮ ਦੇ ਲਈ ਵੀ ਉਹ ਮਜਬੂਰ ਕਰਦੇ ਕਿ ਅਸੀਂ ਆਪਣੇ ਕੱਚ ਸੱਚ ਨੂੰ ਵੀ ਪਰਖਣਾ, ਮੈਂ ਸਮਝਦਾ ਵੀ ਸ਼ਾਇਦ ਉਹ ਕੋਈ ਭਲੀ ਗੱਲ ਹੋਏਗੀ, ਇਹ ਸਾਨੂੰ ਆਪ ਕੱਢਣੀ ਪੈਣੀ। ਜੀ ਮੈਂ ਗਰਗ ਸਾਹਿਬ ਤੋਂ ਇਹ ਗੱਲ ਪੁੱਛਣੀ ਚਾਹੁੰਦਾ, ਇਹ ਜਿਹੜੀ ਪਲਾਂਟੇਸ਼ਨ ਦੀ ਗੱਲ ਸਿੱਧੂ ਸਾਹਿਬ ਨੇ ਕੀਤੀ ਹੈ, ਇਹ ਸਾਰਾ ਕੁਝ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਸ਼ਾਂਤ ਪਾਣੀਆਂ 'ਚ ਡਾਂਗ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਸਥਿਰ ਮਾਹੌਲ ਨੂੰ ਅਸਥਿਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਬਾਰਡਰ ਸਟੇਟ ਕਹਿ ਕੇ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਨਸ਼ੇ ਦੇ ਜ਼ਰੀਏ, ਡਰੋਨ ਦੇ ਜ਼ਰੀਏ, ਜਿਹੋ ਜਿਹੇ ਅਸੀਂ ਸੰਸੇ ਤੌਖਲੇ ਪ੍ਰਗਟਾਉਂਦੇ ਹਾਂ। ਪਰ ਗੱਲ ਇਹ ਹੈ ਕਿ ਇਹਦੇ ਬਦਲੇ ਦੇ ਵਿੱਚ ਪੰਜਾਬ ਨੂੰ ਅੱਜ ਤੱਕ ਮਿਲਿਆ ਤਾਂ ਕਦੇ ਵੀ ਕੁਝ ਨਹੀਂ ਐਜ਼ ਕੰਪੈਰੀਜ਼ਨ ਟੂ ਅਦਰ ਸਟੇਟਸ, ਔਰ ਖਾਸ ਕਰਕੇ ਜੇਕਰ ਇਹਨੂੰ ਅਸੀਂ ਬਾਰਡਰ ਸਟੇਟ ਕਹਿੰਦੇ ਆ ਤੇ ਬਾਰਡਰ ਸਟੇਟ ਦੇ ਲਿਹਾਜ਼ ਨਾਲ ਵੀ ਕੁਝ ਨਹੀਂ ਮਿਲਿਆ। ਤੇ ਇਹ ਸਾਰਾ ਕੁਝ ਕਿਉਂ ਕੀਤਾ ਜਾਂਦਾ ਹੈ? ਉਹਦੇ ਪਿੱਛੇ ਉਹਨਾਂ ਤਾਕਤਾਂ ਦਾ ਖੌਫ ਕੀ ਹੈ? ਉਹਨਾਂ ਨੂੰ ਕਿਹੜਾ ਡਰ ਹੈ ਕਿ ਵੀ ਇਹ ਕੁਝ ਕਰੀ ਜਾਓ ਲਗਾਤਾਰ? ਦੇਖੋ ਇੱਥੇ ਮੈਂ ਦੋ ਗੱਲਾਂ ਕਹਾਂਗਾ। ਸਿੱਧੂ ਸਾਹਿਬ ਨੇ ਕਿਹਾ ਵੀ ਬੋਲਦੇ ਨਹੀਂ, ਜਿਹੜੇ ਬੰਦੇ ਬੁੱਧੀਜੀਵੀ ਨੇ ਇਹਨਾਂ ਦਾ ਯੂਨੀਵਰਸਿਟੀਆਂ ਦੇ ਆਪਣੇ ਟੀਚਰਾਂ ਨੇ ਬਿਠਾਇਆ ਪੇਪਰ, ਇੱਥੇ 1158 ਲੈਕਚਰਰ ਭਰਤੀ ਕਰਨੇ ਸੀ, ਪੇਪਰ ਲੀਕ ਕਰਿਆ। ਵਾਈਸ ਚਾਂਸਲਰ ਕਹਿੰਦਾ ਮੈਂ ਕੀ ਕਰਾਂ, ਉਹ ਵਾਈਸ ਚਾਂਸਲਰ ਸਭ ਦਾ ਬੜਾ ਹੈ। ਜਿੱਦੇ ਤੁਸੀਂ ਆਪਦੇ ਪੈਸੇ ਕਿਆ ਤੁਹਾਡੇ ਹੈ ਨਹੀਂ, ਤੁਸੀਂ ਆਪਣਾ ਐਸ਼ ਕਰੋ, ਸਕੂਲ ਟੀਚਰ ਪੜਾਉਂਦਾ ਨਹੀਂ, ਕਿਉਂਕਿ ਉਹਦਾ ਬੱਚਾ ਨਹੀਂ ਉੱਥੇ ਪੜ੍ਹਦਾ, ਉਹਦਾ ਨਹੀਂ ਨਾ ਪੜ੍ਹੇ ਉਹਦਾ ਬੱਚਾ, ਪਰ ਜਿਹਦੀ ਡਿਊਟੀ ਉਹ ਤਾਂ ਕਰੇ। ਸੋ ਅਸੀਂ ਉਹ ਕਹਿਣ ਤੋਂ ਡਰਦੇ ਹਾਂ। ਅਸੀਂ ਜਿਹੜੇ ਮਿਡਲ ਕਲਾਸ ਜਿੰਨਾ ਬੁੱਧੀਜੀਵੀ ਤਬਕਾ ਹੈ ਉਹ ਮੈਕਸਿਮਮ ਜਿਹੜਾ ਹੈਗਾ ਉਹ ਆਪਣੇ ਫਿੱਟ ਵਿਹਾ ਜੀਵ ਹੈ, ਜਿਸ ਖਾਏ ਵਧਾਇਆ ਪੇਟ ਵਾਲਾ ਹੈ, ਉਹ ਆਪਦਾ ਪੇਟ ਪਾਲਦਾ ਹੈ, ਉਹ ਡਰਦਾ ਹੈ, ਉਹ ਆਪਦੀ ਐਜੂਕੇਸ਼ਨ ਖੋਜ ਹੋ ਰਹੀਆਂ ਨੇ। ਪੰਜਾਬ ਦਾ ਲੋ ਜੀ, ਪੰਜਾਬ ਦਾ ਅਸੀਂ ਕਰਜ਼ਿਆਂ ਦੀ ਗੱਲ ਕਰਦੇ ਹਾਂ, ਪੰਜਾਬ ਦਾ 55,000 ਕਰੋੜ ਰੁਪਈਆ ਇਹ ਰਿਜ਼ਰਵ ਬੈਂਕ ਦੀ ਫਿਗਰ ਹੈ, ਇਹ ਰੈਵਨਿਊ ਜਨਰੇਟ ਹੁੰਦਾ ਹੈ, ਟੈਕਸ ਦਾ ਰੈਵਨਿਊ, ਜਿਹਦੇ ਵਿੱਚ GST ਦੇ 64% ਪੈਸਾ ਜਿਹੜਾ ਹੈ ਉਹ ਥੱਲੇ ਵਾਲੇ 50% ਦੇ ਰਹੇ ਨੇ। ਇਹ ਆਕਸਫੈਮ ਦੀ ਫਿਗਰ ਹੈ। ਪਰ 4 ਲੱਖ ਪਰਿਵਾਰ, 6 ਲੱਖ ਮੁਲਾਜ਼ਮ ਤੇ ਪੈਨਸ਼ਨਰ, ਉਹਨੂੰ ਇਹ ਸਾਰਾ ਪੈਸਾ ਦੇ ਦਿੱਤਾ ਜਾਂਦਾ ਹੈ। ਤੋ ਢੇਡੇ ਦਾ ਕੰਮ ਨਹੀਂ ਕਰਦਾ, ਉਹ ਨੱਕੋਂ ਠੂਹੇ ਗੇਰਦਾ ਹੈ। ਉਹ ਨੌਜਵਾਨ ਚਾਹੁੰਦਾ ਹੈ, ਅਸੀਂ ਨੌਜਵਾਨ ਉੱਥੇ ਜਾਂਦਾ ਦਫ਼ਤਰ ਦੇ ਵਿੱਚ, ਉਹਦੀ ਬੇਇੱਜ਼ਤੀ ਕਰਦੇ ਨੇ, ਉਹਨੂੰ ਗੱਲ ਨਹੀਂ ਸੁਣਦੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਹਿਣਾ, ਪਰਸੋਂ ਦੀ ਗੱਲ ਹੈ ਜੀ, ਮੈਂ ਲੋਕਲ ਬੱਸ 'ਚ ਜਾ ਰਿਹਾ ਸੀ ਜੀ, ਨਾ ਸੌਰੀ ਕੱਲ੍ਹ ਹੀ ਜੀ, ਮੈਂ ਲੋਕਲ ਬੱਸ 'ਚ ਜਾ ਰਿਹਾ ਪਰਸੋਂ, ਲੋਕਲ ਚੰਡੀਗੜ੍ਹ ਦੀ CTG ਦੀ ਬੱਸ 'ਚ ਇੱਕ ਲੜਕੀ 20 ਸੈਕਟਰ 'ਚੋਂ ਚੜੀ ਜੀ, ਸਧਾਰਨ ਸਕੂਲ ਦੀ ਸਰਕਾਰੀ ਦੀ ਲੜਕੀ ਸੀ ਤੇ ਉਸਨੇ ਜਾਣਾ ਸੀ ਟੈਕ ਦੇ ਵਿੱਚ। ਇਹਨੇ ਉਹਦੇ ਨਾਲ ਇੱਕ ਬਜ਼ੁਰਗ ਔਰਤ ਸੀ, ਉਹ ਬੱਸ ਵਾਲੇ ਨੇ ਪਹਿਲਾਂ ਤੇਜ਼ੀ ਨਾਲ ਬੱਸ ਰੋਕੀ, ਤੇਜ਼ੀ ਨਾਲ ਹੀ ਚੜਾ ਗਿਆ। ਉਹ ਕੁੜੀ ਕਹਿੰਦੀ ਉਹ ਰਹਿ ਗਈ, ਕਹਿੰਦਾ ਰਹਿ ਜੇ ਹੁਣ ਕੋਈ ਅਸੀਂ ਠੇਕਾ ਲਿਆ। ਉਹਨੂੰ ਬੱਸ ਸਟੈਂਡ 17 ਤੱਕ ਕੁੜੀ ਨੂੰ ਉਹ ਇਹ ਜੇ ਮਤਲਬ ਮੇਰੇ ਜੇ ਦਿੰਦਾ ਰਿਹਾ, ਕੰਡਕਟਰ ਤੇ ਡਰਾਈਵਰ ਦੋਨੇ ਲੜ ਕੇ। ਇੱਕ 16-18 ਸਾਲ ਦੀ ਕੁੜੀ ਨੂੰ ਤੇ ਮੈਨੇ ਕੋਈ ਬੰਦਾ ਕਹਿਣ ਨੂੰ ਚਾਹ ਰਿਹਾ ਵੀ ਇਹਨਾਂ ਦੀ ਹਿੰਮਤ ਕਿਵੇਂ ਪੈਂਦੀ ਹੈ। ਜੋ ਇੱਕ ਵੀ ਲਫ਼ਜ਼ ਹੋਰ ਉਦੋਂ ਅੱਗੇ ਬੋਲਦਾ ਕੁਛ ਦੇਰ ਤੱਕ ਤੁਸੀਂ ਚੁੱਪ ਰਹੇ ਹੋ, ਤੇ ਮੈਂ ਉਹਨੂੰ ਪਤਾ ਚਾਹੇ ਉਹ ਮੇਰੇ ਗੱਲ ਨੂੰ ਹੱਥ ਪਾ ਲੈ। ਤੁਸੀਂ ਹਰ ਜਗ੍ਹਾ ਤੇ ਬੰਦੇ ਦੀ ਬੇਇੱਜ਼ਤੀ ਕਰੋ, ਥੱਬਾ ਨੋਟਾਂ ਦਾ ਤੁਹਾਨੂੰ ਮਿਲਦਾ, ਕੰਮ ਤੁਸੀਂ ਕਰਦੇ ਨਹੀਂ,
ਕਰਪਸ਼ਨ ਤੁਸੀਂ ਕਰਦੇ ਹੋ। ਨੌਜਵਾਨ 16 18 20 ਸਾਲ ਦਾ ਲੜਕਾ ਲੜਕੀ ਆਉਂਦਾ ਹੈ, ਉਹਦੀ ਤੁਸੀਂ ਇਨਸਲਟ ਕਰਦੇ ਹੋ, ਪੇਪਰ ਤੁਸੀਂ ਲੀਕ ਕਰਦੇ ਹੋ, ਠੱਗੀਆਂ ਤੁਸੀਂ ਮਾਰਦੇ ਹੋ, ਫਿਰ ਤੁਸੀਂ ਦੂਜਿਆਂ ਨੂੰ ਕਹਿੰਦੇ ਹੋ ਵੀ ਉਹ ਫਲਾਣੇ ਨੇ ਐ ਨਹੀਂ ਕਰਿਆ, ਫਲਾਣੇ ਨੇ ਨਹੀਂ ਐ ਕਰਿਆ। ਸਾਡੀਆਂ ਸਿੱਖਿਆ ਸੰਸਥਾਵਾਂ ਨੇ ਜਾਣਬੁੱਝ ਕੇ ਇਹਨਾਂ ਨੂੰ ਪੜਾਇਆ ਨਹੀਂ, ਜਾਣਬੁੱਝ ਕੇ ਇਹਨਾਂ ਨੇ ਭੀਖ ਤੰਤਰ ਬਣਾਇਆ ਇਹ, ਕਿਉਂਕਿ ਜਦ ਤੁਸੀਂ ਬੱਚੇ ਨੂੰ ਪੜਾਓਗੇ ਨਹੀਂ, 8ਵੀਂ ਦੇ 55% ਬੱਚਿਆਂ ਨੂੰ ਜੇ ਅਸੀਂ ਕਹੀਏ 319 ਨੂੰ 4 ਤੇ ਤਕਸੀਮ ਕਰਕੇ ਬਕਾਇਆ ਕੱਢਦੇ ਤਾਂ ਉਹ ਨਹੀਂ ਆਉਂਦਾ 8ਵੀਂ ਦਿਆਂ ਨੂੰ। 8ਵੀਂ ਦੇ 17.5% ਬੱਚਿਆਂ ਨੂੰ ਦੂਜੀ ਦੀ ਪੰਜਾਬੀ ਦੀ ਕਿਤਾਬ ਨਹੀਂ ਪੜ੍ਹਨੀ ਆਉਂਦੀ। ਇਹ ਜ਼ਿੰਮੇਵਾਰ ਕੌਣ ਹੈ? ਟੀਚਰ ਟਾਟ ਰੇਸ਼ੋ ਜਿਹੜੀ 21:30 ਚਾਹੀਦੀ ਹੈ ਪ੍ਰਾਇਮਰੀ ਚ, 1 ਤੋਂ 40 ਚਾਹੀਦੀ ਹੈ ਹਾਈ ਚ, 1 ਤੋਂ 50 ਚਾਹੀਦਾ ਹੈ ਇਹਦੇ ਵਿੱਚ ਸੀਨੀਅਰ ਸੈਕੰਡਰੀ ਚ, ਉਹ ਟੋਟਲ 1:23 ਹੈ ਪੰਜਾਬ ਚ। ਇੱਕ ਬੱਚੇ ਤੇ 48,000 ਰੁਪਇਆ ਪਰ ਇਹਨਮ ਖਰਚ ਕਰੀਏ ਸਰਕਾਰ, ਔਰ ਧੇਲੇ ਦੀ ਉਹਨੂੰ ਪੜ੍ਹਾਈ ਨਹੀਂ ਕਰਾਈ ਜਾ ਰਹੀ। ਮੈਨੂੰ ਇਹ ਸਮਝ ਨਹੀਂ ਆਉਂਦਾ ਵੀ ਇੰਨਾ ਪੈਸਾ ਖਰਚ ਰਿਹਾ, ਇਹ ਜਾ ਕਿਉਂ ਨਹੀਂ, ਇਹ ਹੋ ਕਿਉਂ ਨਹੀਂ ਰਿਹਾ? ਕਿਉਂ? ਕਿਉਂਕਿ ਅਸੀਂ ਡਰਦੇ ਹਾਂ, ਅਸੀਂ ਉਹਨਾਂ ਨੂੰ ਕਹਿਣ ਨੂੰ ਤਿਆਰ ਨਹੀਂ। ਅਸੀਂ ਉਂਝ ਜਿੰਨਾ ਮਰਜੀ ਅਸੀਂ ਕਹਿੰਦੇ ਵੀ ਉਹ ਫਲਾਣਾ ਨਹੀਂ ਕਰਦਾ, ਫਲਾਣਾ ਨਹੀਂ ਕਰਦਾ, ਇਹਦੇ ਉੱਤੇ ਕਦੇ ਬੋਲਿਆ ਸੀ? ਕਿਉਂ ਨਹੀਂ ਬੋਲੇ? ਕਿਉਂ ਸਾਡੀਆਂ ਟ੍ਰੇਡ ਯੂਨੀਅਨ ਇਹ ਨਹੀਂ ਕਹਿੰਦੀਆਂ? ਮੈਂ ਤਾਂ ਕਹਿਣਾ, ਮੈਂ ਤਾਂ ਨਹੀਂ ਕਹਿਣਾ, ਕਹਿੰਦੇ ਸੀ ਮੈਂ ਜਨਰਲ ਸੈਕਟਰੀ ਰਿਹਾ ਆਪਦੀ ਐਸੋਸੀਏਸ਼ਨ ਦਾ। ਜਿਹੜੇ ਡਾਕਟਰ ਨੇ ਗੈਰ ਹਾਜ਼ਰ ਰਹਿਣਾ ਹੈ, ਜਿਹਨੇ 25 ਦੀ 26 ਬਣਾਉਣੀ ਹੈ, ਜਿਹਨੇ ਗਰੀਬ ਜੁੱਤੇ ਟੁੱਟੇ ਜੁੱਤੇ ਵਾਲਾ ਆਉਂਦਾ ਹੈ ਉਹਨੂੰ ਦਬਕਾ ਕੇ ਭਜਾ ਦੇਣਾ ਹੈ, ਜਿਹਨੇ ਉੱਪਰਲੇ ਦੀ ਬੇਇੱਜ਼ਤੀ ਕਰਨੀ ਹੈ, ਥੱਲੇ ਵਾਲੇ ਨੂੰ ਦਬਾ ਕੇ ਰੱਖਣਾ ਹੈ, ਸਾਨੂੰ ਵੋਟ ਨਾ ਪਾਇਓ, ਬਿਲਕੁਲ ਨਾ ਪਾਇਓ। ਅਸੀਂ ਤੁਹਾਡੇ ਵਰਗੇ ਚੋਰਾਂ ਦੇ ਲੀਡਰ ਨਹੀਂ ਬਣਨ ਨੂੰ ਤਿਆਰ। ਕਹਾਓ ਕਿਸੇ ਗਰਗ ਸਾਹਿਬ, ਨਿਮਰਤ ਜੀ ਕੁਝ ਕਹਿਣਾ ਚਾਹੁੰਦੇ ਇੱਥੇ? ਗੱਲ ਮੈਂ ਪੂਰੀ ਕਰਦਾ ਬਸ। ਜੀ ਸਾਰੇ ਮੰਤਰੀਆਂ ਨੂੰ ਬਰਨਾਲਾ ਸਾਹਿਬ ਦੀ ਸਰਕਾਰ ਚ, ਸਰਦਾਰ ਸਿੰਘ ਦੀ ਸਰਕਾਰ ਚ, ਯਾਨੀ ਜੈਲ ਸਿੰਘ ਦੀ ਸਰਕਾਰ ਚ, ਬਾਦਲ ਸਾਹਿਬ ਦੀ 78 ਵਾਲੀ ਸਰਕਾਰ ਦੇ ਵਿੱਚ, ਬਾਅਦ ਦੀਆਂ ਸਰਕਾਰਾਂ ਦੇ ਵਿੱਚ ਲక్ష్ਮੀ ਕਾਂਤ ਚਾਵਲਾ ਨੂੰ ਅਸੀਂ ਕਹਿੰਦੇ ਰਿਹਾ ਵੀ ਡਾਕਟਰ ਗੈਰ ਹਾਜ਼ਰ ਰਹਿੰਦੇ ਨੇ ਪੈਸੇ ਦੇ ਕੇ, ਔਰ ਯੂਨੀਅਨ ਵੱਲੋਂ ਕਹਿੰਦੇ ਰਿਹਾ ਕਿ ਕਹਾਓ। ਹਾਂ ਮੈਂ ਕਹਿਣਾ ਇਹ ਸਾਨੂੰ ਦੂਜਿਆਂ ਨੂੰ ਬੁਰਾ ਲੱਗਦਾ। ਅਸੀਂ ਜਿੰਨੇ ਪੜ੍ਹੇ ਲਿਖਿਆ ਨੇ ਪੰਜਾਬ ਨਾਲ ਗਦਾਰੀ ਕਰੀ ਹੈ, ਮੇਰਾ ਖਿਆਲ ਹੈ ਹੋਰ ਕਿਸੇ ਨੇ ਨਹੀਂ ਕਰੀ, ਕਿਉਂਕਿ ਪੰਜਾਬ ਦੇ ਹੋਣ ਦੀ ਬਜਾਏ ਆਪਦੇ ਜੋਕਾਂ ਨੂੰ ਬਾਹਰ ਭੇਜਦੇ ਨੇ, ਆਪਣਾ ਥੱਬਾ ਨੋਟਾਂ ਨਾਲ ਲੈਂਦੇ ਨੇ ਆਉਂਦਾ ਕੱਖ ਨਹੀਂ। ਸਾਰੀ ਪੰਜਾਬੀ ਵੀ ਗਲਤ ਲਿਖਦੇ ਨੇ। ਕਾਰਨ ਟੈਸਟ ਲੈ ਲਓ ਅੱਜ, ਕਦੇ ਸਿਆਸਤਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਬਿਲਕੁਲ ਇੱਕ ਗੱਲ ਮੈਂ ਆਖਾਂਗਾ, ਅਕਾਲੀ ਦਲ ਜਿਹਦੀ ਡਿਊਟੀ ਸੀ ਰੀਜਨਲ ਕੰਮ ਕਰਨਾ ਉਹਨੇ ਨਹੀਂ ਕਰਿਆ ਤੇ ਉਹ ਡਰਦਾ ਹੈ ਕਿਉਂਕਿ ਉਹ ਬਿਜ਼ਨਸਮੈਨ ਬਣ ਗਿਆ। ਉਹ ਪਰਿਵਾਰ ਚ ਰੱਖਣਾ ਚਾਹੁੰਦਾ ਹੈ ਕਿ ਪਰ ਕੇਂਦਰ ਨੂੰ ਅਸੀਂ ਬਰੀ ਨਹੀਂ ਕਰ ਸਕਦੇ। ਕੇਂਦਰ ਜਿਹੜੀ ਮਰਜ਼ੀ ਸਰਕਾਰ ਹੋਵੇ, ਅੱਜ ਬੀਜੇਪੀ ਕੋਲੇ ਕੀ ਹੈ? ਸਾਰਾ ਕੁਝ ਵੇਚਦਾ। ਅਡਾਨੀ ਵਾਲਾ ਘਾਣਾ ਫੁੱਟ ਚੁੱਕਿਆ, ਵਿਦੇਸ਼ਾਂ ਨਾਲ ਇਹਦੇ ਚੰਗੇ ਰਿਲੇਸ਼ਨ ਨਹੀਂ ਹੈਗੇ, ਰੁਜ਼ਗਾਰ ਇਹਦੇ ਕੋਲ ਨਹੀਂ ਹੈਗਾ, ਕਰਜ਼ਾ ਇਹਦੇ ਜੁੰਮੇ ਚੜੀ ਜਾ ਰਿਹਾ ਹੈ। 39 ਲੱਖ ਕਰੋੜ ਦਾ ਬਜਟ ਸੀ ਪਿਛਲੇ ਸਾਲ ਦਾ, 43 ਲੱਖ ਕਰੋੜ ਦਾ ਹੈ, ਜਿਹਦੇ ਚੋਂ 18 ਲੱਖ ਕਰੋੜ ਰੁਪਇਆ ਤਕਰੀਬਨ 17,79,000 ਕਰੋੜ ਰੁਪਇਆ ਵਿਆਜ ਤੇ ਲੈ ਕੇ ਕਰਜ਼ਾ ਲੈ ਕੇ ਪੂਰਾ ਕਰਨਾ ਹੈ। 9 ਲੱਖ ਕਰੋੜ ਰੁਪਇਆ ਕੱਲਾ ਵਿਆਜ ਦੇਣਾ ਹੈ ਭਾਰਤ ਸਰਕਾਰ ਦਾ ਇਹ ਤੇ ਉਹਦੇ ਕੋਲ ਹੈ ਕੁਝ ਨਹੀਂ। ਉਹ ਹਿੰਦੂ ਮੁਸਲਮਾਨ ਕਰ ਕੀ ਕਰਨਾ? ਮੁਸਲਮਾਨਾਂ ਦੀ ਕੋਈ ਸਟੇਟ ਰਹੀ ਨਹੀਂ, ਜੰਮੂ ਕਸ਼ਮੀਰ ਤੋੜਤਾ ਤੇ ਮੁਸਲਮਾਨਾਂ ਨੂੰ ਕੁੱਟਣਗੇ ਤੇ ਸਿੱਖਾਂ ਦਾ ਹਊਆ ਬਣਾ ਕੇ ਖੜਾ ਕਰਨਾ ਜ਼ਰੂਰੀ ਹੈ। ਇੱਕ ਡਰਨਾ ਪਾਕਿਸਤਾਨ ਮੰਗਦੇ ਨੇ, ਇਹਨਾਂ ਨੇ ਦੇਸ਼ ਨੂੰ ਤੋੜ ਦੇਣਾ, ਉਹ ਡਰਨਾ ਖੜਾ ਕਰਨਾ ਜ਼ਰੂਰੀ ਹੈ। ਅਜੇ ਤਾਂ ਪਤਾ ਨਹੀਂ ਹੋਣੀ ਹੈ ਬਦਬੋਲ ਜੇ ਭਗਵੰਤ ਮਾਨ ਨੇ ਮੰਗ ਲਏ, ਇਹਨਾਂ ਨੇ ਭੇਜ ਤੇ 10 ਦਿਨ ਇਹਦਾ ਰੌਲਾ ਪੈਂਦਾ ਰਹੂ। ਪਰ ਦਸੰਬਰ ਜਾ ਕੇ ਦੇਖਿਓ ਤੁਸੀਂ ਇੱਥੇ ਮੁੜ ਕੇ ਉਹੀ 84 ਵਾਲਾ ਡਰਨਾ ਖੜਾ ਕਰਿਆ ਜਾਊਗਾ, ਫਿਰ ਥੋੜਾ ਬਹੁਤਾ ਕੁੱਟ ਕਰੀ ਜਾਊਗੀ ਤਾਂ ਕਿ ਬਾਕੀ ਭਾਰਤ ਨੂੰ ਦੱਸਿਆ ਜਾਵੇ ਤੁਸੀਂ ਮਾਰੀ ਜਾਓਗੇ। ਜੇ ਸਾਨੂੰ ਵੋਟ ਪਿਆ ਅਸੀਂ ਬਚਾ ਸਕਦੇ ਹਾਂ ਤੁਹਾਨੂੰ। ਸਾਰਾ ਸਵਾਲ ਹੈ ਇਹ ਤਾਂ ਸਭ ਦੀ ਪੂਰੀ ਤੇ ਇਕੱਠ ਹੈ, ਪੰਜਾਬ ਦੇ ਉੱਤੇ ਇਕੱਠ ਵੀ ਚੰਗਾ। ਫਿਰ ਦੂਜਾ ਇੱਕ ਹੁੰਦਕ ਹੈ ਵੀ ਪੰਜਾਬੀਆਂ ਨੇ ਸਾਨੂੰ ਥੱਲੇ ਲਾਇਆ ਕਿਸਾਨ ਅੰਦੋਲਨ ਚ, ਉਹਦੀ ਹਿਸਾਬ ਨਹੀਂ ਮੁੜਦੇ। ਇਹ ਸਭ ਨੂੰ ਪਤਾ ਹੈ। ਇੱਥੇ ਸੰਗਤ ਤੇ ਪੰਗਤ ਦਾ ਜਿਹੜਾ ਸੂਦ ਹੈ, ਕਮਿਊਨਿਸਟ ਤੇ ਅਕਾਲੀ ਜੋ ਡਾਕਟਰ ਸਾਹਿਬ ਨੇ ਕਹੀ ਹੈ, ਸਿੱਧੂ ਸਾਹਿਬ ਨੇ ਸਹੀ ਕਿਹਾ ਹੈ। ਅਕਾਲੀ ਮੋਰਚਾ ਚ ਵੀ ਇਹ ਹੋਇਆ ਸੀ, ਕਿਸਾਨ ਅੰਦੋਲਨ ਚ ਵੀ ਇਹੀ ਕੁਝ ਹੋਇਆ ਸੀ। ਇੱਕ ਪਾਸੇ ਕਮਿਊਨਿਸਟ ਖੜੇ ਸੀ, ਸਿੰਘ ਖੜੇ ਸੀ। ਇਹਨਾਂ ਕਮਿਊਨਿਸਟਾਂ ਦੀਆਂ ਸਟੇਜਾਂ ਦੇ ਉੱਤੇ ਕਦੇ ਬੋਲੇ ਸੋਨੇਹਾਲ ਦਾ ਨਾਰਾ ਨਹੀਂ ਲੱਗਦਾ ਸੀ, ਉਹ ਨਾਰਾ ਉੱਥੇ ਲੱਗਣ ਲੱਗ ਗਿਆ ਸੀ। ਅਕਾਲੀਆਂ ਦੀਆਂ ਸਟੇਜਾਂ ਤੇ ਜਾਂ ਦੂਜਿਆਂ ਦੀਆਂ ਤਾਂ ਪਹਿਲਾਂ ਵੀ ਲੱਗ ਜਾਂਦੇ ਸੀ ਇਨਕਲਾਬ ਜਿੰਦਾਬਾਦ ਦੇ ਨਾਰੇ, ਪਰ ਕਮਿਊਨਿਸਟਾਂ ਦੀਆਂ ਸਟੇਜਾਂ ਤੇ ਬੋਲੇ ਸੋਨੇਹਾਲ ਦਾ ਨਾਰਾ ਕਦੀ ਨਹੀਂ ਲੱਗਿਆ ਸੀ। ਉੱਥੇ ਰੋਜ਼ ਲੱਗ ਰਿਹਾ ਸੀ, ਉੱਥੇ ਅਰਦਾਸ ਵੀ ਹੋ ਰਹੀ ਸੀ, ਉੱਥੇ ਰਹਿਰਾਜ ਸਾਹਿਬ ਦਾ ਵੀ ਪਾਠ ਹੁੰਦਾ ਸੀ, ਉੱਥੇ ਜਪਜੀ ਸਾਹਿਬ ਦਾ ਵੀ ਹੁੰਦਾ ਸੀ, ਉੱਥੇ ਕੀਰਤਨ ਗੋਲਾ ਵੀ ਹੁੰਦਾ ਸੀ। ਉਹ ਸੀ ਇੱਕ ਸੰਗਤ ਤੇ ਪੰਗਤ ਸੀਗੀ, ਉਹਨੂੰ ਤੋੜਨਾ ਚਾਹੁੰਦੇ ਨੇ ਅੱਜ। ਜੇ ਪੰਜਾਬ ਦੀ ਸੰਗਤ ਤੇ ਪੰਗਤ ਨੂੰ, ਜੇ ਪੰਜਾਬ ਦੇ ਸਮਾਜ ਨੂੰ,
ਜੇ ਪੰਜਾਬ ਦੇ ਵਿੱਚ ਜਿਹੜੀ ਰੂਹਾਨੀਅਤ ਹੈ ਜੀ। ਅਸੀਂ ਵਿੱਚੋਂ ਮਾਈਨਸ ਕਰਕੇ ਦੇਖਾਂਗੇ ਤਾਂ ਅਸੀਂ ਫਿਰ ਕਦੇ ਅੰਮ੍ਰਿਤਪਾਲ ਨੂੰ, ਕਦੇ ਇਹ ਜੀਤ ਸਿੱਧੂ ਨੂੰ, ਕਦੇ ਕਿਸੇ ਨੂੰ ਜੀਤ ਸਿੱਧੂ ਦਾ ਠੀਕ ਕਿਹਾ ਸਿੱਧੂ ਸਾਹਿਬ ਨੇ, ਕਿ ਮੈਡਮ ਨੇ ਵੀ ਠੀਕ ਕਿਹਾ ਵੀ ਆਹ ਗੱਲ ਸੀ ਅਸਲੀ ਗੱਲ। ਤੁਸੀਂ 26 ਜਨਵਰੀ ਨੂੰ ਹਾਲ ਦੇਖੋ ਕੀ ਹੋਇਆ ਸੀ। ਬਿਲਕੁਲ ਜੀ ਦੀ ਰਾਤ ਨੂੰ ਲਿਟਰਲੀ ਮੈਂ ਸੁੱਤਾ ਨਹੀਂ। 26 ਨੂੰ ਇੱਥੇ ਸਾਰੇ ਖਣ ਪੱਟੀ ਲੈ ਕੇ ਬਹਿ ਗਏ ਸੀ। ਹਾਲ ਇੱਕ ਗੱਲ ਪੱਟੀ ਹੈ ਉਹਦੇ ਜੋ ਅਸੀਂ ਸੰਭਲ ਗਏ। ਤੇ ਮੈਨੂੰ ਅਜੇ ਵੀ ਯਕੀਨ ਹੈ ਵੀ ਜਿਹੜੀ ਇਹ ਨੇਰੀ ਹੈ, ਹਾਲਾਂਕਿ ਉਦੋਂ ਅੰਦੋਲਨ ਵੱਡਾ ਸੀ ਉਹਦੇ ਪੈਰਲਲ, ਨੇਰੀ ਛੋਟੀ ਸੀ, ਅੱਜ ਨੇਰੀ ਵੱਡੀ ਹੈ, ਅੰਦੋਲਨ ਛੋਟਾ ਹੈ, ਪਰ ਮੈਨੂੰ ਅਜੇ ਵੀ ਯਕੀਨ ਹੈ। ਮੈਂ ਤਾਂ ਹੀ ਗਰਗ ਸਾਹਿਬ ਸਵਾਲ ਕੀਤਾ ਸੀ, ਹਾਂਜੀ ਵੀ ਤਾਂ ਹੀ ਸਵਾਲ ਕੀਤਾ ਸੀ ਵੀ ਸ਼ਾਂਤ ਪਾਣੀ ਦੇ ਵਿੱਚ ਡਾਂਗ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਸਥਿਰ ਨੂੰ ਅਸਥਿਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮੈਡਮ ਇਹਦੇ ਵਿੱਚ ਕੁਝ ਕਹਿਣਾ ਚਾਹੁੰਦੇ ਆ? ਮੈਂ ਜਿਵੇਂ ਪੈਰਲਲ ਜੀ ਕਹਿ ਰਹੇ ਨੇ ਕਿ ਵੀ ਜਾਂ ਉਹਨਾਂ ਨੇ ਸਿੱਧੂ ਜੀ ਨੇ ਕਿਹਾ ਸੀ ਕਿਸਾਨੀ ਅੰਦੋਲਨ ਜੁੱਲੇ ਕਿਉਂ ਜਿੱਤੇ, ਕਿਉਂਕਿ ਅਸੀਂ ਇੱਕੋ ਵਾਰੀ ਬੜੇ ਦੇਰ ਬਾਅਦ ਇਕੱਠੇ ਹੋਏ ਸੀਗੇ। ਉਹ ਜਦ ਲੀਡਰਾਂ ਦੀ ਭੁੱਖ ਆ ਗਈ, ਸਭ ਖਿੰਡਰ ਗਿਆ। ਅੱਜ ਐਮਐਸਪੀ ਵੀ ਨਹੀਂ ਮਿਲਦੀ, ਪੰਜਾਬ ਨੂੰ ਉਸ ਕਮੇਟੀ ਵਿੱਚ ਵੀ ਨਹੀਂ ਬਿਠਾਇਆ ਜਿੱਥੇ ਐਮਐਸਪੀ ਦੀ ਕਮੇਟੀ ਬਣਾਉਣੀ ਹੈਗੀ ਹੈ। ਪਿਆਰੇ ਲਾਲ ਗਰਗ ਜੀ ਕਹਿ ਰਹੇ ਹਾਂ ਠੀਕ ਨੇ, ਚੋਣਾਂ ਵਿੱਚ ਪਹਿਲਾਂ ਸਾਨੂੰ ਬਲੀ ਦਾ ਬੱਕਰਾ ਬਣਾਉਣ ਕੇ ਪ੍ਰੋਬਲਮ ਸਾਡੀ ਕਿ ਅਸੀਂ ਇਕੱਠੇ ਨਹੀਂ ਹੁੰਦੇ। ਅਜਨਾਲਾ ਤੇ ਬੋਲਣਾ ਪਿਆ ਕਿਉਂਕਿ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਲੈ ਕੇ ਆ ਗਿਆ ਸੀ, ਪਰ ਜਦ ਗੁਰਦੁਆਰੇ ਵਿੱਚ ਡਾਂਗਾਂ ਚਲੀਆਂ ਸੀ, ਬੈਂਚਾਂ ਨੂੰ ਸਾੜਿਆ ਸੀ, ਕਿਉਂ ਨਹੀਂ ਬੋਲੇ? ਬਿਲਕੁਲ। ਉਦੋਂ ਮੈਨੂੰ ਪਤਾ ਮੈਂ ਐਡੀਟੋਰੀਅਲ ਲਿਖਿਆ ਸੀ, ਕਿੰਨੀਆਂ ਗਾਲਾਂ ਪਈਆਂ ਸੀ, ਅੱਜ ਵੀ ਉਹ ਪਿਆ ਹੋਇਆ। ਮੇਰੇ ਖਿਆਲ ਕੋਈ 24-25 ਹਜ਼ਾਰ ਕਮੈਂਟ ਨੇ, ਉਹਦੇ ਵਿੱਚੋਂ ਐਟਲੀਸਟ 20 ਹਜ਼ਾਰ ਗਾਲਾਂ ਹੋਣਗੀਆਂ। ਬੋਲਣ ਦੀ ਹਿੰਮਤ ਨਹੀਂ ਕਰਦੇ, ਕਿਉਂ ਨਹੀਂ ਕਰਦੇ? ਪੈਰਲਾਲ ਜੀ ਇੱਥੇ ਵੀ ਠੀਕ ਨੇ, ਨਾ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਆ। ਜਿਹੜੇ ਸਾਡੇ ਬੁੱਧੀਜੀਵੀ ਹੈ ਉਹ ਐਸਜੀਪੀਸੀ ਤੋਂ ਆਪਣੀਆਂ ਕਿਤਾਬਾਂ ਛਪਾਉਣੀਆਂ ਹੁੰਦੀਆਂ, ਫਿਰ ਰੁਕ ਜਾਂਦੇ ਆ। ਫਿਰ ਅਸੀਂ ਐਸਜੀਪੀਸੀ ਦੇ ਸਕੂਲਾਂ ਬਾਰੇ ਗੱਲ ਨਹੀਂ ਕਰਦੇ, ਪਿੰਡਾਂ ਵਿੱਚ ਅਸੀਂ ਜਾਣ ਨੂੰ ਤਿਆਰ ਨਹੀਂ ਹੈਗੀਆਂ। ਸੋ ਗਲਤੀ ਅਸੀਂ ਨੌਜਵਾਨਾਂ ਨੂੰ ਗਲਤ ਨਹੀਂ ਕਹਿ ਸਕਦੇ, ਵਾਪਸ ਉਹਨਾਂ ਨੂੰ ਘਰ ਲਿਆਉਣਾ ਪਏਗਾ, ਉਹਨੂੰ ਸਮਝਾਉਣਾ ਪਏਗਾ ਗਲਤੀ ਸਾਡੀ ਆਪਣੀ ਹੈ, ਬਿਕੋਜ਼ ਅਸੀਂ ਇੱਕ ਪੀੜ੍ਹੀ ਨੂੰ ਆਪਣੇ ਇਤਿਹਾਸ ਤੋਂ ਦੂਰ ਕੀਤਾ ਹੈਗਾ। ਅਸੀਂ ਆਪ ਉਹਨਾਂ ਨੂੰ ਦੱਸਿਆ ਨਹੀਂ ਕਿ ਇਹ ਸੱਚ ਸੀ, ਇਹ ਅਸੀਂ ਸਾਡੇ ਤੋਂ ਗਲਤੀ ਹੋਈ। ਅਸੀਂ ਕੇਂਦਰ ਵਿਰੁੱਧ ਚੁੱਕਿਆ, ਗਲਤੀ ਸੁਧਾਰਨ ਵਾਸਤੇ ਅੱਜ ਅਸੀਂ ਆਪਣੇ ਪਾਣੀਆਂ ਦਾ ਹੱਕ ਲੈਣ ਵਾਸਤੇ ਸਾਨੂੰ ਇਸ ਤਰ੍ਹਾਂ ਲੜਨਾ ਪਏਗਾ। ਅੱਜ ਤੱਕ ਇੱਕ PIL ਨਹੀਂ ਕਹੀ ਸੁਪਰੀਮ ਕੋਰਟ ਵਿੱਚ ਜਿਹੜੀ ਇਹ ਕਹੇ ਕਿ ਪੰਜਾਬ ਦਾ ਕਿਸਾਨ ਬੜੇ ਕਲੀਅਰਲੀ ਜਾ ਕੇ ਕਹਿ ਸਕਦਾ ਹੈ ਕਿ ਮੇਰਾ ਨੁਕਸਾਨ ਹੋ ਰਿਹਾ ਹੈ, ਇਹ ਪਾਣੀ ਮੇਰੀ ਜ਼ਮੀਨ ਤੋਂ ਲੰਘਦਾ ਹੈ, ਤੇ ਜਦ ਰਾਜਸਥਾਨ ਨੂੰ ਮੁਫਤ ਦਿੱਤਾ ਜਾ ਰਿਹਾ ਤੇ ਜਿੱਥੇ ਹਰਿਆਣਾ ਨੂੰ ਦਿੱਤਾ ਜਾ ਰਿਹਾ ਮੇਰਾ ਨੁਕਸਾਨ ਹੋ ਰਿਹਾ ਹੈ, ਤੇ ਇਹ ਰਾਈਪੀਰੀਅਨ ਰਾਈਟ ਹੈ। ਸੁਪਰੀਮ ਕੋਰਟ ਜਾ ਕੇ ਤੇ ਦੇਖੋ, ਸਾਡੇ ਕੋਲ ਉਹ ਜਿਹੇ ਸਿਆਣੇ ਲਾਇਰ ਹੀ ਨਹੀਂ ਹੈ ਜਿਹੜਾ ਸੋਚ ਕੇ ਤੇ ਪੰਜਾਬੀਅਤ ਦੀ ਗੱਲ ਕਰਨ। ਬਟ ਅਸੀਂ ਅੱਜ ਵੀ ਖਿੰਡਰ ਜਾਵਾਂਗੇ। ਸਾਡੀ ਸਭ ਤੋਂ ਜ਼ਿਆਦਾ ਕਮਜ਼ੋਰੀ ਜੋ ਸਾਰੀ ਦੁਨੀਆ ਜਦ ਸਾਨੂੰ ਕਮਜ਼ੋਰ ਕਰਨਾ ਚਾਹੁੰਦੀ ਉਹ ਸਮਝ ਗਈ ਹੈ ਕਿ ਅਸੀਂ ਸਾਡੇ ਆਗੂ ਝੂਠ ਬੋਲ ਸਕਦੇ ਨੇ, ਵਿਕਾਊ ਨੇ, ਤੇ ਉਹ ਇੱਕ ਦੂਜੇ ਨਾਲ ਖੜਾ ਹੁੰਦੇ ਸਾਡੀ ਮਤਲਬ ਇੱਕ ਦੂਜੇ ਨੂੰ ਉਹ ਗੱਲ ਸੀ, ਉਸਨੇ ਗਲਤੀ ਕੀਤੀ, ਉਹ ਦਿਲੋਂ ਕਿਸੇ ਦੀ ਹੋਰ ਦੀ ਤਾਰੀਫ ਕਰਨ ਨੂੰ ਅਸੀਂ ਘਬਰਾਉਂਦੇ ਆ। ਬਿਲਕੁਲ, ਇਹ ਸਾਡੀ ਆਪਣੀ ਆਮ ਪੰਜਾਬੀ ਦੀ ਜਿਹੜੀ ਕਮਜ਼ੋਰੀ ਹੈ ਉਹ ਉਹਨਾਂ ਨੇ ਸਾਡੇ ਅਗੇਂਸਟ ਹਥਿਆਰ ਬਣਾ ਲਿਆ ਹੈ। ਬਿਲਕੁਲ, ਜਦੋਂ ਆਰਥਿਕ ਪੱਖੋਂ ਅਸੀਂ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਨਹੀਂ ਕਰਦੇ, ਕਾਣੇ ਹੁੰਨੇ ਆ, ਆਪ ਵਿਕੇ ਹੋਏ ਹੁੰਦੇ ਆ। ਜਿਵੇਂ ਸਿੱਧੂ ਸਾਹਿਬ ਨੇ ਬਾਬਾ ਫਰੀਦ ਦੇ ਸ਼ਲੋਕ ਦੇ ਨਾਲ ਸਾਨੂੰ ਦੱਸਿਆ ਵੀ ਜਦੋਂ ਅਸੀਂ ਆਪਣੇ ਗਰੀਬਾਨ ਦੇ ਵਿੱਚ ਸਾਨੂੰ ਵੇਖਣ ਦੀ ਲੋੜ ਹੈ, ਤੇ ਜਦੋਂ ਅਸੀਂ ਦੇਖਾਂਗੇ ਤੇ ਅਸੀਂ ਅੰਦਰੋਂ ਆਪਣੇ ਆਪ ਨੂੰ ਕੀ ਮਹਿਸੂਸ ਕਰਾਂਗੇ ਜਦੋਂ ਅਸੀਂ ਦੇਖਾਂਗੇ। ਸੋ ਬਹੁਤ ਸਾਰੇ ਲੋਕ ਉਸ ਗੱਲੋਂ ਵੀ ਚੁੱਪੀ ਵੱਟ ਜਾਂਦੇ ਆ। ਬਹੁਤ ਸਾਰੇ ਲੋਕ ਅੱਜ ਦਾ ਜਿਹੜਾ ਇੱਕ ਬਰਤਾਂਤ ਇਹੋ ਜਿਹਾ ਬਣ ਰਿਹਾ ਕਿ ਚੱਲ ਛੱਡੋ ਆਪਾਂ ਕੀ ਲੈਣਾ, ਇਹ ਕਹਿ ਕੇ ਜਦੋਂ ਅਸੀਂ ਅੱਗੇ ਲੰਘ ਜਾਂਦੇ ਆ ਤਾਂ ਅਸੀਂ ਕੀ ਲੈਣਾ, ਅਸੀਂ ਅੱਗੇ ਕੀ ਲੈਣ ਜਾ ਰਹੇ ਹਾਂ, ਉਹ ਤੋਂ ਵੀ ਬਹੁਤ ਚੀਜ਼ਾਂ ਤੋਂ ਵਾਂਝੇ ਰਹਿ ਗਏ ਆ, ਰਹਿ ਜਾਵਾਂਗੇ ਤੇ ਰਹਿ ਗਏ ਸੀ। ਅੱਜ ਚਰਚਾ ਕਾਫੀ ਮੁੱਲਵਾਨ ਸੀ, ਲੰਬੀ ਹੋਈ ਹੈ, ਔਰ ਦਰਸ਼ਕ ਇਹਦੇ ਉੱਤੇ ਆਪਣੀ ਕੀ ਰਾਏ ਰੱਖਦੇ ਆ ਕਮੈਂਟ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਆਏ ਹੋਏ ਮਹਿਮਾਨਾਂ ਦਾ ਮੈਂ ਦਿਲੋਂ ਜ਼ਾਤੀ ਤੌਰ ਤੇ ਅਦਾਰੇ ਵੱਲੋਂ ਸ਼ੁਕਰੀਆ ਕਰਦਾ। ਅਸੀਂ ਮਸ਼ਕੂਰ ਹਾਂ, ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ। ਨਿਮਰਤ ਜੀ ਤੁਹਾਡਾ ਵੀ, ਪਿਆਰੇ ਲਾਲ ਗਰਗ ਜੀ ਤੁਹਾਡਾ, ਤੇ ਸੁਮੇਲ ਸਿੰਘ ਸਿੱਧੂ ਜੀ, ਸਭ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਗੱਲ ਪੰਜਾਬ ਦੀ ਸੀ, ਪੰਜਾਬ ਨੂੰ ਕਿਵੇਂ ਅਸਥਿਰ ਕੀਤਾ ਜਾਂਦਾ, ਕਿਵੇਂ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਰਾਜਸੀ ਪੱਖੋਂ, ਸਿਆਸੀ ਪੱਖੋਂ, ਫਿਰਕਿਆਂ ਦੇ ਵਿੱਚ ਕਿਵੇਂ ਸਿਆਸਤ ਦੀ ਕੜਾਹੀ ਦੇ ਵਿੱਚ ਮਜ਼ਹਬੀ ਤੇਲ ਪਾ ਕੇ ਫਿਰਕਿਆਂ ਦੇ ਪਕੌੜੇ ਤਲੇ ਜਾਂਦੇ। ਅੱਜ ਉਸ ਨੂੰ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਡੇ ਸਵਾਲ, ਤੁਹਾਡੇ ਜਵਾਬ, ਤੁਹਾਡੀ ਪ੍ਰਤੀਕਿਰਿਆ ਸਾਡੇ ਸਿਰ ਮੱਥੇ ਹੋਵੇਗੀ। ਤੁਸੀਂ ਆਪਣਾ ਰਾਏ ਵੀ ਕਮੈਂਟ ਦੇ ਜ਼ਰੀਏ ਰੱਖ ਸਕਦੇ ਹੋ। ਅੱਜ ਦੇ ਲਈ ਇੰਨਾ ਹੀ, ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।